ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV ਪੰਜਾਬ ਫੋਕਸ ਦੇ ਵਿੱਚ ਸਵਾਗਤ। ਮੈਂ ਹਾਂ ਸੰਜੀਵ ਯਸ਼ ਖੰਨਾ। ਕਈ ਤਰ੍ਹਾਂ ਦੀਆਂ ਗਤੀਵਿਧੀਆਂ, ਕਈ ਤਰ੍ਹਾਂ ਦੀਆਂ ਖਬਰਾਂ, ਸਭ ਉਹੀ ਪੁਰਾਣੀਆਂ ਪਰ ਉਹਦੇ ਵਿੱਚ ਨਵੀਆਂ ਡਿਵੈਲਪਮੈਂਟਸ ਨੇ। ਜੇ ਆਪਾਂ ਜੋ ਬਾਈਡਨ ਸਾਹਿਬ ਦੀ ਗੱਲ ਕਰੀਏ, ਉਹਨਾਂ ਦੀ ਸਿਹਤ ਦੀ ਗੱਲ ਹੁੰਦੀ ਹੈ, ਉਹਨਾਂ ਦੀ ਪਰਫਾਰਮੈਂਸ ਦੀ ਗੱਲ ਹੁੰਦੀ ਹੈ। 2024 ਦੀਆਂ ਇਲੈਕਸ਼ਨਸ ਨੂੰ ਲੈ ਕੇ ਉਹ ਇੱਕ ਐਲੀਜੀਬਲ ਕੈਂਡੀਡੇਟ ਹੋ ਸਕਦੇ ਨੇ ਕਿ ਨਹੀਂ ਹੋ ਸਕਦੇ, ਇਸ ਬਾਰੇ ਗੱਲਬਾਤ ਹੁੰਦੀ ਹੈ। ਡੋਨਲਡ ਟਰੰਪ ਦੀ ਗੱਲ ਹੁੰਦੀ ਹੈ ਤਾਂ ਉਹਨਾਂ ਦੇ ਉੱਤੇ ਚੱਲ ਰਹੇ ਕੇਸਾਂ ਦੀ ਗੱਲ ਹੁੰਦੀ ਹੈ। ਨਾਲ ਗੱਲ ਹੁੰਦੀ ਹੈ ਕਿ 2020 ਦੀਆਂ ਇਲੈਕਸ਼ਨਸ ਦਾ ਰਿਜ਼ਲਟ ਪਲਟਣ ਦੀ ਜਿਵੇਂ ਕੋਸ਼ਿਸ਼ ਕੀਤੀ ਗਈ। ਨਾਲ ਗੱਲ ਹੁੰਦੀ ਹੈ ਕਿ ਕੁਝ ਨਾ ਕੁਝ ਅਜਿਹਾ ਕੰਮ ਕਰਦੇ ਰਹਿੰਦੇ ਨੇ ਕਿ ਜਿਸ ਕਰਕੇ ਸੁਰਖੀਆਂ ਦੇ ਵਿੱਚ ਛਾਏ ਰਹਿੰਦੇ ਨੇ। ਬਾਈਡਨ ਸਾਹਿਬ ਦੀ ਗੱਲ ਕਰੀਏ ਤਾਂ ਉਹਨਾਂ ਦੇ ਬੇਟੇ ਹੰਟਰ ਦੀ ਗੱਲ ਹੁੰਦੀ ਹੈ ਕਿ ਉਹਨਾਂ ਦੇ ਉੱਤੇ ਜੋ ਇਲਜ਼ਾਮਾਤ ਨੇ ਉਹ ਕਿਤੇ ਨਾ ਕਿਤੇ ਬਾਈਡਨ ਸਾਹਿਬ ਦੀ ਸਾਖ ਨੂੰ ਸੱਟ ਮਾਰਦੇ ਪਏ ਨੇ, ਜਿਸ ਕਰਕੇ ਮਿਸ਼ੇਲ ਓਬਾਮਾ ਸ਼ਾਇਦ ਬਣ ਜਾਣ ਅਗਲੇ ਪ੍ਰੈਜ਼ੀਡੈਂਟ ਅਮਰੀਕਾ ਦੇ। ਉਧਰ ਕੋਈ ਭਾਰਤੀ ਮੂਲ ਦੇ ਕੈਂਡੀਡੇਟਸ ਵੀ ਨੇ ਜੋ ਐਲੀਜੀਬਲ ਹੋਣਾ ਚਾਹੁੰਦੇ ਨੇ ਪ੍ਰੈਜ਼ੀਡੈਂਟ ਦੀ ਇਲੈਕਸ਼ਨ ਵਾਸਤੇ। ਸੋ ਇਹ ਤਮਾਮ ਮਿਕਸ ਗੱਲਾਂ ਚੱਲਦੀਆਂ ਪਈਆਂ ਨੇ। ਇੱਧਰ ਕਰੋਨਾ ਵਾਇਰੈਂਟ ਦੀ ਗੱਲ ਹੋ ਰਹੀ ਹੈ ਕਿ ਨਵੇਂ ਵੇਰੀਐਂਟਸ ਆ ਰਹੇ ਨੇ, ਤਾਂ ਇਹ ਖਤਰਾ ਪੈਦਾ ਹੋ ਸਕਦਾ ਇੱਕ ਵਾਰ ਫਿਰ ਤੋਂ ਹਿਊਮੈਨਿਟੀ ਵਾਸਤੇ। ਇੱਕ ਵਾਸਤੇ ਹਿਊਮੈਨਿਟੀ ਨੂੰ ਇਹਦੇ ਵਾਸਤੇ ਤਿਆਰ ਰਹਿਣਾ ਚਾਹੀਦਾ। ਇਹ ਵੀ ਸਾਰੀਆਂ ਗੱਲਾਂ ਹੋ ਰਹੀਆਂ ਨੇ। ਨਾਲ ਗੱਲਾਂ ਹੋ ਰਹੀਆਂ ਨੇ ਕਿ ਕਿੱਦਾਂ ਚੀਨ ਤੋਂ ਬਚਣ ਦੀ ਔਰ ਚੀਨ ਦੀਆਂ ਗਤੀਵਿਧੀਆਂ ਨੂੰ ਸਮਝਣ ਦੀ ਕੋਸ਼ਿਸ਼ ਕਰਦਾ ਹੈ ਅਮਰੀਕਾ, ਔਰ ਉਸ ਨੂੰ ਜਵਾਬ ਦੇਣ ਦੀ ਕੋਸ਼ਿਸ਼ ਕਰਦਾ ਹੈ ਦੱਖਣੀ ਕੋਰੀਆ। ਤੇ ਜਾਪਾਨ ਦੇ ਪ੍ਰਤੀਨਿਧੀਆਂ ਨਾਲ ਮੀਟਿੰਗ ਹੋਈ ਹੈ ਅਮਰੀਕਾ ਦੇ ਪ੍ਰਤੀਨਿਧੀਆਂ ਦੀ, ਤਾਂ ਇਸ ਕਰਕੇ ਚੀਨ ਨੂੰ ਵੀ ਲੱਗ ਰਿਹਾ ਹੈ ਕਿ ਅਮਰੀਕਾ ਪੂਰੀ ਤਿਆਰੀ ਦੇ ਵਿੱਚ ਹੈ। ਪਿੱਛੇ ਇਹ ਵੀ ਨਿਊਜ਼ ਆਈ ਹੈ ਕਿ ਅਮਰੀਕਾ ਦੇ ਜੋ ਸੀ ਵਾਟਰਸ ਨੇ ਉਹਦੇ ਵਿੱਚ ਰਸ਼ੀਆ ਤੇ ਚੀਨ ਦੇ ਯੁੱਧ ਬੇੜੇ ਵੇਖੇ ਗਏ, ਜਿਸ ਦੇ ਏਵਜ਼ ਦੇ ਵਿੱਚ ਜਿਹਨੂੰ ਟੱਕਰ ਦੇਣ ਵਾਸਤੇ ਅਮਰੀਕਾ ਨੇ ਆਪਣੇ 4 ਯੁੱਧ ਦੇ ਬੇੜੇ ਭੇਜ ਦਿੱਤੇ, ਕਿਉਂਕਿ ਅੱਗੋਂ 11 ਬੇੜੇ ਆਏ ਸੀ। ਇਹ ਵੀ ਗੱਲਾਂ ਚੱਲਦੀਆਂ ਨੇ। ਪੂਰੀ ਦੁਨੀਆ ਦੇ ਵਿੱਚ ਅਮਰੀਕਾ ਐਕਸਰਸਾਈਜ਼ ਕਰਨਾ ਚਾਹੁੰਦਾ, ਯੁੱਧ ਅਭਿਆਸ ਕਰਨਾ ਚਾਹੁੰਦਾ ਹੈ। ਇਹ ਵੀ ਗੱਲਾਂ ਚੱਲਦੀਆਂ ਨੇ। ਡੋਮੀਨੇਟ ਕਰਦਾ ਪਿਆ ਪੂਰੀ ਦੁਨੀਆ ਨੂੰ ਔਰ ਇਕਨੋਮੀ ਨੂੰ ਕਿੱਦਾਂ ਸੰਭਾਲਦਾ ਪਿਆ। ਇਹ तमाम ਗੱਲਾਂ ਚੱਲਦੀਆਂ ਨੇ, ਪਰ ਇਹਦਾ ਵਿਸ਼ਵ ਦੇ ਉੱਤੇ ਕੀ ਅਸਰ ਹੈ ਇਹ ਅਸੀਂ ਦੇਖਾਂਗੇ। ਹਾਲਾਂਕਿ ਭਾਰਤ ਦੇ ਵਿੱਚ ਤੇ ਅਮਰੀਕਾ ਦੇ ਵਿੱਚ 2024 ਦੀਆਂ ਇਲੈਕਸ਼ਨਸ ਪੈਂਡਿੰਗ ਨੇ। ਉੱਧਰ ਯੂਕਰੇਨ ਤੇ ਰਸ਼ੀਆ ਦਾ ਯੁੱਧ ਹੈ, ਉਹਦੇ ਵਾਸਤੇ ਵੀ ਹਮੇਸ਼ਾ ਰਾਜਨੀਤੀ ਦੇ ਗਲਿਆਰਿਆਂ ਦੇ ਵਿੱਚ ਚਰਚਾ ਗਰਮ ਰਹਿੰਦੀ ਹੈ। ਸੋ ਇਹ ਸਾਰੀਆਂ ਗੱਲਾਂ, तमाम ਗੱਲਾਂ ਪੂਰੀ ਦੁਨੀਆ ਦੇ ਹਰ ਤਰ੍ਹਾਂ ਦੇ ਹਾਲਾਤ ਦੇ ਉੱਤੇ ਅਸਰ ਪਾਉਂਦੀਆਂ ਪਈਆਂ ਨੇ, ਚਾਹੇ ਉਹ ਜੀਓਪੋਲਿਟਿਕਸ ਹੈ, ਚਾਹੇ ਉਹ ਜੀਓ ਇਕਨੋਮਿਕਸ ਹੈ। ਸਭ ਕੁਝ ਹਿੱਲਿਆ ਪਿਆ। ਫਿਰ ਵੀ ਸ਼ਾਂਤੀ ਔਰ ਸ਼ਾਂਤ ਵਾਤਾਵਰਣ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਔਰ ਇਸੇ ਤਰ੍ਹਾਂ ਦੀ ਕੋਸ਼ਿਸ਼ ਅਸੀਂ ਭਾਰਤ ਵਿੱਚ ਵੀ ਕਰਦੇ ਪਏ ਹਾਂ, ਪੰਜਾਬ ਦੇ ਵਿੱਚ ਵੀ ਕਰਦੇ ਪਏ ਹਾਂ। ਚੱਲਦੇ ਹਾਂ ਆਪਣੇ ਪੰਜਾਬ ਦੇ ਮੁੱਦਿਆਂ ਵੱਲ, ਆਪਣੇ ਭਾਰਤ ਦੇ ਮੁੱਦਿਆਂ ਵੱਲ। ਮੇਰੇ ਨਾਲ ਸਟੂਡੀਓਜ਼ ਦੇ ਵਿੱਚ ਮੌਜੂਦ ਨੇ ਬਲਕਾਰ ਸਿੰਘ। ਹਾਂਜੀ, ਸੰਜੀਵ ਖੰਨਾ ਜੀ, ਜਿਸ ਤਰ੍ਹਾਂ ਤੁਸੀਂ ਸਾਰਾ ਜ਼ਿਕਰ ਕੀਤਾ ਪੂਰੇ ਵਿਸ਼ਵ ਦਾ ਔਰ ਅਮਰੀਕਾ ਦਾ, ਚਾਈਨਾ ਦਾ, ਜਾਪਾਨ ਦਾ, ਬਾਕੀ ਸਾਰੇ ਦੇਸ਼ਾਂ ਦਾ, ਤੇ ਆਓ ਆਪਣੀ ਧਰਤੀ ਦੀ ਵੀ ਗੱਲ ਕਰੀਏ, ਪੰਜਾਬ ਦੀ ਗੱਲ ਕਰੀਏ, ਤੇ ਪੰਜਾਬ ਦੀ ਤੇ ਭਾਰਤ ਦੀ ਰਾਜਨੀਤੀ ਦੀ ਗੱਲ ਕਰੀਏ, ਤੇ ਉਹ ਮਸਲੇ ਜਿਹੜੇ ਤਾਜ਼ਾ ਤਰੀਨ ਨੇ ਉਹ ਆਪਣੇ ਦਰਸ਼ਕਾਂ ਦੇ ਨਾਲ ਸਾਂਝਾ ਕਰੀਏ। ਜ਼ਮੀਨ ਦੀ ਗੱਲ ਕਰਾਂਗੇ। ਜੀ ਜੀ ਜੀ। ਕਿਉਂਕਿ ਰਾਹੁਲ ਗਾਂਧੀ ਕਹਿੰਦੇ ਨੇ ਕਿ ਚੀਨ ਨੇ ਜੋ ਭਾਰਤ ਦੀ ਜ਼ਮੀਨ ਦੇ ਉੱਤੇ ਕਬਜ਼ਾ ਕੀਤਾ ਹੋਇਆ ਉਸ ਨੂੰ ਲੈ ਕੇ ਦੇਸ਼ ਵਾਸੀ ਚਿੰਤਿਤ ਨੇ, ਪਰ ਗਵਰਨਮੈਂਟ ਵੱਲੋਂ ਕੋਈ ਇੱਦਾਂ ਦਾ ਬਿਆਨ ਨਹੀਂ ਆ ਰਿਹਾ। ਗਵਰਨਮੈਂਟ ਵੱਲੋਂ ਕਿਹਾ ਜਾ ਰਿਹਾ ਕਿ ਪੂਰੀ ਤਰ੍ਹਾਂ ਦੇ ਹਾਲਾਤ ਨਿਯੰਤਰਣ ਵਿੱਚ ਨੇ, ਕਿਸੇ ਜ਼ਮੀਨ ਤੇ ਕੋਈ ਕਬਜ਼ਾ ਨਹੀਂ ਹੋਇਆ। ਜੋ ਛਿਟਪੁਟ ਘਟਨਾਵਾਂ ਨੇ ਹੁੰਦੀਆਂ ਰਹਿੰਦੀਆਂ ਨੇ, ਗਲਵਾਨ ਘਾਟੀ ਦੇ ਵਿੱਚ ਵੀ ਹੋਈਆਂ ਪਿੱਛੇ ਜੇ, ਔਰ ਮਾਰਕੁੱਟ ਵੀ ਹੋਈ। ਸਾਡੇ ਪੰਜਾਬੀ ਜਵਾਨਾਂ ਨੇ, ਪੰਜਾਬ ਦੇ ਫੌਜੀਆਂ ਨੇ ਕਾਫੀ ਮਾਰਕੁੱਟ ਕੀਤੀ ਚੀਨੀ ਸੈਨਿਕਾਂ ਦੀ, ਔਰ ਕੁਝ ਮੌਤਾਂ ਵੀ ਹੋਈਆਂ, ਉਹ ਵੀ ਅਸੀਂ ਦੇਖੀਆਂ ਨੇ। ਔਰ ਸਾਡੇ ਸੈਨਿਕਾਂ ਨੇ ਵੀ ਸ਼ਹੀਦੀ ਪ੍ਰਾਪਤ ਕੀਤੀ, ਇਹ ਵੀ ਅਸੀਂ ਦੇਖਿਆ। ਔਰ ਇਹ ਗੱਲ ਹਮੇਸ਼ਾ ਹੁੰਦੀ ਪਈ ਆ ਕਿ ਅਰੁਣਾਚਲ ਪ੍ਰਦੇਸ਼ ਦੇ ਉੱਤੇ ਚੀਨ ਦੀ ਅੱਖ ਹੈ, ਉਹ ਉਹਨੂੰ ਸੈਕਿੰਡ ਨੇਪਾਲ ਬਣਾਉਣਾ ਚਾਹੁੰਦਾ, ਔਰ ਨਾਲ ਕਾਫੀ ਹਿੱਸਿਆਂ ਦੇ ਉੱਤੇ ਚੀਨ ਦਾ ਕਬਜ਼ਾ ਹੈ, ਜਿਹਦੇ ਬਾਰੇ ਸਾਡੀ ਸੈਂਟਰਲ ਗਵਰਨਮੈਂਟ ਵੱਲੋਂ ਕੋਈ ਵੀ ਇਨਫੋਰਮੇਸ਼ਨ ਨਹੀਂ ਦਿੱਤੀ ਜਾ ਰਹੀ ਜਨਤਾ ਨੂੰ। ਇਹ ਗੱਲਾਂ ਅਕਸਰ ਹੁੰਦੀਆਂ ਰਹਿੰਦੀਆਂ ਨੇ। ਸੋ ਰਾਹੁਲ ਗਾਂਧੀ ਦੇ ਆਪਾਂ ਪੁਆਇੰਟ ਆਫ ਵਿਊ ਤੋਂ ਲੈਂਦੇ ਹਾਂ ਕਿ ਉਹ ਕੀ ਕਹਿਣਾ ਚਾਹੁੰਦੇ ਨੇ ਲੱਦਾਖ ਦੀ ਜ਼ਮੀਨ ਨੂੰ ਲੈ ਕੇ। ਹਾਂ, ਰਾਜੀਵ ਗਾਂਧੀ ਦਾ ਇਹ ਬਿਆਨ ਬੜਾ ਇਸ ਵੇਲੇ ਪੂਰਾ ਮੀਡੀਆ ਦੇ ਉੱਤੇ ਛਾ ਗਿਆ ਕਿ ਉਹਨਾਂ ਨੇ ਰਾਜੀਵ ਗਾਂਧੀ ਦੀ ਬਰਸੀ 'ਤੇ ਸੋਨੀਆ ਗਾਂਧੀ ਜੀ ਵੀ ਨਾਲ ਸੀਗੇ, ਔਰ ਇਹ ਰਾਹੁਲ ਗਾਂਧੀ ਜੀ ਵੀ ਉਹਨਾਂ ਦੀ ਬਰਸੀ ਨੂੰ ਮਨਾਇਆ ਇਹਨਾਂ ਨੇ, ਰਾਜੀਵ ਗਾਂਧੀ ਜੀ ਦੀ। ਔਰ ਉੱਥੇ ਇਹਨਾਂ ਨੇ ਐਲਾਨ ਕੀਤਾ ਕਿ ਜੇ ਸਾਡੇ ਫੌਜੀ ਮਾਹਰ ਨੂੰ ਆਂਦਾ ਖਾਸ ਤੌਰ 'ਤੇ ਪਤਾ ਹੋਊਗਾ ਕਿ ਕਿਹੜੀ ਗੱਲ ਨੂੰ ਜਿਹੜੀ ਕੇਂਦਰ ਸਰਕਾਰ ਲੁਕਾ ਰਹੀ ਆ, ਜਿਹਦੇ ਵਿੱਚ ਰਾਜਨਾਥ ਜੀ ਨੇ, ਡਿਫੈਂਸ ਮਿਨਿਸਟਰ ਨੇ, ਔਰ ਬਾਕੀ ਫੌਜੀ ਬ੍ਰਿਗੇਡੀਅਰ, ਵੱਡੀ ਹਕੂਮਤ ਆ, ਕਿ ਜਿਹੜਾ ਉਹਨਾਂ ਨੇ ਜਿੱਥੇ ਕਬਜ਼ਾ ਕੀਤਾ ਲੱਦਾਖ, ਲੇਹ ਔਰ ਇਸ ਕੁਝ ਏਰੀਏ 'ਤੇ, ਜਿਹੜਾ ਅਜੇ ਤੱਕ ਭਾਰਤ ਨੇ ਛਡਵਾਇਆ ਨਹੀਂ। ਨਾ ਤਾਂ UN ਨੂੰ ਕਿਹਾ ਤੇ ਨਾ ਇਹਨਾਂ ਨੇ ਆਪ ਕੋਈ
ਇਸ ਤਰ੍ਹਾਂ ਦਾ ਉਹਨਾਂ ਨਾਲ ਮਸ਼ਵਰਾ ਕੀਤਾ। ਔਰ ਹੁਣੇ ਰੀਸੈਂਟਲੀ ਫੌਜੀ ਜਿਹੜੇ ਐਕਸਪਰਟ ਨੇ ਜਾਂ ਫੌਜੀ ਆਫੀਸਰ ਨੇ ਉਹਨਾਂ ਦੀ ਅਧਿਕਾਰੀਆਂ ਦੀ ਮੀਟਿੰਗ ਹੋਈ ਚਾਈਨਾ ਦੇ ਸਾਰੇ ਜਿਹੜੇ ਅਧਿਕਾਰੀ ਨੇ ਉਹਨਾਂ ਨਾਲ, ਪਰ ਉਹਦੇ ਤੋਂ ਕਿਸੇ ਸਿੱਟੇ ਤੇ ਗੱਲ ਨਹੀਂ ਪਹੁੰਚੀ। ਇਹ ਰਾਹੁਲ ਗਾਂਧੀ ਨੇ ਮੈਂਸ਼ਨ ਕੀਤਾ ਆਪਣੀ ਸਪੀਚ ਦੇ ਵਿੱਚ, ਔਰ ਉਹਨਾਂ ਨੇ ਕਿਹਾ ਗਲਵਾਨ ਦੀ ਘਾਟੀ ਦੇ ਵਿੱਚ ਇਹ ਜਿਹੜੀ ਸਰਕਾਰ ਹੈ ਇਹਨਾਂ ਨੇ ਤਾਂ ਜਵਾਬ ਮੋੜਵਾ ਦਿੱਤਾ ਕਿ ਉਸ ਘਾਟੀ ਦੇ ਵਿੱਚ ਜੋ ਜ਼ਮੀਨ ਸੀਗੀ ਉਹਨਾਂ ਨੇ ਆਪਣੇ ਥਿਆਈ ਸੀਗੀ, ਜੋ ਆਪਣੇ ਕਬਜ਼ੇ ਵਿੱਚ ਸੀਗੀ, ਸਾਡੇ ਸੈਨਿਕਾਂ ਨੇ ਸ਼ਹੀਦੀਆਂ ਪ੍ਰਾਪਤ ਕਰਕੇ ਲੜ ਕੇ ਮਰ ਕੇ ਉਹ ਜ਼ਮੀਨ ਛਡਾ ਲਈ ਆ ਗਲਵਾਨ ਘਾਟੀ ਵਾਲੀ। ਔਰ ਇਹਨੇ ਰਾਹੁਲ ਗਾਂਧੀ ਨੇ ਕਿਹਾ ਕਿ ਨਹੀਂ, ਉਹ ਜ਼ਮੀਨ ਜਿਹੜੀ ਹੈਗੀ ਆ ਉਹ ਪਹਿਲੋਂ ਦੀ ਆ, 1962 ਦੀ ਆ, ਔਰ ਉਸ ਵੇਲੇ ਪੰਡਿਤ ਜਵਾਹਰ ਲਾਲ ਨਹਿਰੂ ਸੀਗੇ ਪ੍ਰਦੇਸ਼ ਦੇ ਪ੍ਰਧਾਨ ਮੰਤਰੀ, ਉਸ ਜ਼ਮਾਨੇ ਦੀ ਜ਼ਮੀਨ ਜਿਹੜੀ ਹੈਗੀ ਆ ਉਹ ਨਹੀਂ ਵਾਪਸ ਹੋਈ, ਅਜੇ ਚਾਈਨਾ ਰੱਖੀ ਫਿਰਦਾ ਉਸੇ ਤਰ੍ਹਾਂ ਹੀ। ਔਰ ਦੂਜੇ ਸਾਡੇ ਜਿਹੜੇ ਫੌਜੀ ਮਾਰ ਨੇ ਉਹ ਇਸ ਗੱਲ 'ਤੇ ਜਿਹੜੇ ਹੈ ਸਹਿਮਤੀ ਪ੍ਰਗਟਾ ਰਹੇ ਆ ਕਿ ਇਹ ਜ਼ਮੀਨ ਜਿਹੜੀ ਹੈ ਬਿਲਕੁਲ ਪਹਾੜੀ ਏਰੀਆ, ਪਲੇਨ ਏਰੀਆ 'ਚ ਨਹੀਂ ਹੈਗੀ, ਕੋਈ ਘਾਟੀ ਨਹੀਂ ਹੈਗੀ, ਕੋਈ ਵੈਲੀ ਨਹੀਂ ਹੈਗੀ, ਇਹ ਉੱਪਰਲਾ ਏਰੀਆ ਜਿਹਨੂੰ ਇਹਨਾਂ ਨੇ ਇਗਨੋਰ ਕਰ ਰੱਖਿਆ ਕਿ ਉਹਦੇ ਵਿੱਚ ਕੀ ਲੈਣਾ ਹੈਗਾ, ਪਹਾੜੀਆਂ ਹੈਗੀਆਂ ਉੱਤੇ ਉਚਲੀਆਂ ਹੈਗੀਆਂ, ਪਰ ਏਰੀਆ ਸਾਰਾ ਇੰਡੀਆ ਦਾ ਹੈਗਾ, ਭਾਰਤ ਦਾ ਹੈਗਾ। ਔਰ ਮੇਰਾ ਖਿਆਲ ਹੈ ਇਹਨਾਂ ਨੂੰ ਪਤਾ ਹੋਊਗਾ ਕਿ ਪੰਡਿਤ ਜਵਾਹਰ ਲਾਲ ਨਹਿਰੂ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਸੀਗੇ, ਉਹਨਾਂ ਨੇ ਤਾਂ ਵੈਸੇ ਹਥਿਆਰ ਵੀ ਫੌਜੀਆਂ ਨੂੰ ਬਹੁਤ ਘੱਟ ਦਿੱਤੇ ਸੀਗੇ, ਸਪਲਾਈ ਨਹੀਂ ਸੀ ਹੋਈ, ਉਦੋਂ ਬਹੁਤ ਫੌਜੀ ਬਿਨ ਹਥਿਆਰਾਂ ਤੋਂ ਹੀ ਮਾਰੇ ਗਏ ਬਹੁਤ ਜ਼ਿਆਦਾ। ਔਰ ਉਦੋਂ ਚਾਈਨਾ ਦੀ ਚੜ੍ਹਤ ਰਹੀ 1962 ਦੇ ਵਿੱਚ, ਜਦੋਂ ਕਿ 1965 ਦੇ ਵਿੱਚ ਅਸੀਂ ਪਾਕਿਸਤਾਨ ਨਾਲ ਜਦੋਂ ਲੜਾਈ ਹੋਈ ਉਦੋਂ ਹਾਵੀ ਰਹੇ ਹਾਂ ਬਹੁਤ ਤਰੀਕੇ ਨਾਲ, ਔਰ ਅਮਰੀਕਾ ਦੇ ਵੈਪਨ ਆਏ ਆ। ਉਦੋਂ ਜਿਹੜਾ 62 ਦੀ ਜੰਗ 'ਚ ਅਮਰੀਕਾ ਦੇ ਜਿਹੜੇ ਵੈਪਨ ਸੀ ਨਹੀਂ ਮੰਗਾਏ ਇਹਨਾਂ ਨੇ, ਔਰ ਫੌਜੀ ਜਵਾਨ ਜਿਹੜੇ ਸੀ ਉੱਥੇ ਕਾਂਗੋ ਦੀ ਘਾਟੀ ਇੱਕ ਏਰੀਆ ਹੈਗਾ ਜਿੱਥੇ ਉਸ ਏਰੀਏ 'ਚ ਵੀ ਬਹੁਤ ਲੋਕ ਮਾਰੇ ਗਏ, ਔਰ ਵੈਲੀ ਦੇ ਵਿੱਚ ਵੀ ਇਨਵੋਲਡ ਹੋ ਗਏ। ਔਰ ਉਦੋਂ ਤੱਕ ਫੌਜੀ ਵਿਚਾਰੇ ਉਹ ਪਹਾੜਾਂ 'ਚੋਂ ਲੁਕ ਕੇ ਔਰ ਬਚ ਕੇ ਆਏ। ਉਸ ਜ਼ਮਾਨੇ ਦਾ ਜਿਹੜਾ ਏਰੀਆ ਅਜੇ ਤੱਕ ਚਾਈਨਾ ਦੇ ਹੱਥ ਵਿੱਚ ਹੈਗਾ। ਔਰ ਤੁਹਾਨੂੰ ਪਤਾ ਹੈਗਾ ਕਿ ਜਿਹੜੀ ਇਹਨਾਂ ਦੀ ਰਾਜਨੀਤੀ ਉਹ ਬੜੀ ਅੱਖੜ ਤੇ ਬੜੀ ਟੇਢੀ ਹੈਗੀ ਹੈ। ਇਹ ਕਿਸੇ ਦੀ ਚੀਜ਼ ਨੂੰ ਵਾਪਸ ਕਰਨਾ ਜਿਹੜਾ ਘੱਟ ਉਹਦੇ 'ਤੇ ਸਹਿਮਤੀ ਪ੍ਰਗਟਾਉਂਦੇ ਆ। ਬਹੁਤ ਵਾਰੀ UN 'ਚ ਵੀ ਡਿਸਕਸ ਹੋਇਆ, ਔਰ ਇਹ 1962 ਦੀ ਜੰਗ ਜਦੋਂ ਹੋਈ ਬੰਦ ਹੋਈ ਆ, UN ਦੇ ਜਿਹੜੇ ਵਾਈਟ ਫਲੈਗ ਸੀ ਉਹ ਆ ਗਏ, ਉਦੋਂ ਬਾਅਦ ਇਹਦੀ ਬੰਬਾਰਮੈਂਟ ਖਤਮ ਹੋ ਗਈ ਸੀ, ਔਰ ਬੜੀ ਭਿਆਨਕ ਲੜਾਈ ਸੀਗੀ। ਪਰ ਹੁਣ ਜਿਹੜੀ ਹੈਗੀ ਇਹਨਾਂ, ਤੁਹਾਡੀ ਗੱਲ ਸਹੀ ਹੈ, ਇਹ ਤਾਂ ਮੁੱਕਰ ਗਏ, ਇਹਨਾਂ ਤਾਂ ਨਹੀਂ ਕਿਹਾ, ਜਿਹੜੀ ਕੇਂਦਰ ਸਰਕਾਰ ਮੌਜੂਦਾ ਹੈ ਕਿ ਕਹਿੰਦੇ ਉਹਨਾਂ ਕੋਲ ਕੋਈ ਜਗ੍ਹਾ ਨਹੀਂ ਹੈਗੀ ਸਾਡੀ। ਜਦੋਂ ਕਿ ਫੌਜੀ ਮਾਰ ਬ੍ਰਿਗੇਡੀਅਰ ਜਿਹੜੇ ਵੀ ਫੌਜੀ ਮਾਰ ਆ, ਜਿਹੜੇ ਅਖਬਾਰਾਂ 'ਚ ਲਿਖਦੇ, ਉਹ ਪੱਕੇ ਤੌਰ 'ਤੇ ਕਹਿ ਰਹੇ ਆ, ਪ੍ਰੈਕਟੀਕਲ ਤੌਰ 'ਤੇ ਉਹਨਾਂ ਨੂੰ ਪਤਾ ਹੈਗਾ। ਸਾਡੇ ਜਿਹੜੇ ਰਾਜਨੇਤਾ ਨੇ ਜਾਂ ਮੰਤਰੀ ਨੇ ਜਾਂ ਜਿਹੜੇ ਸਾਡੇ ਡਿਫੈਂਸ ਨਾਲ ਰਿਲੇਟਡ ਸੈਕਟਰੀ ਨੇ, ਉਹ ਤਾਂ ਪਿੱਛੇ ਰਹਿੰਦੇ, ਉਹ ਤਾਂ ਉੱਥੋਂ ਤੱਕ ਜਾਂਦੇ ਹੀ ਨਹੀਂ। ਜਦੋਂ ਲੜਦੇ ਆ, ਜਦੋਂ ਹਿੱਕਾਂ 'ਤੇ ਗੋਲੀਆਂ ਖਾਂਦੇ, ਉਹ ਫੌਜੀ ਬ੍ਰਿਗੇਡੀਅਰ ਆਫੀਸਰ ਜਨਰਲ ਕਰਨਲ ਉੱਥੇ ਹੁੰਦੇ ਆ, ਉਹਨਾਂ ਨੂੰ ਪਤਾ, ਬਾਈਅਰ ਵੀ ਜਾਂਦੇ ਆ, ਇਹ ਤਾਂ ਵੜਦੇ ਨਹੀਂ ਉੱਥੇ। ਇਹ ਸਿਰਫ ਤੇ ਐਲਾਨਨਾਮੇ ਜਿਹੜੇ ਆ ਦਿੱਲੀ ਬਹਿ ਕੇ ਕਰ ਦਿੰਦੇ ਆ ਜਾਂ ਪਾਰਲੀਮੈਂਟ 'ਚ ਬੋਲ ਦਿੰਦੇ ਆ। ਫੌਜੀ ਮਾਹਰਾਂ ਨੂੰ ਜੇ ਕੰਸਲਟ ਕੀਤਾ ਜਾਵੇ ਜਾਂ ਉਹਨਾਂ ਦੀ ਸਹਿਮਤੀ ਲਈ ਜਾਵੇ ਤਾਂ ਉਹ ਦੱਸਦੇ ਆ ਉਹਨਾਂ ਕੋਲ ਇਲਾਕਾ ਹੈਗਾ, ਔਰ ਇਹ ਡਰਦੇ ਇਸ ਗੱਲ ਨੂੰ ਹੈਗਾ ਕਿ ਜੇ ਉਹਨਾਂ ਕੋਲ ਇਲਾਕਾ ਮੰਗਾ ਕਿਤੇ ਹਮਲਾ ਦੁਬਾਰਾ ਨਾ ਹੋ ਜਾਏ। ਚਾਈਨਾ ਬਹੁਤ ਪਾਵਰਫੁਲ ਕੰਟਰੀ ਹੈਗਾ, ਔਰ ਉਹਨੂੰ ਕੋ ਰਸ਼ੀਆ ਨਾਲ ਵੀ ਉਹਦੇ ਨਾਲ ਹੈਗੀ, ਔਰ ਵਰਲਡ ਵਾਰ ਵਾਲਾ ਪਾਸੇ ਨਾ ਆ ਜਾਈਏ। ਔਰ ਉਸ ਜਗ੍ਹਾ ਨੂੰ ਤੇ ਇਹ ਕਹਿੰਦੇ ਵੀ ਜਗ੍ਹਾ ਤੋਂ ਲੈਣਾ ਕੀ, ਜਗ੍ਹਾ ਤੋਂ ਖਾਲੀ ਪਈ, ਉਹ ਪਹਾੜੀ ਏਰੀਆ ਹੈਗਾ। ਇਹ ਗੱਲ ਸੀ ਰਾਹੁਲ ਗਾਂਧੀ ਨੇ ਦੁਹਰਾਈ ਇਸ ਗੱਲ ਨੂੰ, ਕਿਉਂਕਿ ਰਾਹੁਲ ਗਾਂਧੀ ਵੀ ਕਮਿੰਗ ਜਿਹੜੇ ਪ੍ਰਾਈਮ ਮਿਨਿਸਟਰ ਦੇ ਤੌਰ 'ਤੇ ਆ ਰਹੇ ਆ, ਕੈਂਡੀਡੇਟ ਹੈਗੇ ਆ। ਵੇਖੋ ਅੱਗੇ ਤਾਂ ਲੋਕਾਂ ਨੇ ਚੁਣਨਾ ਹੈਗਾ, ਉਹ ਆਪਣੇ ਆਪ ਤਾਂ ਨੋਮੀਨੇਟ ਹੋ ਨਹੀਂ ਸਕਦੇ, ਪਬਲਿਕ ਨੇ ਕੀ ਕਰਨਾ ਹੈਗਾ। ਪਰ ਪਾਰਟੀ ਦੇ ਪ੍ਰਮੁੱਖ ਨੇ, ਜਿਹੜੀ ਨੈਸ਼ਨਲ ਕਾਂਗਰਸ ਹੈ ਪਾਰਟੀ ਹੈਗੀ ਹੈ, ਦੇਸ਼ ਦੀ ਮੌਜੂਦਾ ਕਾਂਗਰਸ ਹੈਗੀ, ਉਹਦੇ ਪ੍ਰਮੁੱਖ ਨੇਤਾ ਹੈਗੇ ਆ। ਔਰ ਜਿਸ ਦੇ ਡਾਕਟਰ ਮਨਮੋਹਨ ਸਿੰਘ ਤੇ ਬੜੇ ਬਜ਼ੁਰਗ ਹੋ ਗਏ, ਉਹ ਤਾਂ ਵੀਲ ਚੇਅਰ 'ਤੇ ਪਾਰਲੀਮੈਂਟ 'ਚ ਐਂਟਰੀ ਲਈ ਉਹਨਾਂ ਨੇ, ਉਹ ਤਾਂ ਨਹੀਂ ਹੁਣ ਆ ਸਕਦੇ ਤੇ ਨਾ ਕਰਨਗੇ। ਜਦੋਂ ਕਿ ਬਾਈਡਨ ਸਾਹਿਬ 85 ਸਾਲ ਦੇ ਵੀ ਹੋ ਕੇ ਜਾਂਦੇ, ਮੈਂ ਇਲੈਕਸ਼ਨ ਲੜੂਗਾ, ਮੇਰੇ 'ਚ ਜਾਨ ਹੈਗੀ, ਮੈਂ ਸਾਰਾ ਕੁਝ ਕਰੂੰਗਾ। ਜਦੋਂ ਕਿ ਹਵਾਈ ਜਹਾਜ਼ ਦੀ ਪੌੜੀ 'ਤੇ ਚੜ੍ਹਨ ਲੱਗੇ ਵੀ ਡਿੱਗ ਪੈਂਦੇ, ਸਟੇਜ 'ਤੇ ਵੀ ਡਿੱਗ ਪੈਂਦੇ ਆ, ਇਨਾਗੂਰੇਸ਼ਨ ਕਰਨ ਲੱਗੇ ਵੀ ਕਈ ਵਾਰੀ ਥਿੜਕੇ ਪੈਰ ਉਹਨਾਂ ਦੇ। ਉਮਰ ਦਾ ਖਮਿਆਜ਼ਾ, ਜਿਹੜੀ ਏਜ ਫੈਕਟਰ ਹੈ, ਘੱਟੋ ਘੱਟ ਸਾਹਮਣੇ ਆ ਹੀ ਜਾਂਦਾ ਜੀ। ਕਿਉਂਕਿ ਚੀਨ ਦੇ ਕੋਲ ਜਿਹੜਾ ਸਾਡਾ ਇਲਾਕਾ ਹੈ ਨਾ, ਆਪਾਂ ਪਹਿਲਾਂ ਵੀ ਆਪਣੇ ਪਲੇਟਫਾਰਮ ਤੋਂ ਜ਼ਿਕਰ ਕੀਤਾ ਹੈ ਕਿ ਕਈ ਐਸੇ ਇੰਪੋਰਟੈਂਟ ਇਲਾਕੇ ਨੇ, ਬਿਲਕੁਲ ਮਨਸਰ ਪਿੰਡ, ਔਰ ਇੱਕ ਐਸਾ ਇਲਾਕਾ ਜਿੱਥੋਂ ਪੂਰੀ ਸਿਕਿਉਰਿਟੀ ਦੇ ਉੱਤੇ ਨਜ਼ਰ ਰੱਖੀ ਜਾ ਸਕਦੀ ਹੈ, ਹਾਈਟ ਤੇ ਹੈ, ਉਹ ਚੀਨ ਕੋਲ ਹੈ, ਔਰ ਕਿਸੇ ਵਕਤ ਉਹ ਸਾਡਾ ਸੀ। ਸਹੀ ਗੱਲ, ਇਹ ਪੰਡਿਤ ਨਹਿਰੂ ਵੇਲੇ ਇਹ ਸਭ ਹੋਇਆ। ਔਰ ਇੱਕ ਜਿਹੜਾ ਸਾਡੇ ਹਿੰਦੂ ਭਗਤ ਜਾਂਦੇ ਨੇ ਗੁਫਾ ਸ਼੍ਰੀ ਅਮਰਨਾਥ ਦਰਸ਼ਨ ਕਰਨ, ਯਾਤਰਾ ਤੇ ਜਾਂਦੇ, ਹਾਂਜੀ, ਉਹ ਰਸਤਾ ਕੁਝ ਹਿੱਸਾ ਉਹ ਚੀਨ ਵਿੱਚ ਚਲਾ ਗਿਆ। ਹੁਣ ਬਕਾਇਦਾ ਵੀਜ਼ਾ ਚਾਹੀਦਾ, ਚੀਨ ਦੇ ਵਿੱਚੋਂ ਦੀ ਹੋ ਕੇ ਲੰਘਦੇ ਨੇ, ਉਧਰ ਦੀ ਰਾਹ ਵਾ। ਹਾਂਜੀ, ਪਹਿਲਾ ਰਾਹ ਸਾਡਾ ਹੀ ਸੀ ਸਾਰਾ, ਪਰ ਉਸ ਤੋਂ ਬਾਅਦ ਜੋ ਇਹ ਚੀਨ ਨੇ ਕਬਜ਼ਾ ਕੀਤਾ ਹੈ ਸਾਡੇ ਇਲਾਕਿਆਂ ਦੇ ਉੱਤੇ, ਉਹ ਰਾਹ ਦਾ ਇੱਕ ਹਿੱਸਾ ਚੀਨ ਦੇ ਵਿੱਚੋਂ ਦੀ ਲੰਘਦਾ ਹੈ। ਬਿਲਕੁਲ। ਹੁਣ ਉੱਥੋਂ ਦੀ ਚੀਨ ਦੀ ਆਪਣੀਆਂ ਚੈੱਕ ਪੋਸਟ ਨੇ, ਚੀਨ ਦੇ ਫੌਜੀ ਨੇ,
ਉਹ ਉਹਨਾਂ ਦੀ ਚੈਕਿੰਗ ਹੁੰਦੀ ਹੈ ਸਾਰੀ ਇੰਡੀਅਨਸ ਦੀ, ਔਰ ਉਸ ਤੋਂ ਬਾਅਦ ਉਹਨਾਂ ਨੂੰ ਇਜਾਜ਼ਤ ਮਿਲਦੀ ਹੈ ਆਉਣ ਲੱਗਿਆਂ ਵੀ ਜਾਣ ਲੱਗਿਆਂ ਵੀ। ਇਹ ਚੀਜ਼ਾਂ ਆ ਗਈਆਂ, ਉਹ ਕਈ ਚੀਜ਼ਾਂ ਨੇ। ਔਰ ਕੁਛ ਇੱਕ ਥਾਂ 'ਤੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਚੀਨ ਨੇ ਇੱਕ ਪਿੰਡ ਹੀ ਵਸਾ ਲਿਆ ਹੈ ਸਾਡੇ ਇਲਾਕੇ ਦੇ ਵਿੱਚ, 100 ਦੇ ਕਰੀਬ ਘਰ ਬਣਾ ਲਏ ਨੇ। ਇਹ ਵੀ ਗੱਲਾਂ ਸਾਹਮਣੇ ਆਉਂਦੀਆਂ ਨੇ। ਭਾਵੇਂ ਜੋ ਵੀ ਇਲਾਕਾ ਪਹਾੜੀਆਂ ਨੇ ਉੱਥੇ ਕੁਝ ਨਹੀਂ ਉਗਦਾ, ਜਿਸ ਤਰ੍ਹਾਂ ਵੀ ਉਸ ਨੂੰ ਲੈ ਸਕਦੇ ਹੋ, ਤੇ ਇੰਡੀਆ ਦਾ ਇਲਾਕਾ, ਪਰ ਇਲਾਕਾ ਤਾਂ ਹੈ ਨਾ। ਹੁਣ ਜਿਹੜੇ ਪਿੰਡ ਦੇ ਇਲਾਕੇ ਦੇ ਵਿੱਚ ਆਪਾਂ ਰੂੜੀ ਸਿੱਟਦੇ ਹੋਈਏ, ਉਹ ਇਲਾਕਾ ਇਹ ਥੋੜਾ ਕਿ ਜ਼ਾਇਆ ਕਰ ਦੇਣਾ ਹੈ, ਔਰ ਰੂੜੀ ਕਿੱਥੇ ਸੁੱਟਾਂਗੇ ਫਿਰ? ਸਹੀ ਗੱਲ ਹੈ ਨਾ। ਉਹ ਵੀ ਇੰਪੋਰਟੈਂਟ ਹੈ, ਪਿੰਡ ਦੀ ਹਿੱਸਾ ਹੈ, ਉਹ ਵੀ ਪਿੰਡ ਦੀ ਜਗ੍ਹਾ ਹੈ। ਸੋ ਜੋ ਜਗ੍ਹਾ ਹੈ ਉਹ ਜਗ੍ਹਾ ਹੈ, ਔਰ ਇਹਦੇ ਵਾਸਤੇ ਜ਼ਰੂਰੀ ਹੈ ਕਿ ਸ਼ਾਂਤੀ ਵਾਰਤਾ ਨਾਲ ਕੰਮ ਹੋਏ। ਕਿਉਂਕਿ ਪਿੱਛੇ ਜੇ ਗੱਲਾਂ ਹੋਈਆਂ ਸੀ ਕਿ ਭਾਰਤ ਤੇ ਚੀਨ ਦੇ ਜੋ ਫੌਜੀ ਕਮਾਂਡਰਸ ਨੇ ਉਹ ਆਪਸ 'ਚ ਮਿਲ ਕੇ ਭਰਾ ਬਣ ਕੇ, ਹਿੰਦੀ ਚੀਨੀ ਭਾਈ ਬਣ ਕੇ ਫੈਸਲਾ ਕਰਨ। ਠੀਕ ਹੈ, ਫੈਸਲਾ ਕਰਕੇ ਰਿਪੋਰਟ ਦੇਣਗੇ, ਪਰ ਉੱਪਰ ਤਾਂ ਸ਼ੀ ਜਿਨਪਿੰਗ ਬੈਠੇ ਨੇ। ਉਹਨਾਂ ਦਾ ਇਰਾਦਾ ਕੀ ਹੈ? ਬਿਲਕੁਲ, ਉਹ ਤਾਂ ਉਧਰ ਤਾਈਵਾਨ ਨੂੰ ਵੀ ਮਿਲਾਉਣਾ ਚਾਹੁੰਦੇ ਨੇ ਚੀਨ ਦੇ ਵਿੱਚ। ਉਹਨਾਂ ਦਾ ਵਸ ਚੱਲੇ ਤੇ ਪੂਰੀ ਦੁਨੀਆ ਦਾ ਨਾਂ ਹੀ ਚੀਨ ਰੱਖਦੇ ਨੇ। ਕਿਉਂਕਿ ਜੋ ਉਹਨਾਂ ਦੀ ਸੋਚ ਹੈ ਸਾਹਮਣੇ ਆਉਂਦੀ ਪਈ ਹੈ। ਜਿੱਦਾਂ ਆਪਣੇ ਸੰਵਿਧਾਨ ਨੂੰ ਉਹਨਾਂ ਨੇ ਚੇਂਜ ਕੀਤਾ ਔਰ ਸਦਾ ਲਈ ਬੈਠ ਗਏ ਨੇ ਚੀਨ ਦੇ ਹੁਕਮਰਾਨ ਬਣ ਕੇ। ਸੋ ਉਹਨਾਂ ਦੀ ਸੋਚ ਸਾਹਮਣੇ ਆਉਂਦੀ ਹੈ ਕਿ ਉਹ ਇਤਿਹਾਸ ਸਿਰਜਣਾ ਚਾਹੁੰਦੇ ਨੇ ਕਿ ਤਾਈਵਾਨ ਨੂੰ ਵੀ ਮੈਂ ਮਿਲਾ ਲਿਆ ਚੀਨ ਦੇ ਵਿੱਚ। ਅਰੁਣਾਚਲ ਪ੍ਰਦੇਸ਼ ਦੇ ਉੱਤੇ ਵੀ ਨਜ਼ਰ ਹੈ, ਉਹਨੂੰ ਸੈਕੰਡ ਤਿੱਬਤ ਬਣਾਉਣਾ ਹੈ। ਸੋ ਫਿਰ ਉਹ ਲੱਗਦਾ ਕਿ ਜਿਹੜੇ ਮਿਲਟਰੀ ਕਮਾਂਡਰਸ ਦੀ ਰਿਪੋਰਟ ਹੈ ਉਹਨੂੰ ਸਿਰ ਮੱਥੇ ਲੈਣਗੇ, ਉਹਨੂੰ ਪ੍ਰਵਾਨ ਕਰਨਗੇ? ਨਹੀਂ ਲੱਗਦਾ, ਕਿਉਂਕਿ ਉਹਨਾਂ ਦੀ ਰਾਜਨੀਤੀ ਬੜੀ ਕੌੜੀ ਰਾਜਨੀਤੀ ਹੈ। ਵੈਸੇ ਜੇ ਇਲਾਕਾ ਆਇਆ ਉਹਨਾਂ ਕੋਲ ਹੁਣ ਤੱਕ 62 ਤੋਂ ਲੈ ਕੇ ਕਿੰਨੇ ਸਾਲ ਗੁਜ਼ਰ ਗਿਆ, ਕਿੰਨੀਆਂ ਸਰਕਾਰਾਂ ਆਈਆਂ, ਉਦੋਂ ਬਾਅਦ NDA ਸਰਕਾਰ ਜਿਹੜੀ ਇਸ ਵੇਲੇ ਮੌਜੂਦਾ ਸਰਕਾਰ ਹੈ, ਕੇਂਦਰ 'ਚ ਡਿਫੈਂਸ ਮਿਨਿਸਟਰ ਉਹਨਾਂ ਦੇ ਰਾਜਨਾਥ ਜੀ ਨੇ, ਉਹਨਾਂ ਨੇ ਵੀ ਕੋਈ ਇਹਦੇ 'ਤੇ ਕਾਨੂੰਨੀ ਕਾਰਵਾਈ ਜਾਂ ਉਹਦੇ 'ਤੇ ਅਮਰੀਕਾ ਨਾਲ, ਇਹਦੇ ਚਾਈਨਾ ਨਾਲ ਡਿਸਕਸ਼ਨ? ਔਰ ਜਦੋਂ ਕਿ ਅਮਰੀਕਾ ਇਹਨਾਂ ਦਾ ਪੱਖੀ ਹੈਗਾ, ਅਮਰੀਕਾ ਨਾਲ ਗੱਲਬਾਤ ਹੋ ਕੇ ਜਾਂ ਡਿਫੈਂਸ ਮਿਨਿਸਟਰ ਰਲ ਕੇ ਇਕੱਠੀ ਗੱਲ ਕਰ ਸਕਦੇ ਆ। ਪਰ ਵਿਦੇਸ਼ ਮੰਤਰੀ ਸਾਡੇ ਜੈ ਸ਼ੰਕਰ ਜੀ, ਉਹਨਾਂ ਨੇ ਵੀ ਕਦੀ ਇਹਦੇ 'ਤੇ ਨਹੀਂ ਗੱਲ ਕੀਤੀ, ਕਿਉਂਕਿ ਉਹਨਾਂ ਨੂੰ ਜਿੰਨੀ ਦੇਰ ਤੱਕ ਇੱਧਰੋਂ ਸੰਕੇਤ ਨਹੀਂ ਮਿਲੇਗਾ, ਪ੍ਰਾਈਮ ਮਿਨਿਸਟਰ ਤੋਂ ਸੰਕੇਤ ਨਹੀਂ ਮਿਲੇਗਾ, ਉਨੀ ਦੇਰ ਤੱਕ ਕੋਈ ਵੀ ਮੰਤਰੀ ਉੱਥੇ ਜਾ ਕੇ ਇਹ ਵਿਥਿਆ ਨਹੀਂ ਛੇੜ ਸਕਦਾ। ਔਰ ਜੇ ਗੱਲ ਕੀਤੀ, ਔਰ ਤੁਹਾਨੂੰ ਪਤਾ ਚਾਈਨਾ ਵੀ ਇੰਨਾ ਮਜ਼ਬੂਤ ਹੈਗਾ, ਉਹ ਵੀ ਸੌਖੇ ਹੱਥੀਂ ਜਾਂ ਪਿਆਰ ਨਾਲ ਨਹੀਂ ਦੇਊਗਾ। ਜੇ ਹੋਇਆ ਤੇ ਫਿਰ ਡਾਂਗਾਂ ਨਾਲ ਤੇ ਲੜਾਈ ਨਾਲ ਲਿਆ ਜਾਊਗਾ, ਜਿੱਦਾਂ ਗਲਵਾਨ ਦਾ ਕੁਝ ਏਰੀਆ ਲੈ ਲਿਆ ਨੇ, ਜੇ ਫੌਜੀ ਚੜ੍ਹਾਈ ਕਰਕੇ ਲੈ ਸਕਦੇ, ਆਪਣਾ ਏਰੀਆ ਮਰ ਲੈਣਗੇ, ਫਿਰ ਉੱਥੇ ਗੋਲੀਬਾਰੀ ਹੋਊਗੀ, ਮਰਨਗੇ ਲੋਕ। ਤਬਾਹੀ ਤਾਂ ਜ਼ਰੂਰੀ ਆ, ਤਬਾਹੀ ਤਾਂ ਹੋਣੀ ਹੈ। ਉਦੋਂ ਬਾਅਦ ਇਹਨਾਂ ਪੋਲੇ ਪੈਰੀ ਨਹੀਂ ਦੇਣਾ ਉਹ ਜਗ੍ਹਾ। ਔਰ ਇਹਦੇ 'ਤੇ ਐਕਸਪਰਟ ਨੇ, ਫੌਜੀ ਆਫੀਸਰ ਬੋਲਦੇ ਨੇ, ਕਿਉਂਕਿ ਜਦੋਂ ਜੱਟ ਜਾਂ ਕਿਸਾਨ ਜਦੋਂ ਆਪਣੀ ਜ਼ਮੀਨ ਨੂੰ ਵਾਹੁੰਦੇ ਆ, ਇੱਕ ਵੱਟ ਜੇ ਕੱਟੀ ਜਾਵੇ ਜਾਂ ਵੱਟ ਨੂੰ ਛਾਂਗ ਕੇ ਦੂਜੇ ਪਾਸੇ ਉਹ 'ਚ ਦੂਜੀ ਜ਼ਮੀਨ 'ਚ ਲੈ ਜਾਂਦਾ ਦੂਸਰਾ ਕਿਸਾਨ, ਤੇ ਉੱਥੇ ਗੋਲੀਆਂ ਚੱਲਦੀਆਂ, ਮਾਰੇ ਜਾਂਦੇ ਆ। ਇੱਕ ਵੀ ਜਿਹੜੀ ਜ਼ਮੀਨ ਆ, ਮਾਸਾ ਜਾਂ ਭੋਰਾ ਜਿਹਨੂੰ ਜ਼ਮੀਨ ਕਹਿੰਦੇ, ਉਹ ਵੀ ਜਾਣ ਨਹੀਂ ਦਿੰਦੇ। ਉਹ ਇਸ ਤਰ੍ਹਾਂ ਦੀ ਗੱਲ ਹੁੰਦੀ ਹੈ, ਕਿਉਂਕਿ ਉਹ ਉਹਨਾਂ ਦੀ ਆਪਣੀ ਜ਼ਮੀਨ ਹੈ। ਹੁਣ ਇਹ ਦੇਸ਼ ਦੀ ਜ਼ਮੀਨ ਹੈ, ਨਿੱਜੀ ਜ਼ਮੀਨ ਤਾਂ ਕਿਸੇ ਦੀ ਹੈ ਨਹੀਂ। ਪੂਰੇ ਦੇਸ਼ ਦੇ ਜੇ ਦੇਸ਼ ਭਗਤ ਲੋਕ ਨੇ, ਜਿਨ੍ਹਾਂ ਨੇ ਜਿਹੜੇ ਸਰਦਾਰ ਭਗਤ ਸਿੰਘ ਜੀ ਨੇ ਸੀਗੇ ਹੈ ਨਾ, ਉਹਨਾਂ ਨੇ, ਔਰ ਜਨਰਲ ਡਵਾਇਰ ਨੂੰ ਮਾਰ ਕੇ ਊਧਮ ਸਿੰਘ ਨੇ ਕਿੱਥੋਂ ਤੱਕ ਕੁਰਬਾਨੀਆਂ ਕਰਕੇ ਕੰਮ ਕੀਤਾ, ਔਰ ਆਪਣੀ ਕੁਰਬਾਨੀ ਦੇਤੀ, ਆਪਣੀ ਜਾਨ ਬਰਬਾਦ ਕਰਤੀ। ਹੁਣ ਇਸ ਇਲਾਕੇ ਨੂੰ ਲੈਣ ਲਈ ਕੋਈ ਉੱਠਦਾ ਹੀ ਨਹੀਂ। ਫਿਰ ਵੀ ਕੋਈ ਨਿੱਜੀ ਤੌਰ 'ਤੇ ਜਾਂ ਦੇਸ਼ ਭਗਤ ਉੱਠੂਗਾ ਜਾਂ ਕਰੂਗਾ, ਕਰ ਸਕਦਾ, ਪਰ ਯੂਨਿਟੀ ਜਿਹੜੀ ਸਰਕਾਰਾਂ ਜੇ ਰਾਜਨੀਤੀ ਹੈਗੀ ਹੈ, ਇਹ ਕਦੀ ਨਹੀਂ ਲੈਣਗੇ। ਇਹ ਆਪ ਡਰਦੇ ਮਾਰੇ ਨੇ, ਡਰਪੋਕ ਨੇ, ਮੰਨ ਲਿਆ ਜਾਵੇ ਤਾਂ ਉਹੀ ਹੈਗਾ। ਸੋ ਆਪਾਂ ਅੱਗੇ ਵਧੀਏ, ਕਿਉਂਕਿ ਇਹ ਮਸਲਾ ਕਾਫੀ ਉਲਝਿਆ ਹੋਇਆ ਹੈ। ਤੇ ਆਪਾਂ ਇੰਨੀ ਜਲਦੀ ਉਹਨੂੰ ਸੁਲਝਾ ਨਹੀਂ ਸਕਦੇ। ਪਰ ਇਹ ਰਾਹੁਲ ਗਾਂਧੀ ਨੇ ਫਿਰ ਦੁਬਾਰਾ ਇਹਦੇ 'ਤੇ ਜਿਹੜੀ ਹੈਗੀ ਨਾ ਉਹ ਕਰਤੀ ਧੂਆਂ ਬੱਤੀ। 60 ਸਾਲ ਤੋਂ ਚੱਲਦਾ ਪਿਆ ਮਸਲਾ, 60-62 ਸਾਲ। ਬਿਲਕੁਲ ਬਿਲਕੁਲ। ਸੋ ਭਾਰਤ ਦੇ ਵਿੱਚ ਅਗਲੇ 2 ਮਹੀਨਿਆਂ ਵਿੱਚ ਚਿਪ ਪਾਸਪੋਰਟ ਬਣਨਗੇ। ਇਹ ਇੱਕ ਨਵੀਂ ਨਿਊਜ਼ ਹੈ। ਹੁਣ ਚਿਪ ਪਾਸਪੋਰਟ ਚਾਹੀਦੇ ਨੇ ਸਾਡੇ ਇੰਡੀਅਨਸ ਨੂੰ, ਕਿਉਂਕਿ ਪੂਰੀ ਦੁਨੀਆ ਦੀ ਵਿਵਸਥਾ ਬਦਲ ਰਹੀ ਹੈ, ਸਭ ਕੁਝ ਡਿਜੀਟਲ ਹੋ ਰਿਹਾ, ਆਰਟੀਫਿਸ਼ੀਅਲ ਇੰਟੈਲੀਜੈਂਸ ਆ ਰਹੀ ਹੈ। ਉਹਦੇ ਮੁਤਾਬਿਕ ਫਿਰ ਪਾਸਪੋਰਟਸ ਦੇ ਅੰਦਰ ਚਿਪ ਲੱਗਣਾ ਔਰ ਸਭ ਕੁਝ ਚੇਂਜ ਹੋਣਾ ਚਾਹੀਦਾ। ਕਈ ਲੋਕ ਇਹਦੀ ਡਾਰਕ ਸਾਈਡ ਵੀ ਦੇਖਦੇ ਨੇ। ਕਈ ਲੋਕ ਕਹਿੰਦੇ ਨੇ ਕਿ ਬਹੁਤ ਵਧੀਆ ਹੋ ਰਿਹਾ ਹੈ, ਕਈ ਲੋਕ ਕਹਿੰਦੇ ਕਿ ਇਹ ਦੁਨੀਆ ਦੇ ਜੋ ਵੱਡੇ ਵੱਡੇ ਮੁਲਕ ਨੇ ਸਾਡੇ ਉੱਤੇ ਨਿਗਰਾਨੀ ਰੱਖਣ ਵਾਸਤੇ, ਹਰ ਬੰਦੇ ਦੇ ਉੱਤੇ ਪਰਸਨਲੀ ਨਜ਼ਰ ਰੱਖਣ ਵਾਸਤੇ ਇਹ ਚਿਪ ਹੋ ਗਈ, ਇਹ ਸਭ ਚੀਜ਼ਾਂ ਇਸਤੇਮਾਲ ਕਰਦੇ ਨੇ। ਇਹ ਡਾਰਕ ਸਾਈਡ ਦੇਖਦੇ ਨੇ ਇਹਦੀ। ਇਹ ਮਸਲਾ ਜਿਹੜਾ ਹੈਗਾ, ਕਿਉਂਕਿ ਕੰਪਿਊਟਰ ਦਾ ਯੁੱਗ ਹੋ ਗਿਆ, ਕੰਪਿਊਟਰਾਈਜ਼ ਹੋ ਗਿਆ, ਜਦੋਂ ਕਿ ਮੀਟਰ ਜਿਹੜੇ ਹੈਗੇ ਆ ਉਹ ਵੀ ਚਿਪ ਵਾਲੇ ਆ ਰਹੇ ਆ, ਜਿਹਦਾ ਕਿਸਾਨਾਂ ਨੇ ਵੈਸੇ ਵਿਰੋਧ ਕੀਤਾ, ਖੇਤ ਮਜ਼ਦੂਰਾਂ ਨੇ ਵਿਰੋਧ ਕੀਤਾ, ਪਿੰਡਾਂ 'ਚ ਨਹੀਂ ਲਾਉਣ ਦਿੱਤੇ। ਹੋਰ ਕੰਪਨੀ ਵੱਲੋਂ ਆਰਡਰ ਹੋ ਕੇ ਮੀਟਰ ਬਣ ਗਏ ਸੀਗੇ ਔਰ ਲਾਏ ਜਾ ਰਹੇ ਆ।
ਔਰ ਜਿਹੜੇ 3 ਫੇਜ਼ ਦੇ ਉੱਥੇ ਤਾਂ ਲਾਤੇ ਉਹਨਾਂ ਨੇ, ਜਿਹਦੇ ਵਿੱਚ ਚਿਪ ਦਾ ਮਤਲਬ ਹੁੰਦਾ ਕਿ ਜਦੋਂ ਆ ਰਿਹਾ ਉਹਦੇ ਵਿੱਚ ਤੁਹਾਡੇ ਮੋਬਾਈਲ ਨਾਲ ਲਿੰਕ ਹੋ ਗਿਆ ਤਾਂ ਤੁਹਾਡੇ ਕੋਲ ਉਹਦੇ ਵਿੱਚ ਸਾਰਾ ਕੁਝ ਆਊਗਾ। ਔਰ ਇਹ ਪਾਸਪੋਰਟ ਜਿਹੜੇ ਬਣਾ ਰਹੇ ਆ ਦੇ ਇਹਦੇ 'ਚ ਪੁਰਾਣੇ ਪਾਸਪੋਰਟ ਜਿਹੜੇ ਹੈਗੇ ਉਹਨਾਂ ਨੂੰ ਕੈਂਸਲ ਕਰਕੇ ਨਵੇਂ ਬਣਾਏ ਜਾਣਗੇ, ਪਰ ਨਵੇਂ ਜਿਹੜੇ ਬਣਨਗੇ ਜਿਹਨਾਂ ਦੀ ਐਪਲੀਕੇਸ਼ਨ ਉਹ ਬਣਨਗੇ ਚਿਪ ਵਾਲੇ। ਔਰ ਇਹਦੇ ਵਿੱਚ 140 ਦੇਸ਼ਾਂ ਦਾ ਜਿਹੜਾ ਵੀਜ਼ਾ ਹੈਗਾ ਔਨ ਅਰਾਈਵਲ ਹੀ ਦਿੱਤਾ ਜਾ ਸਕਦਾ ਤੁਹਾਨੂੰ, ਜਦੋਂ ਤੁਸੀਂ ਬਣ ਗਏ ਔਰ ਤੁਸੀਂ ਉੱਥੇ ਪਹੁੰਚ ਗਏ ਤੁਹਾਨੂੰ ਔਨ ਅਰਾਈਵਲ ਦੇ ਦੇਣਗੇ 140 ਦੇਸ਼ਾਂ ਦੇ, ਜਦੋਂ ਕਿ 198 ਦੇਸ਼ ਆ ਪੂਰੇ ਵਰਲਡ ਦੇ, ਔਰ ਇਹਦੇ ਵਿੱਚੋਂ ਅੱਧੇ ਤੋਂ ਜ਼ਿਆਦਾ ਦੇਸ਼ ਤਾਂ ਤੁਹਾਨੂੰ ਆਪਣੇ ਉਸੇ ਤਰੀਕੇ ਨਾਲ ਮਿਲੂਗਾ। ਪਰ ਇਹ ਸਭ ਤੋਂ ਪਹਿਲਾਂ ਜਿਹੜਾ ਹੈਗਾ ਇਹ ਆਪਣੇ ਬਣ ਚੁੱਕੇ ਸੀਗੇ, ਪਹਿਲਾਂ ਬਣੇ ਆ VVIP, ਜਿਹੜੇ VVIP ਆਫੀਸਰ ਸੀ ਉਹਨਾਂ ਦੇ 2008 ਤੋਂ ਬਣੇ ਆ, ਔਰ ਉਹ 'ਚ ਕੋਈ 15,000 ਦੇ ਕਰੀਬ ਬਣ ਗਏ ਆ। ਔਰ ਹੁਣ ਜਿਹੜੇ ਬਣਾ ਰਹੇ ਆ ਇਹਦੇ ਵਿੱਚ ਸਾਰੇ ਦਾ ਸਾਰਾ ਜਿਹੜਾ ਹੈਗਾ ਪਹਿਲਾ ਔਰ ਦੂਜਾ ਪੇਜ ਇਹ ਜਿਹੜੇ ਹੈਗੇ ਉਹਦੇ 'ਤੇ ਹੋਣਗੇ, ਔਰ ਤੁਹਾਡੇ ਫਿੰਗਰਪ੍ਰਿੰਟ ਨਾਲ ਹੋਣਗੇ, ਔਰ ਉਹਦੇ 'ਤੇ ਤੁਹਾਡਾ ਡੇਟ ਆਫ ਬਰਥ ਸਾਰਾ ਕੁਝ ਉਹਦੇ ਨਾਲ ਹੀ ਹੋਊਗਾ। ਔਰ ਇਹ ਬਹੁਤ ਛੋਟੀ ਜਿਹੀ ਬੁੱਕਲੈਟ ਹੋਊਗੀ ਜਿਹਦੇ 'ਚ ਜਿਸ ਤਰ੍ਹਾਂ ਸਾਡੇ ਕੋਲ ਆਪਣੇ RC ਬਣਾਉਣੇ ਗੱਡੀਆਂ ਦੇ 'ਤੇ ਛੋਟੇ ਛੋਟੇ ਜਿਹੇ ਸਾਨੂੰ ਦੇ ਦਿੰਦੇ, ਉਹ ਚਿਪ ਵਾਲੇ ਹੁੰਦੇ ਉਹਦੇ 'ਚ, ਜਿਹਦੇ 'ਚ ਤੁਹਾਡਾ ਸਾਰੇ ਪਰਿਵਾਰ ਦਾ, ਫੈਮਿਲੀ ਦਾ, ਤੁਹਾਡਾ ਲਾਈਫ ਦਾ ਸਾਰਾ ਉਹਦੇ ਵਿੱਚ ਇੱਕ ਡਿਟੇਲ ਹੋਊਗੀ। ਔਰ ਉਹ ਡਿਟੇਲ ਦੇ ਵਿੱਚ ਤੁਸੀਂ ਜਦੋਂ ਅਪਲਾਈ ਕਰੋਗੇ ਜਾਂ ਕਰਦੇ ਜੇ ਜਾਂ ਜਦੋਂ ਤੁਸੀਂ ਇਮੀਗ੍ਰੇਸ਼ਨ ਦੇ ਲਈ ਅਪਲਾਈ ਕਰਦੇ ਜੇ, ਵੀਜ਼ੇ ਲਈ ਕਰਦੇ ਜੇ, ਤੇ 1 ਸੈਕਿੰਡ ਵਿੱਚ ਹੀ ਤੁਹਾਡਾ ਸਾਰੇ ਦਾ ਸਾਰਾ ਡਾਟਾ ਉੱਥੇ ਆ ਜਾਊਗਾ। ਔਰ ਦੂਜੀ ਗੱਲ ਇਹ 'ਤੇ ਜਿਹੜੀ ਹੇਰਾਫੇਰੀ ਹੋ ਰਹੀ ਸੀ, ਜਿਹੜੇ ਪਾਸਪੋਰਟ 2-2 3-3 ਬਣਾ ਰਹੇ ਸੀ ਲੋਕ, ਗਲਤ ਇਨਫੋਰਮੇਸ਼ਨ ਦਿੰਦੇ ਸੀ, ਉਹ ਨਹੀਂ ਹੋਊਗਾ। ਤੁਹਾਡਾ ਸਟੇਟਸ ਇਮੀਡੀਏਟ ਹੀ ਉਹਦੇ ਸਾਹਮਣੇ ਆ ਜਾਊਗਾ ਕਿ ਇਹ ਬੰਦਾ ਕੌਣ ਆ, ਇਹ ਕਿੱਥੇ ਰਹਿੰਦਾ, ਇਹਦਾ ਪਿਛਲਾ ਹਿਸਟਰੀ ਕੀ ਆ, ਇਹਦੀ ਜਿਹੜੀ ਸਾਰੀ ਪੁਲਿਸ ਰਿਪੋਰਟ ਓਕੇ ਆ। ਹੁਣ ਇਹਦੇ 'ਚ ਪੁਲਿਸ ਰਿਪੋਰਟ ਵੀ ਨਹੀਂ ਹੋਊਗੀ ਕਿਉਂਕਿ ਤੁਹਾਡਾ ਸਾਰਾ ਉਹਨਾਂ ਦੇ ਸਾਹਮਣੇ ਆ ਜਾਣਾ, ਇਮੀਗ੍ਰੇਸ਼ਨ ਆਫੀਸਰ ਜਿਹੜੇ ਉਹਨਾਂ ਦੇ ਸਾਹਮਣੇ ਆ ਜਾਣਾ, ਐਮਬੈਸੀ ਦੇ ਸਾਹਮਣੇ ਆ ਜਾਣਾ। ਪਹਿਲੋਂ ਜਿਹੜਾ ਪਾਸਪੋਰਟ ਬਣਾਉਂਦਾ ਸੀ ਪੁਲਿਸ ਰਿਪੋਰਟ ਹੁੰਦੀ ਸੀ, ਉਹਦੀ ਪੁਲਿਸ ਸਾਡੀ ਕਲੀਅਰੈਂਸ ਦਿੰਦੀ ਸੀ, ਤਦ ਜਾ ਕੇ ਪਾਸਪੋਰਟ ਬਣਦਾ ਹੈ। ਔਰ ਪੁਲਿਸ ਵਾਲੇ ਵੀ ਉਹਦੇ 'ਚ ਬਹੁਤ ਲੋਕਾਂ ਨੂੰ ਜਿਹੜਾ ਆਵਾਜ਼ਾਰ ਕਰਦੇ ਸੀ, ਪੈਸੇ ਵੀ ਲੈਂਦੇ ਸੀਗੇ, ਔਰ ਉਹਨਾਂ ਨੂੰ ਡਿਲੇ ਵੀ ਕਰਦੇ ਸੀ, ਬੜਾ ਕੁਝ ਸੀਗਾ। ਹੁਣ ਕੁਇਕਨੈਸ ਆ ਗਈ ਇਹਦੇ 'ਚ, ਬਹੁਤ ਜਲਦੀ ਜਲਦੀ ਬਣੂਗਾ, ਸਾਰਾ ਕੁਝ ਹੈਗਾ। ਔਰ ਜਿਹੜੇ ਇਹਦੇ ਵਿੱਚ ਬਾਕੀ ਕੁਝ ਦੇਸ਼ ਆ, ਕੁਝ ਦੇਸ਼ਾਂ ਨੇ ਤਾਂ ਪਹਿਲਾਂ ਸ਼ੁਰੂ ਕਰ ਦਿੱਤਾ ਸੀਗਾ, ਔਰ ਜਿਸ 'ਚ ਬੰਗਲਾਦੇਸ਼ ਵੀ ਹੈਗਾ ਉਹਨਾਂ ਨੂੰ ਵੀ ਪਹਿਲਾਂ ਬਣਾ ਦਿੱਤਾ 1998 ਤੋਂ ਪਹਿਲਾਂ ਦਾ। ਜਿਹੜੇ ਕੁਝ ਜਿਹੜੇ ਅਨਡਿਵੈਲਪ ਕੰਟਰੀ ਨੇ ਉਹਨਾਂ ਨੇ ਵੀ ਬਣਾ ਰੱਖੇ ਸਾਰਾ ਕੁਝ, ਪਰ ਭਾਰਤ ਨੇ ਬਹੁਤ ਵਧੀਆ ਡਿਸੀਜਨ ਲਿਆ ਕਿ ਹੁਣ ਇਹ ਜਿਹੜੇ ਚਿਪ ਵਾਲੇ ਜਿਹੜੇ ਪਾਸਪੋਰਟ ਬਣ ਰਹੇ ਆ, ਔਰ ਇਹਦੇ ਵਿੱਚ ਜਿਹੜਾ ਤੁਹਾਨੂੰ ਵੀਜ਼ਾ ਅਪਲਾਈ ਕਰਨਾ ਬਹੁਤ ਜਲਦੀ ਹੋ ਜਾਊਗਾ। ਤੁਹਾਡਾ 4-5 ਦਿਨਾਂ ਦੇ ਵਿੱਚ ਵਿੱਚ ਹੀ ਤੁਹਾਡਾ ਵੀਜ਼ਾ ਲੱਗ ਕੇ ਆ ਜਾ ਕਰਨਾ, ਔਰ ਤੁਹਾਨੂੰ ਜੋ ਜਿਹਦੇ ਵਿੱਚ 1 ਸਾਲ ਦਾ ਇਮੀਗ੍ਰੇਸ਼ਨ ਲੈ ਲਈ, ਜਿਹਦੇ ਵਿੱਚ ਤੁਹਾਡੀ ਐਂਟਰੀ ਕਿੰਨੀ ਦੇਰ ਦੀ ਉਹ ਵਿੱਚ ਲਿਖਿਆ ਹੋਊਗਾ ਕਿ ਤੁਸੀਂ ਉਹਦੇ ਵਿੱਚ 6 ਮਹੀਨੇ ਐਂਟਰ ਰਹਿ ਸਕਦੇ ਜੇ। ਔਰ ਉਦੋਂ ਬਾਅਦ ਤੁਹਾਨੂੰ ਜੇ ਪਹਿਲਾਂ ਤੁਸੀਂ ਨਹੀਂ ਆਏ, ਜੇ ਤੁਸੀਂ ਫਿਕਸ ਡੇਟ 'ਤੇ ਨਹੀਂ ਆਏ ਤਾਂ ਤੁਹਾਨੂੰ ਡਿਪੋਰਟੇਸ਼ਨ ਦਿੱਤੀ ਜਾਊਗੀ, ਤੁਹਾਨੂੰ ਉਸੇ ਵੇਲੇ ਉੱਥੋਂ ਕੱਢਿਆ ਜਾਊਗਾ ਉਸ ਤਰੀਕੇ ਨਾਲ। ਇਹ ਇੰਸਟਰਕਸ਼ਨਾਂ ਹੋਣਗੀਆਂ, ਔਰ ਇਹਦੇ 'ਚ ਸਾਰਾ ਜਿਹੜਾ ਹੈਗਾ ਤੁਹਾਨੂੰ ਔਨਲਾਈਨ ਸਾਰਾ ਕੁਝ ਪਤਾ ਲੱਗ ਜੂਗਾ। ਇਹਦੇ ਵਿੱਚ ਹੁਣ ਥੋੜ੍ਹੀ ਪ੍ਰੋਬਲਮ ਆਉਣੀ, ਜਿਹੜੇ ਟਰੈਵਲ ਏਜੰਟ ਨੇ ਉਹਨਾਂ ਦਾ ਜਿਹੜਾ ਹੈਗਾ ਫਾਤਿਆ ਪੜਿਆ ਜਾਣਾ, ਉਹ ਘੱਟ ਕੰਮ ਕਰਨਗੇ। ਹੁਣ ਤੁਸੀਂ ਔਨਲਾਈਨ ਅਪਲਾਈ ਕਰ ਸਕਦੇ ਜੀ, ਜੋ ਕਾਗਜ਼ ਮੰਗਦੇ ਆ। ਇਹ ਅਸਲ ਵਿੱਚ ਇਹ ਨਵੀਂ ਪੀੜ੍ਹੀ ਦਾ ਜਿਹੜਾ ਹੈਗਾ ਇਹ ਨਵਾਂ ਰੂਲ ਜਾਂ ਆ ਗਿਆ। ਨਵੀਂ ਪੀੜ੍ਹੀ ਦੇ ਲੋਕ ਜਿਹੜੇ ਬੱਚੇ ਨੇ ਉਹ ਕੰਪਿਊਟਰ 'ਤੇ ਬੈਠੇ ਨੇ ਤਾਂ ਉਹਨਾਂ ਨੂੰ ਪਤਾ ਸਾਰਾ ਕੁਝ। ਜਿਹੜੇ ਬਜ਼ੁਰਗ ਲੋਕ ਨੇ, ਪੁਰਾਣੇ ਲੋਕ, ਉਹਨਾਂ ਨੂੰ ਇਸ ਗੱਲ ਬਾਰੇ ਇੰਨਾ ਨੌਲੇਜ ਨਹੀਂ ਜਿੰਨਾ ਬੱਚਿਆਂ ਨੂੰ ਪਤਾ ਹੈਗਾ। ਉਹ ਔਨਲਾਈਨ ਕਰਨਗੇ, ਔਨਲਾਈਨ ਹੀ ਵੀਜ਼ਾ ਲੈਣਗੇ, ਔਨਲਾਈਨ ਹੀ ਪਾਸਪੋਰਟ ਅਪਲਾਈ ਕਰਨਗੇ, ਸਾਰਾ ਕੁਝ ਉਹ ਕੰਪਿਊਟਰ 'ਤੇ ਆ ਜਾਊਗਾ। ਔਰ ਇਹ ਬੜੀ ਵਧੀਆ ਗੱਲ ਆ ਗਈ ਹੈ ਕਿਉਂਕਿ ਨਵੀਂ ਜਨਰੇਸ਼ਨ ਲਈ, ਪੁਰਾਣੇ ਲੋਕਾਂ ਲਈ ਤਾਂ ਇਹ ਪ੍ਰੋਬਲਮ ਆ ਗਈ ਹੈ, ਸਮੱਸਿਆ ਆ ਗਈ ਕਿ ਉਹਨਾਂ ਨੂੰ ਨਵੇਂ ਤੌਰ 'ਤੇ ਪਾਸਪੋਰਟ ਫਿਰ ਬਣਾਉਣੇ ਪੈਣਗੇ। ਜਿਹੜੇ ਪੁਰਾਣੇ ਪਾਸਪੋਰਟ ਪਏ ਉਹਨਾਂ ਕੋਲ, ਉਹਨਾਂ ਨੂੰ ਫਿਰ ਇਸੇ ਜਿਹੜੇ ਬੰਤਰ 'ਚ ਲਿਆਉਣਾ ਪਊਗਾ, ਇਸੇ ਸਿਸਟਮ 'ਚ ਲਿਆਉਣਾ ਪਊਗਾ। ਪਰ ਇੰਡੀਆ ਇਹਦਾ ਮਤਲਬ ਹੈਗਾ ਕਿ ਡਿਵੈਲਪਿੰਗ ਵੱਲ ਬਹੁਤ ਅੱਗੇ ਨਿਕਲ ਗਿਆ, ਬਹੁਤ ਕੰਮ ਇਹਦੇ ਹੋ ਰਹੇ ਆ ਔਨਲਾਈਨ, ਔਰ ਨਵੇਂ ਮਾਡਰਨ ਟੈਕਨੋਲੋਜੀ ਨਾਲ ਇਹ ਮੇਲ ਖਾ ਰਿਹਾ। ਨਹੀਂ, ਬਿਲਕੁਲ ਠੀਕ ਹੈ ਕਿਉਂਕਿ ਸਮੇਂ ਦੇ ਨਾਲ ਤੁਰਨਾ ਹੀ ਪੈਣਾ, ਸਮੇਂ ਦੇ ਨਾਲ ਚੱਲਣਾ ਹੀ ਪੈਣਾ, ਤਾਂ ਹੀ ਗਤੀ ਆ। ਔਰ ਜੇ ਚਿਪ ਪਾਸਪੋਰਟ ਜ਼ਰੂਰੀ ਨੇ ਤਾਂ ਚਿਪ ਪਾਸਪੋਰਟ ਜ਼ਰੂਰ ਅਪਣਾਉਣੇ ਚਾਹੀਦੇ ਨੇ। ਜਿਸ ਤਰ੍ਹਾਂ ਲੋਕ ਤਾਂ ਜਹਾਜ਼ਾਂ 'ਤੇ ਚੜ੍ਹ ਰਹੇ ਤੇ ਅਸੀਂ ਪੁਰਾਣੇ ਗੱਡਿਆਂ 'ਤੇ ਨਹੀਂ ਚੜਾਂਗੇ ਜਾਂ ਟਾਂਗਿਆਂ 'ਤੇ ਨਹੀਂ ਚੜਾਂਗੇ, ਚੀਜ਼ਾਂ ਬਦਲ ਗਈਆਂ। ਸਾਈਕਲਾਂ 'ਤੇ ਨਹੀਂ ਰਵਾਂਗੇ, ਸਕੂਟਰ ਮੋਟਰਸਾਈਕਲਾਂ 'ਤੇ ਰਵਾਂਗੇ। ਜਿਹੜੀ ਮੈਂ ਪਹਿਲਾਂ ਸ਼ੁਰੂਆਤ 'ਚ ਗੱਲ ਕਹੀ ਕਿ ਕਈ ਡਾਰਕ ਸਾਈਡ ਵੀ ਦੇਖਦੇ ਨੇ, ਚਲੋ ਉਹਨਾਂ ਦਾ ਆਪਣਾ ਨਜ਼ਰੀਆ ਹੈ, ਹਰ ਚੀਜ਼ ਦੇ ਦੋ ਪਹਿਲੂ ਹੁੰਦੇ ਨੇ। ਉਹਨੇ ਡਾਰਕ ਸਾਈਡ ਜਦੋਂ ਤੱਕ ਸਾਹਮਣੇ ਨਾ ਆਵੇ ਉਦੋਂ ਤੱਕ ਅਸੀਂ ਕੁਝ ਕਹਿ ਨਹੀਂ ਸਕਦੇ। ਕਹਿਣ ਵਾਲੇ ਤਾਂ ਬਹੁਤ ਕੁਝ ਕਹਿੰਦੇ ਨੇ, ਪਰ ਅਸੀਂ ਪੋਜ਼ਿਟਿਵ ਸਾਈਡ ਹੀ ਦੇਖੀਏ ਕਿ ਟੈਕਨੋਲੋਜੀ ਦੇ ਨਾਲ ਅਸੀਂ ਡਿਵੈਲਪ ਕਰਦੇ ਪਏ ਹਾਂ। ਔਰ ਅਗਲੀ ਪੋਜ਼ਿਟਿਵ ਸਾਈਡ ਹੋਣੀ ਚਾਹੀਦੀ ਆ ਕਿ ਦੇਸ਼ ਦੀਆਂ, ਭਾਰਤ ਦੀ ਗੱਲ ਕਰਦੇ ਪਏ ਆਪਾਂ ਹੁਣ, ਕਿ ਭਾਰਤ ਦੀਆਂ ਜਿਹੜੀਆਂ ਦੇਸ਼ ਦੀਆਂ ਅਦਾਲਤਾਂ ਨੇ ਉਹਨਾਂ ਵਿੱਚ ਬਜ਼ੁਰਗਾਂ ਦੇ ਕਰੀਬ 27 ਲੱਖ ਕੇਸ ਪੈਂਡਿੰਗ। ਉਹਨਾਂ ਨੂੰ ਨਿਆਂ ਨਹੀਂ ਮਿਲਦਾ ਪਿਆ, ਇੰਨੀ ਦੇਰੀ। ਬਜ਼ੁਰਗ ਨੇ, ਉਹਨਾਂ ਦੀ ਆਯੂ ਕਿੰਨੀ ਹੈ ਇਹ ਵੀ ਨਹੀਂ ਕਹਿ ਸਕਦੇ। ਜੇ ਉਹ ਕੇਸ ਪੈਂਡਿੰਗ ਰਿਹਾ ਔਰ
ਪਰਮਾਤਮਾ ਦੇ ਘਰੋਂ ਸੱਦਾ ਆ ਜਾਂਦਾ ਹੈ ਆਹ ਤਾਂ ਦੱਸੋ ਕੇਸ ਦਾ ਕੀ ਬਣਨਾ ਹੈ। ਹਾਂ ਸੋ ਇਹ ਕੇਸਿਸ ਮਤਲਬ ਸਾਡੀ ਅਦਾਲਤਾਂ ਦੇ ਵਿੱਚ ਭੀੜ ਬਹੁਤ ਹੈ, ਜੱਜਿਸ ਦੀ ਗਿਣਤੀ ਘੱਟ ਹੈ, ਅਸੀਂ ਸਾਰੇ ਜਾਣਦੇ ਹਾਂ ਔਰ ਕੇਸ ਜ਼ਿਆਦਾ ਪੈਂਡਿੰਗ ਨੇ ਔਰ ਕਈ ਫੇਕ ਕੇਸ ਅਨਨੈਸੈਸਰੀ ਕੇਸ ਐਵੇਂ ਇੱਕ ਦੂਜੇ ਨੂੰ ਹਰਾਸ ਕਰਨ ਵਾਸਤੇ ਕੇਸ ਕੀਤੇ ਗਏ ਨੇ। ਔਰ ਜੇ ਇਹ ਕੱਢਣ ਬਹਿ ਜਾਓ ਤਾਂ ਜੋ ਐਕਸਪਰਟਸ ਮੰਨਦੇ ਨੇ ਕਿ 40 ਤੋਂ 50% ਕੇਸ ਐਸੇ ਨਿਕਲਣਗੇ ਜਿਨ੍ਹਾਂ ਦੇ ਵਿੱਚ ਕੋਈ ਦਮ ਨਹੀਂ, ਜੋ ਕੇਸ ਬਣਦੇ ਹੀ ਨਹੀਂ ਪਰ ਉਹ ਬਣਾਏ ਗਏ ਨੇ। ਅੱਧੀ ਤੋਂ ਜ਼ਿਆਦਾ ਗਿਣਤੀ ਖਤਮ ਹੋ ਜਾਏਗੀ ਫੇਕ ਕੇਸਿਸ ਨੂੰ ਜੇ ਹਟਾ ਦਿੱਤਾ ਜਾਵੇ। ਫੇਕ ਇਸ ਤਰ੍ਹਾਂ ਕਿ ਇੱਕ ਪਾਰਟੀ ਦੂਜੀ ਪਾਰਟੀ ਨੂੰ ਤੰਗ ਕਰਨ ਵਾਸਤੇ ਐਵੇਂ ਕੇਸ ਪਾ ਦਿੰਦੀ। ਬੜੇ ਕੇਸ ਹਾਂ। ਇਹਨਾਂ ਕੇਸਾਂ ਦੀ ਜੇ ਗੱਲ ਕਰੀਏ ਤਾਂ ਇਹਨਾਂ ਨੇ ਜਿਹੜਾ ਡਾਟਾ ਲਿਆ, ਜੁਡੀਸ਼ਰੀ ਦੀ ਇੱਕ ਰਿਪੋਰਟ ਹੈਗੀ, ਉਹਦੇ ਵਿੱਚ ਇਹਨਾਂ ਨੇ ਡਾਟਾ ਲੈ ਕੇ ਕਲੈਕਟ ਕਰਕੇ ਕੀਤਾ ਕਿ ਹਿੰਦੁਸਤਾਨ ਵਿੱਚ ਜਿਹੜੇ ਬਜ਼ੁਰਗ ਨੇ ਅਬਾਵ 60 ਜਿਨ੍ਹਾਂ ਨੂੰ ਸੀਨੀਅਰ ਸਿਟੀਜ਼ਨ ਕਿਹਾ ਜਾਂਦਾ, ਉਹ ਵਿਚਾਰੇ ਨਾਗਰਿਕ ਜਿਹੜੇ ਨੇ ਉਹ ਆਪਣੇ ਇਸ ਜਿਹੜੀ ਨੁਕਸਾਨ ਆ ਇਹਦੇ ਤੋਂ ਜਿਹੜਾ ਬੜਾ ਜਿਹੜੇ ਆ ਨਾ ਪਰੇਸ਼ਾਨ ਨੇ। ਉਹ ਇਸ ਕਰਕੇ ਪਰੇਸ਼ਾਨ ਹੈ ਕਿ ਉਹਨਾਂ ਦੀ ਪੈਨਸ਼ਨ ਦੇ ਕਾਗਜ਼ ਜਿਹੜੇ ਉਹ ਪੂਰੇ ਨਹੀਂ ਹੋ ਰਹੇ, ਕੋਈ ਜਾਇਦਾਦ ਦੇ ਮਸਲੇ ਆ ਉਹ ਨਹੀਂ ਹੋ ਰਹੇ ਪੂਰੇ, ਕੋਈ ਕਿਰਾਏਦਾਰ ਨੇ ਕੋਈ ਕੇਸ ਕੀਤਾ ਹੋਵੇ ਉਹ ਨਹੀਂ ਪੂਰਾ ਹੋ ਰਿਹਾ, ਕਿਤੇ ਉਹਨਾਂ ਦੀ ਜ਼ਮੀਨ ਜਿਹੜੀ ਆ ਕੋਈ ਹੋਰ ਇੱਥੇ ਆ ਗਿਆ ਉਹਦੀ ਗਰਦਾਰੀ ਆ, ਉਹਨਾਂ ਨੇ ਕੇਸ ਦਾਇਰ ਕੀਤਾ। ਇਹਨਾਂ ਨੂੰ ਉਹਨਾਂ ਦੀ ਉਮਰ ਦੇ ਲਿਹਾਜ਼ ਨਾਲ ਪ੍ਰਾਇਓਰਿਟੀ ਜਾਂ ਪਹਿਲ ਕਦਮੀ ਨਹੀਂ ਦਿੱਤੀ ਜਾ ਰਹੀ। ਬਜ਼ੁਰਗ ਲੋਕ ਨੇ, ਜਿਸ ਤਰ੍ਹਾਂ ਤੁਸੀਂ ਕਿਹਾ ਕਿ ਉਹ ਕਿਸੇ ਵੇਲੇ ਵੀ ਇਸ ਦੁਨੀਆ ਨੂੰ ਛੱਡ ਸਕਦੇ ਕਿਉਂਕਿ ਉਹ ਆਖਰੀ ਉਮਰ 'ਚ ਗੁਜ਼ਰ ਰਹੇ ਆ। ਈਵਨਿੰਗ ਇਨ ਦ ਈਵਨਿੰਗ ਆਫ देयर ਲਾਈਫ। ਇਹਨਾਂ ਨੂੰ ਕਹਿੰਦੇ ਸੀ ਵੀ ਇਹ ਜਿਹੜਾ ਨਾ ਇਹ ਜਿਹੜਾ ਹੈਗਾ ਦਰਿਆ ਦੇ ਕੰਢੇ ਤੇ ਰੁੱਖੜਾ ਹੁੰਦਾ ਬਜ਼ੁਰਗ, ਕਿਸੇ ਵੇਲੇ ਵੀ ਉਹਦਾ ਵਹਿਣ ਆ ਗਿਆ ਤੇ ਢਹਿ ਕੇ ਦਰਿਆ 'ਚ ਡਿੱਗ ਸਕਦਾ, ਇਹ ਉਮਰ ਦਾ ਤਕਾਜ਼ਾ ਹੁੰਦਾ। ਔਰ ਇਸ ਉਮਰ ਦੇ ਲਈ ਜਿਹੜੀ ਹੈ ਜੁਡੀਸ਼ਰੀ ਉਹਨਾਂ ਨੇ ਕੋਈ ਇਹਨਾਂ ਨੂੰ ਪ੍ਰਾਇੋਰਟੀ ਨਹੀਂ ਦਿੱਤੀ। ਤੁਹਾਡੀ ਗੱਲ ਤਾਂ ਉਹੀ ਹੈ ਕਿ ਜੇ ਇਹਦੇ ਵਿੱਚ ਇੱਕ ਤਾਂ ਇਹਨਾਂ ਦੀ ਨਫਰੀ ਘੱਟ ਗਈ ਜੁਡੀਸ਼ਰੀ ਦੀ, ਜੱਜਸ ਜਿਹੜੇ ਨੇ ਜਾਂ ਜਿਹੜੇ ਉੱਥੇ ਸੈਕਟਰੀ ਕੰਮ ਕਰ ਰਹੇ ਆ ਜਾਂ ਉਹਦੇ 'ਤੇ ਜੋ ਜੁਡੀਸ਼ਰੀ 'ਚ ਹੁਕਮ ਕਰਨਾ ਜਿਨ੍ਹਾਂ ਨੇ ਜੂਰੀ ਹੈ ਉਹ 'ਚ ਲੋਕ ਬਹੁਤ ਘੱਟ ਨੇ। ਔਰ ਇਹਨਾਂ ਨੇ ਇਹ ਨਹੀਂ ਕਿਹਾ ਕਿ ਜੇ ਬਜ਼ੁਰਗ ਹੈਗੇ ਇਹਨਾਂ ਨੂੰ ਪਹਿਲੋਂ ਦੇ ਦਈਏ ਕਿਉਂਕਿ ਵਿਚਾਰੇ ਬਜ਼ੁਰਗ ਹੈ, ਇਹਨਾਂ ਨੂੰ ਰੋਜ਼ ਆਉਣਾ ਜਾਣਾ ਵੀ ਬੜਾ ਔਖਾ, ਵਿਚਾਰੇ ਮੋਟਰਾਂ ਬੱਸਾਂ 'ਤੇ ਟਾਂਗਿਆਂ 'ਤੇ ਕਿਸ ਤਰ੍ਹਾਂ ਪਹੁੰਚਦੇ, ਉੱਥੇ ਗੱਡੀ ਵੀ ਨਹੀਂ ਡਰਾਈਵ ਕਰ ਸਕਦੇ ਬਜ਼ੁਰਗ ਉਸ ਉਮਰ ਦੇ ਵਿੱਚ। ਫਿਰ ਨਿਗਾਹ ਘੱਟ ਜਾਂਦੀ ਹੈ, ਸੁਣਦਾ ਵੀ ਘੱਟ ਹੈਗਾ ਹੈ ਨਾ। ਔਰ ਉਹਦੇ 'ਚ ਜੇ ਹੁੰਦਾ ਤਾਂ ਲੋਕਾਂ ਦੀ ਪਹਿਚਾਣ ਵੀ ਭੁੱਲ ਜਾਂਦੀ ਹੈ, ਮੈਮਰੀ ਵਿੱਚ ਵੀ ਘੱਟ ਜਾਂਦੀ ਹੈ। ਮੈਮਰੀ ਜਿਹੜੀ ਹੈ ਕੁਛ ਉਮਰ ਤੱਕ ਆ ਕੇ ਘੱਟ ਜਾਂਦੀ ਹੈ, ਅਬਵ 60 ਆ ਕੇ 60 ਤੋਂ ਬਾਅਦ। ਔਰ ਇਹ ਸਾਰੇ 27 ਲੱਖ ਦੇ ਕਰੀਬ ਜਿਹੜੇ ਹੁਣ ਕੇਸ ਜਿਹੜੇ ਪਏ ਸਾਡੇ ਕੋਲ। ਔਰ ਇਹ ਡਾਟਾ ਜਿਹੜਾ ਹੈਗਾ 2022 ਦਾ ਅਜੇ 23 ਦਾ ਜੇ ਅਜੇ ਤਾਂ ਹੋਰ ਲੋਕਾਂ ਦੇ ਪੈਂਡਿੰਗ ਪਏ ਆ। ਔਰ ਇਹ ਬੜੀ ਤਰਾਸਦੀ ਹੈ, ਬੜੀ ਮਾੜੀ ਗੱਲ ਹੈ ਕਿ ਜਿਹੜੇ ਲੋਕ ਨਿਆਂ ਚਾਹੁੰਦੇ ਆ ਨਿਆਂ ਨਹੀਂ ਮਿਲ ਰਿਹਾ। ਔਰ ਇੱਕ ਇਹ ਵੀ ਕਿਹਾ ਹੈਗਾ ਕਿ ਜਿਹੜੇ ਨਿਆਂ ਫਾਸਟ ਟਰੈਕ ਚਾਹੀਦੇ ਨਾਲੇ, ਜਿਸ 'ਚ ਜੂਰੀ ਜਿਹੜੀ ਹੈ ਛੇਤੀ ਤੋਂ ਛੇਤੀ ਕਰਦੇ। ਇੱਕ ਸਪੈਸ਼ਲ ਤੌਰ 'ਤੇ ਸੈੱਲ ਬਣਾਉਣਾ ਚਾਹੀਦਾ ਜਿਸ 'ਚ ਜੱਜਸ ਬੈਠ ਕੇ ਬਜ਼ੁਰਗਾਂ ਦਾ ਜਿਹੜਾ ਕੇਸ ਉਹਨੂੰ ਛੇਤੀ ਸੋਲਵ ਕਰ ਦੇਣ, ਚਾਹੇ ਉਹਨਾਂ ਦੀ ਫੇਵਰ 'ਚ ਹੈ ਚਾਹੇ ਉਹਨਾਂ ਦੇ ਅਗੇਂਸਟ ਹੈ, ਉਹਨਾਂ ਨੂੰ ਪਤਾ ਤਾਂ ਲੱਗੇ ਵੀ ਅਸੀਂ ਕਿੱਥੇ ਖੜੇ ਹੈਗੇ ਹਾਂ। ਔਰ ਜੇ 27 ਲੱਖ ਦਾ ਹੁਣ ਦੱਸਿਆ ਗਿਆ ਤੇ ਹੌਲੀ ਹੌਲੀ ਕਿਤੋਂ ਤੱਕ ਪਹੁੰਚ ਜਾਣਾ। ਔਰ ਉਹ ਕਦੀ ਸੋਲਵ ਨਹੀਂ ਹੋਏ, ਉਹਨਾਂ ਨੂੰ ਕੋਈ ਸਾਰਟ ਆਊਟ ਨਹੀਂ ਕੀਤਾ ਗਿਆ। ਔਰ ਉਹ ਬਜ਼ੁਰਗ ਵਿੱਚੋਂ ਕਈ ਤੁਹਾਡੇ ਕਹਿਣ ਮੁਤਾਬਕ ਮਰ ਵੀ ਗਏ, ਕਈ ਹੈ ਨਹੀਂ, ਕੇਸ ਪੈਂਡਿੰਗ ਪਏ ਉਹਨਾਂ ਦੇ, ਉਹ 'ਤੇ ਕੋਈ ਸੁਣਵਾਈ ਨਹੀਂ ਹੋਈ। ਵਕੀਲਾਂ ਨੂੰ ਪਤਾ ਹੀ ਨਹੀਂ ਕਿ ਬਜ਼ੁਰਗ ਕਿੱਥੇ ਗਏ ਹੈਗੇ। ਇਹ ਗੱਲ ਮਾੜੀ ਵੀ ਹੈਗੀ ਆ। ਔਰ ਇਹਦੇ ਵਿੱਚ ਲੋਕਤੰਤਰ ਦੀ ਜਿਹੜੀ ਝਲਕ ਉਹ ਨਹੀਂ ਝਲਕਦੀ, ਨਹੀਂ ਪਤਾ ਨਹੀਂ ਲੱਗ ਰਿਹਾ ਕਿ ਲੋਕਤੰਤਰ ਆ, ਜਿਹਦਾ ਕਾਨਸਟੀਟਿਊਸ਼ਨ ਕੀ ਕਰ ਰਿਹਾ, ਬਜ਼ੁਰਗਾਂ ਨੂੰ ਕੀ ਪਹਿਲ ਹੈਗੀ ਜੀ ਉਹਨਾਂ ਦੇ ਕਾਨੂੰਨੀ ਤੌਰ 'ਤੇ ਉਹਨਾਂ ਨੂੰ ਅਸੀਂ ਨਹੀਂ ਕੋਈ ਸਹੂਲਤ ਦੇ ਰਹੇ, ਫਿਰ ਕੀ ਦੇਵਾਂਗੇ? ਫਿਰ ਆਟਾ ਦਾਣਾ ਹੀ ਆ ਜਿਹੜਾ ਦੇਵਾਂਗੇ। ਇਹਦੇ ਵਿੱਚ ਸਾਰੇ ਅਮੀਰ ਬਜ਼ੁਰਗ ਨਹੀਂ, ਕਿ ਗਰੀਬ ਵੀ ਹੈਗੇ ਆ, ਕਈ ਦਿਹਾੜੀਦਾਰ ਵੀ ਹੈਗੇ ਆ, ਕੋਈ ਖੇਤ ਮਜ਼ਦੂਰ ਵੀ ਹੈਗੇ ਆ, ਕੋਈ ਕਿਸਾਨ ਵੀ ਹੈਗੇ ਆ, ਕੋਈ ਵਪਾਰੀ ਵੀ ਹੈਗੇ ਆ, ਕਈ ਤਰ੍ਹਾਂ ਦੇ ਕ੍ਰਾਸ ਸੈਕਸ਼ਨ ਆ ਇਹਦੇ 'ਚ। ਉਹ ਸਾਰੇ ਸੈਕਸ਼ਨ ਨੂੰ ਇਹਨਾਂ ਨਹੀਂ ਕੋਈ ਤਰਜੀਹ ਦਿੱਤੀ। ਇਸ ਤਰਜੀਹ ਕਰਕੇ ਹੁਣ ਡਾਟਾ ਸਾਹਮਣੇ ਆ ਗਿਆ। ਹੁਣ ਦੇਖੋ ਕੀ ਕਰਦੇ ਹੈਗੇ ਆ। ਔਰ ਇਹ ਜੇ ਤੁਸੀਂ ਡਾਟਾ ਪੜ੍ਹੋ, ਮੱਧ ਪ੍ਰਦੇਸ਼, ਇਹਦੇ ਵਿੱਚ ਬਿਹਾਰ, ਕਰਨਾਟਕਾ, ਮਦਰਾਸ ਔਰ ਬੰਬੇ ਦਾ ਮਹਾਰਾਸ਼ਟਰ, ਇਹ ਸਾਰੇ ਦੇਸ਼ ਆ। ਪੰਜਾਬ ਬਚਿਆ ਜੀ ਇਹਦੇ 'ਚ, ਪੰਜਾਬ ਨਹੀਂ ਹੈਗਾ। ਪੰਜਾਬ 'ਚ ਪੈਂਡਿੰਗ ਕੇਸ ਬਹੁਤ ਨਾਮਾਤਰੀ ਹੋਣਗੇ। ਤੁਸੀਂ ਡਾਟਾ ਪੜ੍ਹ ਕੇ ਵੇਖੋ, ਇਹਦੇ ਵਿੱਚ ਪੰਜਾਬ ਨਹੀਂ ਲੱਭੂਗਾ। ਔਰ ਬਹੁਤ ਵੱਡੀ ਗੱਲ ਹੈ, ਮਾਣ ਵਾਲੀ ਗੱਲ ਹੈਗੀ ਆ ਕਿ ਇੱਥੇ ਜੁਡੀਸ਼ਰੀ ਨੇ ਇਹਨਾਂ ਲੋਕਾਂ ਨੂੰ ਨਿਆਂ ਦਿੱਤਾ, ਜੁਡੀਸ਼ਰੀ ਨੇ ਉਹਨਾਂ ਨੂੰ ਜੋ ਸਹੂਲਤ ਦਿੱਤੀ ਆ। ਇਸ ਗੱਲ ਦਾ ਕਰਕੇ ਲੋਕ ਇਸ ਦੇ ਮਾਣ ਨਾਲ ਗੱਲ ਕਰ ਸਕਦੇ ਆ, ਕਿਉਂਕਿ ਸਾਡੇ NRI ਵੀਰ ਵੀ ਜਿਹੜੇ ਹੈਗੇ ਆ ਉਹ ਵੀ ਬਜ਼ੁਰਗ ਚਾਹੁੰਦੇ ਆ, ਬਜ਼ੁਰਗ ਪਰਿਵਾਰ ਨਹੀਂ, ਕੁਛ ਤਾਂ ਕੈਨੇਡਾ ਬੈਠੇ, ਕੋਈ ਅਮਰੀਕਾ ਬੈਠਾ, ਕੋਈ ਨਿਊਜ਼ੀਲੈਂਡ ਬੈਠਾ, ਪਰ ਕੇਸ ਇੱਥੇ ਆ। ਜਿਹੜੇ NRI ਵੀਰ ਇਸ ਗੱਲ ਨੂੰ ਸਮਝਦੇ ਆ, ਉਹਨਾਂ ਦੀ ਜਿਹੜੀ ਪ੍ਰਾਪਰਟੀ ਆ ਉਹ ਲੋਕਾਂ ਨੇ ਥਿਆਰੀਆਂ, ਕੋਈ ਜ਼ਮੀਨ ਆ, ਕੋਈ ਘਰ ਆ, ਕੋਈ ਇਸੇ ਤਰ੍ਹਾਂ। ਇੱਕ ਪਲਾਹੀ ਪਿੰਡ ਆ, ਉੱਥੇ ਕੋਈ ਵੀ ਉੱਥੋਂ ਦਾ ਨਾਗਰਿਕ ਨਹੀਂ ਰਹਿ ਰਿਹਾ, ਸਾਰੇ ਬਾਹਰਲੇ ਲੋਕ ਰਹਿ ਰਹੇ। ਇੱਥੇ ਰਮੀਦੀ ਪਿੰਡ ਆ, ਟੋਟਲ ਬਾਹਰ ਦੇ ਲੋਕ ਰਹਿ ਰਹੇ। ਇਹ ਦੁਆਬੇ 'ਚ ਬਹੁਤ ਜਿਹੜੇ ਹੈਗੇ ਆ, ਅਸੀਂ ਪ੍ਰਵਾਸ ਕਰਕੇ ਬਾਹਰ ਬੈਠੇ ਆ, ਪਰ ਪ੍ਰਾਪਰਟੀ ਸਾਡੀ ਇੱਥੇ ਹੈ, ਰਿਸ਼ਤੇਦਾਰ ਇੱਥੇ ਆ, ਭੈਣ ਭਰਾ ਇੱਥੇ ਆ, ਸਾਰੇ ਉਹ ਜ਼ਮੀਨਾਂ ਥਿਆ ਲੈਂਦੇ ਆ, ਮੁੜ ਕੇ ਨਹੀਂ ਦਿੰਦੇ। ਉਹਨਾਂ ਨੂੰ ਛਡਵਾਉਣ ਲਈ ਕੇਸ ਹੁੰਦੇ ਆ, ਪਰ ਪੰਜਾਬ ਦੇ ਵਿੱਚ ਕੇਸ ਕੋਈ ਨਹੀਂ, ਸਾਰੇ ਹੱਲ ਹੋਏ। ਅਸੀਂ ਦੇਖਿਆ ਕਿ ਪੰਜਾਬ ਦੇ ਵਿੱਚ ਹੜ੍ਹ ਆਏ ਰਹੇ, ਬਹੁਤ ਬੁਰਾ ਹਾਲ ਹੋਇਆ, ਜਾਨਾਂ ਗਈਆਂ,
ਮਾਲ ਦਾ ਨੁਕਸਾਨ, ਜ਼ਿੰਦਗੀਆਂ ਤਬਾਹ ਹੋ ਗਈਆਂ। ਉਸੇ ਤਰ੍ਹਾਂ ਹੀ ਹਿਮਾਚਲ ਦੇ ਵਿੱਚ ਵੀ ਹੁਣ ਮੁਸੀਬਤ ਬਣੀ ਹੋਈ ਹੈ। ਤਾਂ ਕੇਂਦਰ ਸਰਕਾਰ ਵੱਲੋਂ ਕੌਮੀ ਆਫਤ ਫੰਡ ਵਿੱਚੋਂ 200 ਕਰੋੜ ਰੁਪਈਆ ਮੁਆਵਜ਼ਾ ਦਿੱਤਾ ਜਾ ਰਿਹਾ ਹੈ ਹਿਮਾਚਲ ਨੂੰ। ਸੋ ਪੰਜਾਬ ਦੇ ਹਾਲਾਤ ਕੀ ਨੇ ਉਹ ਵੀ ਅਸੀਂ ਨਾਲ ਗੱਲ ਕਰਾਂਗੇ ਇਸ ਵਕਤ, ਤੇ ਹਿਮਾਚਲ ਦੇ ਹਾਲਾਤਾਂ ਦੀ ਵੀ ਗੱਲ ਕਰਦੇ ਹਾਂ। ਹਾਂ, ਇਹ ਇਸ ਵੇਲੇ ਜਿਹੜਾ ਫੰਡਿੰਗ ਆਫਤ ਜਿਹੜਾ ਉਹਨਾਂ ਦਾ ਰਿਲੀਫ ਫੰਡ ਆ ਉਹਦੇ 'ਚੋਂ ਉਹਨਾਂ ਨੇ ਰਿਲੀਜ਼ ਕਰਤੀ ਆ 200 ਕਰੋੜ ਜੀ। ਪਰ ਉਦੋਂ ਪਹਿਲਾਂ ਵੀ ਇਹ 10 ਜੁਲਾਈ ਤੋਂ 19 ਜੁਲਾਈ ਦੇ ਵਿੱਚ 399 ਕਰੋੜ ਅੱਗੇ ਵੀ ਪਹੁੰਚ ਚੁੱਕੇ ਹਨ 2 ਕਿਸ਼ਤਾਂ 'ਚ। ਔਰ ਇਹਦੇ ਵਿੱਚ ਤਬਾਹੀ ਤਾਂ ਬਹੁਤ ਹੋਈ ਆ ਹਿਮਾਚਲ ਦੇ ਵਿੱਚ। ਹੁਣ ਨਵੀਂ ਪੇਸ਼ੀਨਗੋਈ ਜਿਹੜੀ ਹੈਗੀ ਆ ਕਿ 23, 24 ਔਰ 28 ਤਰੀਕ ਨੂੰ ਬਾਰਿਸ਼ ਫਿਰ ਬੜੀ ਮੋਹਲੇਦਾਰ ਔਰ ਬੜੀ ਭਾਰੀ ਬਾਰਿਸ਼ ਹੋਣੀ ਆ। ਉਹਦੇ ਨਾਲ ਨੁਕਸਾਨ ਹੋਰ ਹੋਣ ਦਾ ਖਦਸ਼ਾ ਹੈ ਉੱਤੇ। ਔਰ ਜ਼ਮੀਨ ਜਿਹੜੀ ਆ ਖਿਸਕੀ ਬਹੁਤ ਹੈਗੀ, ਜਿਹੜੇ ਐਵਾਲਾਂਚ ਨੂੰ ਕਹਿੰਦੇ ਆਪਾਂ, ਜ਼ਮੀਨ ਜਿਹੜੀ ਆ ਉਹ ਖਿਸਕ ਕੇ ਡਿੱਗੀ ਵੀ ਆ। ਔਰ ਉਹਦੇ 'ਚ ਕਈ ਉਹਨਾਂ ਦੀਆਂ ਗੱਡੀਆਂ ਤਬਾਹ ਹੋ ਗਈਆਂ, ਜਿਹੜੀਆਂ ਕਾਰਾਂ ਖੜੀਆਂ ਸੀ ਉਹ ਘਰ ਡਿੱਗ ਪਏ, ਸਾਰੇ ਰੁੱਖ ਜਿਹੜੇ ਉਹ ਟੁੱਟ ਭੱਜ ਗਏ ਆ ਔਰ ਜਾਨਾਂ ਵੀ ਗਈਆਂ। ਔਰ ਉਹਦੇ ਵਿੱਚ ਕੇਂਦਰ ਸਰਕਾਰ ਨੇ ਤਾਂ ਉਹਨਾਂ ਦੀ ਬਾਂਹ ਫੜੀ, ਉਹਨਾਂ ਨੂੰ ਰਿਲੀਫ ਫੰਡ ਦਿੱਤਾ। ਸੁਖਵਿੰਦਰ ਸੁੱਖੂ ਜੀ ਨੇ ਉੱਥੇ ਮੁੱਖ ਮੰਤਰੀ, ਉਹਨਾਂ ਦੀ ਬੇਨਤੀ ਪ੍ਰਵਾਨ ਹੋ ਗਈ, ਬੜਾ ਕੁਛ ਹੋ ਗਿਆ ਔਰ ਬਹੁਤ ਉਹਨਾਂ ਨੂੰ ਸਹੂਲਤਾਂ ਦੇ ਦਿੱਤੀਆਂ। ਹੁਣ ਉਹਨਾਂ ਨੇ ਰੈਨੋਵੇਟ ਕਰਨਗੇ, ਸਾਰਿਆਂ ਨੂੰ ਫੰਡ ਵੰਡਣਗੇ, ਪਰ ਜੇ ਤਰੀਕੇ ਨਾਲ ਵੰਡਣਗੇ। ਜਿਸ ਤਰ੍ਹਾਂ ਖੋਆ ਮਾਈ ਪੈਂਦੀ ਆ ਉਹ ਨਾ ਹੋ ਜੇ, ਮੈਨੂੰ ਦੇ ਦੇ ਮੈਨੂੰ ਦੇ ਦੇ। ਜਿਹੜੇ ਨੁਕਸਾਨ ਹੈਗਾ ਉਹਨੂੰ ਪੂਰਾ ਭਰਨਾ ਚਾਹੀਦਾ। ਔਰ ਫਸਲਵਾੜੀ ਵੀ ਉਹਨਾਂ ਦੀ ਤਬਾਹ ਹੋ ਗਈ ਆ, ਅਨਾਜ ਵੀ ਉਹਨਾਂ ਕੋਲ ਹੈ ਨਹੀਂ, ਉਹ ਵੀ ਸੈਂਟਰ ਸ਼ਾਇਦ ਦੇ ਰਿਹਾ ਉਹਨਾਂ ਨੂੰ। ਔਰ ਜੇ ਗੱਲ ਰਹੀ ਹੈ ਪੰਜਾਬ ਦੀ, ਤਾਂ ਭਗਵੰਤ ਮਾਨ ਨੇ ਕਿਹਾ ਕਿ ਮੈਂ ਬੈਗਰ ਨਹੀਂ ਗਾ, ਮੈਂ ਉਹਨਾਂ ਕੋਲ ਇਸ ਤਰ੍ਹਾਂ ਤਾਂ ਪੈਸੇ ਨਹੀਂ ਮੰਗਦਾ, ਮੈਨੂੰ ਪੈਸਾ ਦੇਣਾ ਤਾਂ ਉਸੇ ਸਾਰਾ ਪੰਜਾਬ ਨੂੰ ਦੇਣੀ, ਤਾਂ ਮੈਂ ਨਜਿੱਠੂੰਗਾ ਸਾਰਾ ਕੁਛ। ਔਰ ਉਹ ਭਗਵੰਤ ਮਾਨ ਜੀ ਤਾਂ ਇਹਨਾਂ ਦੇ ਪੈਰ ਘੱਟ ਹੀ ਲੱਗਦੇ ਪੰਜਾਬ 'ਚ, ਇਸ ਵੇਲੇ ਮੱਧ ਪ੍ਰਦੇਸ਼ 'ਚ ਆ। ਔਰ ਉਹਦੇ ਨਾਲ ਉਹਨਾਂ ਨਾਲ ਕੇਜਰੀਵਾਲ ਸਾਹਿਬ ਵੀ ਨੇ। ਪਰ ਉਹਦੇ ਵਿੱਚ ਜੇ ਹੈਗਾ, ਜੇ ਸਾਡੇ ਪੜੋਸੀ ਰਾਜ ਨੂੰ ਦੇ ਦਿੱਤਾ ਪਾਣੀ, ਤਾਂ ਹਿਮਾਚਲ ਦਾ ਪੰਜਾਬ 'ਚ ਆ ਰਿਹਾ। ਹੁਣ 138 ਪਿੰਡ ਜਿਹੜੇ ਹੈਗੇ ਆ ਇਹ ਹੜ੍ਹ ਦੀ ਮਾਰ ਥੱਲੇ ਆ ਗਿਆ। ਜਿਹੜਾ ਹਰੀਕੇ ਪੌਂਗ ਡੈਮ ਏਰੀਆ ਹੈਗਾ, ਜਿੱਥੇ ਸਤਲੁਜ ਅਤੇ ਬਿਆਸ ਦੋਨੇ ਮਿਲਦੇ ਆ, ਉਹ ਸਾਰੇ ਲੋਕ ਪਿੰਡਾਂ ਦੇ ਉੱਜੜ ਗਏ। ਔਰ ਉੱਥੇ ਕੁਛ ਨਹੀਂ ਦਿੱਤਾ, ਕੋਈ ਵੀ ਕੇਂਦਰ ਵੱਲੋਂ ਅਜੇ ਤੱਕ ਬਿਆਨਬਾਜ਼ੀ ਨਹੀਂ ਆਈ। ਇੱਕ ਕੇਂਦਰ ਦੀ ਟੀਮ ਤਾਂ ਘੁੰਮ ਗਈ ਇੱਥੇ, ਉਹ ਸਰਵੇ ਕਰ ਗਈ ਹੈ, ਪਰ ਉਹ ਤੋਂ ਬਾਅਦ ਉਹਦਾ ਕੁਛ ਨਹੀਂ ਇਹਨਾਂ ਨੇ ਸਹੂਲਤ ਦਿੱਤੀ ਵੀ ਅਸੀਂ ਆ ਵੇਖ ਆਏ ਹਾਂ ਉੱਥੇ ਇੰਨੀ ਹੜ੍ਹ ਮਾਰੀ ਹੋਈ ਹੈ ਵੀ ਪੈਸਾ ਦੇਵਾਂਗੇ। ਉਹ 'ਚ ਇੱਕ ਆਨਾ ਨਹੀਂ ਅਨਾਊਂਸ ਕੀਤਾ। ਪਤਾ ਨਹੀਂ ਆਪੋਜੀਸ਼ਨ ਆ, ਪਰ ਜਿਹੜੀ ਉੱਥੇ ਵੀ ਤਾਂ ਆਪੋਜੀਸ਼ਨ ਬੈਠੀ ਆ ਹਿਮਾਚਲ 'ਚ ਵੀ। ਜੇ ਪੰਜਾਬ 'ਚ ਆਪ ਬੈਠੀ ਹੈ ਤਾਂ ਲੋਕ ਤਾਂ ਨਹੀਂ, ਬਹੁਤਾ ਪਾਰਟੀਆਂ ਜਿਹੜੇ ਲੋਕਾਂ ਨੂੰ ਤਾਂ ਸਹੂਲਤ ਦੇਣ। ਲੋਕ ਤਾਂ ਹਿੰਦੁਸਤਾਨ ਦੇ ਨਾਗਰਿਕ ਨੇ ਨਾ, ਉਹਨਾਂ ਨੂੰ ਤਾਂ ਦੇਣ ਜੋ ਨੁਕਸਾਨ ਹੋਇਆ। ਪਰ ਪੰਜਾਬ ਨੂੰ ਅਜੇ ਤੱਕ ਨਹੀਂ ਮਿਲਿਆ। ਜਿਹੜਾ ਹਿਮਾਚਲ ਲੈ ਗਿਆ ਪੈਸਾ ਸਾਰਾ ਕੁਝ, ਪਰ ਇਹਦੇ ਵਿੱਚ ਫਸਲਵਾੜੀ ਤਬਾਹ ਹੋ ਗਈ ਹੈ, ਬੜਾ ਕੁਝ ਤਬਾਹ ਹੋਣ ਦੇ ਨਾਲ ਜਾਨਾਂ ਵੀ ਮਾਲ ਮਾਰੇ ਗਏ। ਪਰ ਪੰਜਾਬ ਨੇ ਵੀ ਅਜੇ ਤੱਕ ਕੁਝ ਨਹੀਂ ਦਿੱਤਾ ਉਹਨਾਂ ਨੂੰ। ਪੰਜਾਬ ਇਹਨਾਂ ਨੇ ਮੁੱਖ ਮੰਤਰੀ ਨੇ ਕਿਹਾ ਸੀ 15 ਅਗਸਤ ਤੱਕ ਅਸੀਂ ਭੇਜ ਦਾਂਗੇ। ਐਲਾਨਨਾਮੇ ਹੋ ਜਾਂਦੇ ਆ, ਪਰ ਅਜੇ ਤੱਕ ਕਿਸਾਨਾਂ ਨੂੰ ਕੁਝ ਨਹੀਂ ਪਹੁੰਚਿਆ। ਜਿਹਦੇ 'ਚ ਡੰਗਰ ਵੀ ਮਰੇ, ਇਹਨਾਂ ਦੇ ਪਸ਼ੂ ਢੱਗੇ ਮਰੇ ਆ। ਔਰ ਜਿਹਦੇ ਵਿੱਚ ਫਸਲਵਾੜੀ ਤਬਾਹ ਹੋ ਗਈ ਆ, ਝੋਨਾ ਸਾਰਾ ਤਬਾਹ ਹੋ ਗਿਆ। ਔਰ ਉਹਦੇ ਵਿੱਚ ਘਰ ਬਿਲਕੁਲ ਇਸ ਵੇਲੇ ਤਬਾਹ ਵਾ, ਢੱਠ ਗਿਆ। ਔਰ ਉਹਦੇ ਵਿੱਚ ਲੋਕ ਛੱਤਾਂ 'ਤੇ ਬੈਠੇ, ਛੱਤਾਂ ਵੀ ਡਿੱਗ ਪਈਆਂ, ਕਿੱਧਰ ਜਾਣ ਵਿਚਾਰੇ। ਰੁੱਖਾਂ 'ਤੇ ਚੜ੍ਹੇ ਆ, ਰੁੱਖ ਵੀ ਡਿੱਗੇ ਆ। ਔਰ ਇਹ ਇਲਾਕਾ ਜਿਹੜਾ ਬਿਆਸ ਦਰਿਆ ਦਾ ਸੀ, ਸਾਰਾ ਢਹਿ ਢੇਰੀ ਹੋ ਗਿਆ। ਬਿਆਸ ਦਰਿਆ ਦੇ ਨਾਲ ਜਿਹੜੇ ਪਿੰਡ ਸੀਗੇ, ਇਹ ਸ੍ਰੀ ਗੋਂਦਵਾਲ ਸਾਹਿਬ ਤੋਂ ਲਾ ਕੇ ਅੱਗੇ ਨੂੰ ਜਿਹੜੇ ਪਿੰਡ ਨੇ, ਉਹ ਸਾਰੇ ਪਿੰਡ ਇਸ ਵੇਲੇ ਤਬਾਹੀ ਦੇ ਵਿੱਚ ਹੀ ਗੁਜ਼ਰ ਰਹੇ ਆ। ਅਸੀਂ ਚੈਨਲ ਤੋਂ ਬੋਲ ਰਹੇ ਹਾਂ, ਸਾਨੂੰ ਪਤਾ ਹੈ ਕਿ ਜੋ ਕੁਝ ਹੋਇਆ ਵੀਡੀਓ ਆ ਰਹੀ ਹੈ, ਪਰ ਸਾਡੇ ਦਰਸ਼ਕ ਸੁਣ ਰਹੇ, ਪਰ ਕਿਸ ਤਰਾਸਦੀ 'ਚੋਂ ਗੁਜ਼ਰ ਰਹੇ, ਬਹੁਤ ਮਾੜੀ ਹਾਲਤ ਹੈ। ਤੁਸੀਂ ਕਿਤੇ ਪਾਣੀ ਦੇ ਵਿੱਚ, ਤੁਹਾਡੇ ਪਿੰਡ 'ਚ ਪਾਣੀ ਆ ਜਾਏ, ਤੁਸੀਂ ਕੀ ਕਰੋਗੇ? ਕਿੱਧਰ ਜਾਓਗੇ ਅਤੇ ਕਿੱਧਰੋਂ ਰੋਟੀ ਖਾਓਗੇ? ਕਿੱਥੋਂ ਪਾਣੀ ਪੀਓਗੇ? ਕਿੱਥੋਂ ਜਾ ਕੇ ਕਿੱਥੇ ਸੌਂਵੋਗੇ? ਇਹ ਹਾਲਤ ਬਣ ਗਈ ਉਹਨਾਂ ਦੀ ਕਿ ਕੋਈ ਛੱਤ ਨਹੀਂ ਸਿਰ 'ਤੇ ਰਹੀ, ਕੋਈ ਉੱਥੇ ਜਗ੍ਹਾ ਨਹੀਂ ਰਹੀ। ਔਰ ਉਹਨਾਂ ਦੀਆਂ ਪੇਟੀਆਂ, ਟਰੰਕ, ਸੰਦੂਕ ਬਾਹਰ ਸੜਕਾਂ 'ਤੇ ਪਏ ਆ, ਜਿੱਦਾਂ ਪਾਕਿਸਤਾਨ ਦੀ ਵੰਡ ਵੇਲੇ ਹੋਇਆ ਸੀ ਉਹ ਹਾਲਾਤ ਹੋ ਗਏ। ਪਰ ਇਹਦੇ ਵਿੱਚ ਕੇਂਦਰ ਨੂੰ ਕੋਈ ਇਹਦੇ 'ਤੇ ਤਰਸ ਨਹੀਂ ਆ ਰਿਹਾ। ਉਹਨਾਂ ਨੇ ਪੰਜਾਬ ਨੂੰ ਅਜੇ ਨਹੀਂ ਕੁਝ ਕਿਹਾ। ਪੂਰੇ ਦੇਸ਼ ਦੇ ਵਿੱਚੋਂ ਸਭ ਤੋਂ ਜ਼ਿਆਦਾ ਪੀੜਤ ਹਿਮਾਚਲ ਔਰ ਪੰਜਾਬ ਰਿਹਾ। ਹਰਿਆਣੇ 'ਚ ਵੀ ਰਹੀ ਹੈ ਗੱਲ, ਹਰਿਆਣੇ 'ਚ ਵੀ ਇਹਨਾਂ ਨੇ ਬੜਾ ਕੁਝ ਦੇ ਦਿੱਤਾ, ਪਰ ਪੰਜਾਬ ਇਸ ਗੱਲ ਤੋਂ ਵਾਂਝ ਜਾ ਰਿਹਾ। ਚਲੋ ਦੇਖੋ ਕੀ ਬਣਦਾ, ਕਿਉਂਕਿ ਪੰਜਾਬ ਨਾਲ ਕੀ ਸਲੂਕ ਹੋਣਾ ਹੈ ਕੇਂਦਰ ਵੱਲੋਂ, ਬਿਲਕੁਲ ਇਹ ਤੇ ਕਿਹਾ ਨਹੀਂ ਜਾ ਸਕਦਾ, ਕਿਉਂਕਿ ਪੰਜਾਬ ਨੂੰ ਹਮੇਸ਼ਾ ਸ਼ਿਕਾਇਤ ਰਹੀ ਹੈ ਕੇਂਦਰ ਦੇ ਨਾਲ ਕਿ ਸਹੀ ਸਲੂਕ ਨਹੀਂ ਹੁੰਦਾ ਸਾਡੇ ਨਾਲ। ਪਰ ਗਵਰਨਰ ਸਾਹਿਬ ਆਪ ਖੁਦ ਦੇਖ ਕੇ ਆਏ। ਇਹ ਵਿੱਚ ਮੈਂ ਤੁਹਾਡੀ ਗੱਲ ਨੂੰ ਕੱਟ ਰਿਹਾ। ਗਵਰਨਰ ਸਾਹਿਬ ਆਪ ਜਿਹੜੇ ਸਰਹੱਦੀ ਏਰੀਆ ਜਾਂ ਜਿਹੜੇ ਪਾਣੀ ਮਾਰੇ, ਹੜ੍ਹ ਨਾਲ ਮਾਰੇ ਜਾਂ ਨੁਕਸਾਨ ਨਾਲ, ਉੱਥੇ ਆਪ ਸਰਵੇ ਕਰਕੇ ਆਏ। ਟੀਮ ਵੀ ਆਈ ਕੇਂਦਰ ਦੀ ਟੀਮ ਤਾਂ ਆਪਾਂ ਕਿਹਾ, ਔਰ ਗਵਰਨਰ ਸਾਹਿਬ ਕਿਉਂ ਨਹੀਂ ਕਹਿ ਰਹੇ ਉੱਥੇ? ਇਹਨਾਂ ਨੂੰ ਜੇ ਇਹਨਾਂ ਦਾ ਟਕਰਾਅ ਜਾਂ ਗੁੱਸਾ ਗਿਲਾ ਭਗਵੰਤ ਮਾਨ ਨਾਲ ਹੈਗਾ, ਲੋਕਾਂ ਨਾਲ ਤਾਂ ਨਹੀਂ। ਇਹ ਗਵਰਨਰ ਲੋਕਾਂ ਦੇ ਨੇ, ਪਬਲਿਕ ਦੇ ਨੇ, ਪੰਜਾਬ ਦੇ ਗਵਰਨਰ ਹੈ, ਇਹ ਭਗਵੰਤ ਮਾਨ ਦੇ ਗਵਰਨਰ ਨਹੀਂ।
ਇਹਨਾਂ ਨੂੰ ਚਾਹੀਦਾ ਕਿ ਉਹਨਾਂ ਦੀ ਬਾਂਹ ਫੜਨ, ਲੋਕਾਂ ਦੀ ਖੁਦ ਦੇਖ ਕੇ ਆਏ ਹੈ ਨਾ। ਉਹਨਾਂ ਨੂੰ ਦੇਖਣ ਤੋਂ ਬਾਅਦ ਬਨਵਾਰੀ ਲਾਲ ਜੀ ਔਰ ਇਹ ਦੇਖਣ ਤੋਂ ਬਾਅਦ ਇਹਨਾਂ ਨੇ ਕੋਈ ਰਿਪੋਰਟ ਨਹੀਂ ਕੀਤੀ ਉਹਨਾਂ ਨੂੰ। ਇਹ ਸ਼ਿਕਾਇਤਾਂ ਕਰ ਰਹੇ ਸੀ, ਕਹਿੰਦੇ ਮੈਂ ਉਹਨਾਂ ਦੀ ਸ਼ਿਕਾਇਤ ਕਰੂੰ, ਮੈਂ ਪ੍ਰੈਜ਼ੀਡੈਂਟ ਨੂੰ ਕਹੂੰਗਾ, ਮੈਂ ਉਹਨਾਂ ਨੂੰ ਕਹੂੰਗਾ, ਪ੍ਰਧਾਨ ਮੰਤਰੀ ਨੂੰ ਕਹੂੰਗਾ, ਪਰ ਸ਼ਿਕਾਇਤ ਦੇ ਨਾਲ ਲੋਕਾਂ ਲਈ ਸਹੂਲਤਾਂ ਵੀ ਮੰਗ ਲੈਣ, ਤਦ ਲੋਕ ਖੁਸ਼ ਰਹਿਣਗੇ। ਚਲੋ ਮਾਨ ਸਾਹਿਬ ਤੇ ਹੁਣ ਗਏ ਹੋਏ ਨੇ ਮੱਧ ਪ੍ਰਦੇਸ਼ ਕੇਜਰੀਵਾਲ ਸਾਹਿਬ ਦੇ ਨਾਲ, ਤੇ ਪਹਿਲਾਂ ਛੱਤੀਸਗੜ੍ਹ ਵੀ ਗਏ ਹੋਏ ਸੀ। ਛੱਤੀਸਗੜ੍ਹ ਵਿੱਚ ਉਹਨਾਂ ਨੂੰ ਪ੍ਰਚਾਰ ਦੀ ਲੱਗੀ ਹੋਈ ਹੈ ਕਿ ਕਿਸੇ ਤਰ੍ਹਾਂ ਪੂਰੇ ਭਾਰਤ ਦੇ ਵਿੱਚ ਆਮ ਆਦਮੀ ਪਾਰਟੀ ਵਿਖੇ। ਤੇ ਕੇਜਰੀਵਾਲ ਸਾਹਿਬ ਜਿੱਦਾਂ ਐਕਸਪਰਟ ਮੰਨਦੇ ਨੇ ਕਿ ਪ੍ਰਾਈਮ ਮਿਨਿਸਟਰ ਬਣਨ ਦੇ ਸੁਪਨਾ ਦੇਖਦੇ ਨੇ। ਜੀ ਜੀ ਜੀ। ਸੋ ਕੇਜਰੀਵਾਲ ਸਾਹਿਬ ਜਾ ਕੇ ਮੱਧ ਪ੍ਰਦੇਸ਼ 'ਚ ਕਹਿੰਦੇ ਨੇ ਕਿ ਮਾਮੇ ਦੀ ਥਾਂ ਤੇ ਹੁਣ ਚਾਚੇ ਤੇ ਭਰੋਸਾ ਕਰੋ। ਇਹ ਮਾਮਾ ਕੌਣ ਹੈ ਜੀ? ਮਾਮਾ ਜਿਹੜੇ ਹੈਗੇ ਉੱਥੋਂ ਦੇ ਮੁੱਖ ਮੰਤਰੀ ਨੇ, ਚੌਹਾਨ ਜੀ। ਉਹ ਮਾਮਾ ਜੀ ਉਹਨਾਂ ਨੂੰ ਕਿਹਾ ਕਿ ਚਾਚਾ ਜੀ ਬਣ ਕੇ ਗਏ ਨੇ। 5 ਸਾਲ ਤੁਸੀਂ ਕਹਿੰਦੇ ਉਹਨਾਂ ਦੇ ਤੇ ਲੈ ਜੇ, ਤੁਸੀਂ ਭਾਣਜੇ ਬਣ ਕੇ ਰਹੇ ਜੇ, ਹੁਣ ਮੇਰੇ ਭਤੀਜੇ ਬਣ ਕੇ ਮੈਂ ਚਾਚਾ ਵਾਂ ਤੁਹਾਡਾ। ਮੇਰੀ ਗੱਲ ਸੁਣੋ ਤਾਂ ਮੈਂ ਜੋ ਸਹੂਲਤਾਂ ਤੁਹਾਨੂੰ ਚਾਹੀਦੀਆਂ ਉਹ ਤੁਹਾਨੂੰ ਉੱਤੋਂ ਦੀ ਇਹਨਾਂ ਦੀ ਬਣਾ ਦੂੰਗਾ, ਬਸ਼ਾਰ ਕਰ ਦੂੰਗਾ ਜਦੋਂ ਸਾਉਣ ਦੀ ਝੜੀ ਲੱਗੀ ਹੁੰਦੀ ਹੈ। ਔਰ ਉਹਨਾਂ ਨੇ ਕਿਹਾ ਸੀ, ਪਹਿਲਾਂ ਇਹਨਾਂ ਨੇ ਕਿਹਾ ਵੀ ਸੀਗਾ ਕਿ ਪੰਜਾਬ 'ਚ ਵੀ ਇਹਨਾਂ ਦਾ ਇਹ ਸੀਗਾ ਕਿ ਤੁਸੀਂ ਉਹਨਾਂ 'ਤੇ ਯਕੀਨ ਕੀਤਾ, ਆਪ 'ਤੇ ਵੀ ਯਕੀਨ ਕਰਕੇ ਵੇਖੋ। ਲੋਕਾਂ ਨੇ ਯਕੀਨ ਕਰ ਲਿਆ ਔਰ ਲੋਕਾਂ ਨੂੰ ਚਲੋ ਜੋ ਕੁਝ ਸਹੂਲਤਾਂ ਦਿੱਤੀਆਂ ਵੀਆਂ ਦੇ ਵੀ ਰਹੇ ਆ, ਇਹ ਕੋਈ ਐਡੀ ਵੱਡੀ ਸ਼ਿਕਾਇਤ ਨਹੀਂ ਹੈਗੀ। ਪਰ ਜੇ ਬਾਹਰ ਵਿੱਚ ਇਹਨਾਂ ਦਾ ਇਹੋ ਹੀ ਨਾਰਾ ਹੁੰਦਾ, ਜਦੋਂ ਇਲੈਕਸ਼ਨ ਹੁੰਦੀ ਆ ਜਾਂ ਐਲਾਨਨਾਮੇ ਹੁੰਦੇ ਆ, ਹਰ ਪਾਰਟੀ ਆਪਣੀ ਫੇਵਰ ਦੇ ਵਿੱਚ ਗੱਲ ਕਰਕੇ ਦੱਸਦੀ ਹੈ ਕਿ ਅਸੀਂ ਇਹਨਾਂ ਤੋਂ ਤੁਹਾਨੂੰ ਵੱਡਾ ਸਬਜ਼ ਬਾਗ ਦਿਖਾਵਾਂਗੇ, ਤੁਹਾਨੂੰ ਵੱਡੇ ਬਗੀਚਿਆਂ 'ਚ ਘੁਮਾਵਾਂਗੇ, ਤੁਹਾਨੂੰ ਉਹ ਚੀਜ਼ਾਂ ਦੇਵਾਂਗੇ ਜਿਹੜੇ ਤੁਸੀਂ ਸੁਪਨੇ ਵਿੱਚ ਨਹੀਂ ਵੇਖਿਆ। ਇਹੀ ਹੁਣ ਐਲਾਨਨਾਮੇ ਉੱਥੇ ਹੋ ਰਿਹਾ। ਪਹਿਲਾਂ ਛੱਤੀਸਗੜ੍ਹ 'ਚ ਇਹਨਾਂ ਨੇ ਕੀਤਾ ਸੀਗਾ ਬਿਜਲੀ ਵੀ ਮੁਫਤ ਦੇਣੀ ਹੈ, ਇਹ ਤੁਸੀਂ ਭੁੱਲ ਗਏ ਹੋ। ਆਹੋ, ਇਹ ਬਿਜਲੀ ਤਾਂ ਦੇਣਗੇ ਕਿਉਂਕਿ ਦਿੱਲੀ 'ਚ ਇਹਨਾਂ ਕੀਤੀ ਹੈ, ਪਰ ਪੰਜਾਬ 'ਚ ਵੀ ਕੀਤੀ। ਇਹ ਤਾਂ ਗੱਲ ਨਿਭਾਈ ਇਹਨਾਂ ਨੇ। ਪੰਜਾਬ ਵਿੱਚ ਇਸ ਵੇਲੇ ਲੋਕ ਮੁਫਤ ਬਿਜਲੀ ਲੈ ਰਹੇ ਆ ਔਰ ਉੱਥੇ ਪਾਣੀ ਵੀ ਇਹਨਾਂ ਨੇ ਫ੍ਰੀ ਕੀਤਾ ਦਿੱਲੀ ਵਿੱਚ। ਸਹੂਲਤਾਂ ਦੇ ਰਹੇ ਆ, ਪੜ੍ਹੇ ਲਿਖੇ ਆ, IAS ਅਫੀਸਰ ਨੇ। ਔਰ ਉਹ ਤੋਂ ਬਾਅਦ ਇਹਨਾਂ ਨੇ ਕਿਹਾ ਕਿ ਮੈਂ ਜੇ ਆ ਕੇ ਬਣ ਗਈ ਸਾਡੀ ਪਾਰਟੀ ਇੱਥੇ ਆ ਕੇ, ਤਾਂ ਜੋ ਦਿੱਲੀ ਵਿੱਚ ਸਹੂਲਤਾਂ ਨਾ ਉਹੀ ਦੇਵਾਂਗੇ। ਐਜੂਕੇਸ਼ਨ ਦੀਆਂ ਤੁਹਾਡੇ ਲਈ ਜਿਹੜੇ ਹੈਗਾ ਬਿਜਲੀ ਪਾਣੀ ਫ੍ਰੀ ਹੋ ਜਾਊਗਾ, ਤੁਹਾਡੀ ਪੜ੍ਹਾਈ ਐਜੂਕੇਸ਼ਨ ਦਾ ਅਸੀਂ ਖਾਸ ਖਿਆਲ ਰੱਖਾਂਗੇ। ਜਿਹੜੇ ਗਰੀਬ ਬੱਚੇ ਨੇ ਕਿਤਾਬਾਂ ਮੁਫਤ, ਯੂਨੀਫਾਰਮ ਮੁਫਤ, ਜਰਾਬਾਂ ਮੁਫਤ, ਸਾਰਾ ਕੁਝ ਮੁਫਤ ਦੇਵਾਂਗੇ। ਔਰ ਵੇਖੋ ਅੱਛੀ ਗੱਲ ਹੈ ਜੇ ਲੋਕ ਚਾਹੁੰਦੇ ਨੇ ਕਿ ਚੌਹਾਨ ਨੇ ਜੋ ਚੀਜ਼ਾਂ ਰਹਿ ਗਈਆਂ, ਜਿਹੜੀ ਉੱਥੇ ਮਿਸਟਰ ਚੌਹਾਨ ਦੀ ਗਵਰਨਮੈਂਟ ਆ, ਉਹ ਉੱਥੋਂ ਦੇ ਮੁੱਖ ਮੰਤਰੀ ਆ, ਉਹਨਾਂ ਦੇ ਉੱਪਰ ਦੀ ਇਹਨਾਂ ਨੇ ਕਿਹਾ ਕੇਜਰੀਵਾਲ ਨੇ ਕਿ ਤੁਸੀਂ ਹੁਣ ਮਾਮੇ ਦੀ ਗੱਲ ਛੱਡ ਦਿਓ, ਹੁਣ ਚਾਚੇ ਵਾਲਾ ਜੋ। ਇਹ ਗੱਲ ਤਾਂ ਹਾਸੋਹੀਣੀ ਵੀ ਹੈਗੀ ਹੈ ਕਿ ਰਿਸ਼ਤੇਦਾਰੀਆਂ 'ਚ ਰਾਜਨੀਤੀ ਨਹੀਂ ਪੁੱਗਦੀ ਹੁੰਦੀ। ਚਾਚੇ ਮਾਮੇ ਦਾ ਤਾਂ ਇਹ ਸਾਡੇ ਪ੍ਰਧਾਨ ਮੰਤਰੀ ਨੇ ਵੀ ਕਿਹਾ ਕਿ ਆਪਣੇ ਕੁਟੁੰਬਵਾਦ, ਆਪਣੇ ਪਰਿਵਾਰਵਾਦ ਤੋਂ ਬਾਹਰ ਨਿਕਲੋ। ਪਰ ਇਦਾਂ ਦਾ ਸੰਬੋਧਨ ਨਹੀਂ ਚਾਹੀਦਾ ਕਿਉਂਕਿ ਲੋਕ ਵੋਟਰ ਨੇ ਤੁਹਾਡੇ। ਕਿਉਂਕਿ ਉਹ ਪੁਰਾਣੀਆਂ ਗੱਲਾਂ ਯਾਦ ਕਰਦੇ ਨੇ ਨਾ, ਚਾਚਾ ਨਹਿਰੂ, ਬਾਪੂ ਗਾਂਧੀ। ਉਹ ਅੱਜ ਕੱਲ ਦੇ ਟਾਈਮ ਦੇ ਵਿੱਚ ਵੀ ਉਹ ਚੀਜ਼ਾਂ ਲੈ ਕੇ ਰਿਸ਼ਤੇ ਨਾਲ ਨੇੜਤਾ ਹੁੰਦੀ ਹੈ, ਆਪਣਾਪਨ ਦਿਖਾਉਂਦੇ ਨੇ। ਚਲੋ ਠੀਕ ਹੈ, ਹੁਣ ਮਾਮਾ ਜੀ ਤੋਂ ਚਾਚਾ ਜੀ ਵੱਲ ਜਾਣ। ਮੱਧ ਪ੍ਰਦੇਸ਼ ਦੇ ਲੋਕ ਇਹ ਕੇਜਰੀਵਾਲ ਸਾਹਿਬ ਅਪੀਲ ਕਰਦੇ ਪਏ ਨੇ। ਹੁਣ ਆਪਾਂ ਅੱਗੇ ਵਧੀਏ ਕਿਉਂਕਿ ਚੋਣਾਂ ਦਾ ਮਾਹੌਲ ਹੈ। ਤੇ ਹੁਣ ਖੜਗੇ ਸਾਹਿਬ ਨੇ ਵੀ, ਜੋ ਕਾਂਗਰਸ ਦੇ ਨੈਸ਼ਨਲ ਪ੍ਰਧਾਨ ਨੇ, ਉਹਨਾਂ ਨੇ ਆਪਣੀ ਨਵੀਂ ਵਰਕਿੰਗ ਕਮੇਟੀ ਬਣਾਈ ਹੈ ਕਿ ਪੂਰੀ ਸਟ੍ਰੈਟਜੀ ਤਿਆਰ ਕੀਤੀ ਜਾਵੇ, ਕਿਵੇਂ ਜਿੱਤਣੀਆਂ ਨੇ 2024 ਦੀਆਂ ਇਲੈਕਸ਼ਨਸ ਔਰ ਕਿੱਦਾਂ ਟੀਮ ਇੰਡੀਆ ਨੇ ਟੀਮ NDA ਨੂੰ ਚੁਣੌਤੀ ਦੇਣੀ ਹੈ। ਕਿਉਂਕਿ ਹੁਣ ਇਸ ਵਕਤ ਤਾਂ ਸਭ ਦੀਆਂ ਨੀਂਦਾਂ ਉੜੀਆਂ ਹੋਈਆਂ ਨੇ, ਰਾਤ ਦੀ ਨੀਂਦ ਗਾਇਬ ਹੈ, ਦਿਨ ਦਾ ਚੈਨ ਗਾਇਬ ਹੈ, ਭੱਜ ਦੌੜ ਲੱਗੀ ਹੋਈ ਹੈ। ਹਰ ਬੰਦਾ ਜਲਵਾ ਦਿਖਾਉਣਾ ਚਾਹੁੰਦਾ 2024 ਦੀਆਂ ਇਲੈਕਸ਼ਨਸ ਦੇ ਵਿੱਚ। ਸੋ ਖੜਕੇ ਸਾਹਿਬ ਜੋ ਹੀ ਗੱਲ ਕਰਦੇ ਨੇ ਖੜਕਾ ਕੇ ਕਰਦੇ ਨੇ। ਕੀ ਕਹਿੰਦੇ ਨੇ ਇਸ ਵਾਰ? ਅਜੇ ਸਾਡੇ ਵੋਟਰ ਜਾਣਦੇ ਆ, ਸਾਰੇ ਵਸਨੀਕਾਂ ਨੂੰ ਪਤਾ ਕਿ ਮਈ ਅਜੇ ਦੂਰ ਹੈ। ਉਹ ਆਉਂਦੇ ਨੇ ਦਿੱਲੀ ਦੂਰ ਨਹੀਂ, ਉਹ ਮਈ ਵੀ ਗਿਣਤੀ ਜਦੋਂ ਕਾਊਂਟਡਾਊਨ ਸ਼ੁਰੂ ਹੋ ਜਾਂਦੀ ਆ, ਨੇੜੇ ਆ ਜਾਂਦਾ ਸਾਰਾ ਕੁਝ। ਇਹ ਉਦੋਂ ਤੱਕ ਇਹ ਸਰਕਾਰ ਜਿਹੜੀ ਆ ਇਹ ਭੰਗ ਹੋ ਜਾਣੀ ਇਹਨਾਂ ਦੀ ਸਾਰੀ ਕਮੇਟੀ, ਔਰ ਨਵਾਂ ਜਿਹੜਾ ਚੋਣਾਂ ਆ ਜਾਣਗੀਆਂ ਔਰ ਚੋਣ ਕਮਿਸ਼ਨ ਨੇ ਐਲਾਨ ਕਰ ਦੇਣਾ। ਉਸ ਤੋਂ ਬਾਅਦ ਉਹ 2-3 ਮਹੀਨੇ ਪਹਿਲਾਂ ਕਰ ਦਿੰਦੇ ਆ, ਜਿਹਦੇ 'ਚ ਤਿਆਰੀ ਹੋ ਜਾਂਦੀ ਹੈ। ਔਰ ਉਹ ਐਦਾਂ ਦੇ ਦਸੰਬਰ ਤੱਕ ਜਾਂ ਆਪਣੇ ਜਨਵਰੀ ਫਰਵਰੀ ਤੱਕ ਹੋ ਜਾਊਗਾ। ਔਰ ਉਦੋਂ ਤੋਂ ਪਹਿਲਾਂ ਜਿਹੜੀਆਂ ਵੀ ਇਹਨਾਂ ਨੇ ਆਪਣੀ ਪਲਾਨਿੰਗ ਬਣਾਈ, ਉਹਦੇ 'ਚ ਹੁਣ ਕਾਂਗਰਸ ਦਾ ਜਿਹੜਾ ਆ ਗਿਆ ਕਿ ਵਰਕਿੰਗ ਕਮੇਟੀ ਇਹਨਾਂ ਨੇ ਬਣਾਤੀ ਹੈ ਨੈਸ਼ਨਲ ਲੈਵਲ 'ਤੇ ਖੜਗੇ ਸਾਹਿਬ ਨੇ। ਔਰ ਉਹਦੇ ਵਿੱਚ ਇਹਨਾਂ ਨੇ ਇਹ ਕਹਿਤਾ ਕਿ ਪੰਜਾਬ ਨੂੰ ਤਰਜੀਹ ਦਿੱਤੀ ਹੈ ਔਰ ਬਾਹਰਲੇ ਬਾਕੀ ਵੀ ਥਰੂਰ ਜੀ ਉਹ 'ਚ ਆ ਗਏ ਹੈਗੇ ਆ। ਔਰ ਉਹਦੇ ਵਿੱਚ ਸ਼ਸ਼ੀ ਥਰੂਰ ਜੀ ਆਇਆ, ਮਿਸਟਰ ਆਨੰਦ ਆ ਗਏ ਆ। ਔਰ ਉਹਦੇ 'ਚ ਬਾਕੀ ਜਿਹੜੇ ਲੀਡਰ ਸੀਗੇ, ਜਿਹੜੇ ਉਹਨਾਂ ਦਾ ਰੁੱਸੇ ਲੀਡਰ ਸੀਗੇ, ਉਹ ਸਾਰੇ ਇਕੱਠੇ ਕਰਕੇ ਜੋੜ ਲਏ ਉਹਦੇ ਵਿੱਚ ਨੈਸ਼ਨਲ ਲੈਵਲ ਤੱਕ। ਔਰ ਪੰਜਾਬ ਦੇ ਵਿੱਚ ਜਿਹੜੀ ਅੰਬਿਕਾ ਸੋਨੂ ਜੀ ਆ ਗਏ ਆ। ਔਰ ਉਦੋਂ ਬਾਅਦ ਚਰਨਜੀਤ ਚੰਨੀ ਨੂੰ ਲੈ ਲਿਆ ਇਹਨਾਂ ਨੇ, ਜਿਹੜੇ ਸਾਡੇ ਸਾਬਕਾ ਮੁੱਖ ਮੰਤਰੀ ਰਹੇ ਆ। ਔਰ ਉਹਦੇ ਵਿੱਚ ਤਿਵਾਰੀ ਜੀ ਆ ਗਏ ਆ, ਜਿਹੜੇ ਪਹਿਲੋਂ ਮੰਤਰੀ ਰਹੇ ਆ ਇਨਫੋਰਮੇਸ਼ਨ ਬ੍ਰੌਡਕਾਸਟ ਦੇ, ਉਹ ਵੀ ਆ ਗਏ ਉਹਦੇ 'ਚ। ਔਰ ਉਹਨਾਂ ਨੇ ਕਹਿਤਾ ਪੰਜਾਬ ਨੂੰ ਅਸੀਂ ਤਰਜੀਹ ਦੇਵਾਂਗੇ ਪੂਰੇ ਤਰੀਕੇ ਨਾਲ। ਨਵਜੋਤ ਸਿੱਧੂ ਜੀ ਨਹੀਂ ਲਏ ਕਿਉਂਕਿ ਉਹਨਾਂ ਦੇ ਵਾਈਫ ਥੋੜ੍ਹੇ ਬਿਮਾਰ ਵੀ ਨੇ,
ਉਹਨਾਂ ਨੂੰ ਪ੍ਰੋਬਲਮ ਸੀਗਾ, ਸ਼ਾਇਦ ਉਸ ਪਾਸੇ ਵੀ ਕਰਕੇ ਹੈਗੇ ਆ। ਪਰ ਉਦੋਂ ਪਹਿਲਾਂ ਇਹਨਾਂ ਨੇ ਕਈ ਤਰ੍ਹਾਂ ਦੇ ਜਿਹੜੇ ਹੈਗੇ ਆ ਬਿਆਨਬਾਜ਼ੀ ਕਰ ਦਿੱਤੀ ਸੀ ਕਿ ਜਿਹੜੇ ਇਹਨਾਂ ਨੇ ਕਿਸਾਨਾਂ ਨੂੰ ਰਸਾ ਲਿਆ, ਕਿਸਾਨਾਂ ਨੂੰ ਕੋਈ ਮੁਆਵਜ਼ਾ ਨਹੀਂ ਦਿੱਤਾ। ਉਹ ਮੁਆਵਜ਼ਾ ਜਿਹੜਾ ਉਹਨਾਂ ਦੇ ਆਦੇ ਸਿੱਧਾ ਅਕਾਊਂਟ 'ਚ ਪਾਵਾਂਗੇ, 2 ਰੁਪਏ ਨਹੀਂ ਆਏ। ਉਹਨਾਂ ਨੇ ਆਪਣੇ ਮੈਸੇਜ ਦਿੱਤੇ, ਉਹਨਾਂ ਨੇ ਕਿਹਾ ਇਹ ਦੱਸਣਾ ਚਾਹਿਆ ਕਿ ਮੈਂ ਰਾਜਨੀਤੀ 'ਚ ਹਾਂ, ਮੈਂ ਇੱਥੋਂ ਨਹੀਂ ਨਿਕਲਿਆ। ਔਰ ਉਹਦੇ 'ਤੇ ਬੜਿੰਗ ਸਾਹਿਬ ਜੀ ਜਿਹੜੇ ਇੱਥੋਂ ਦੇ ਸੂਬਾ ਪ੍ਰਧਾਨ ਨੇ ਕਾਂਗਰਸ ਦੇ, ਅਮਰਿੰਦਰ ਬੜਿੰਗ ਜੀ, ਉਹਨਾਂ ਦੇ ਵੱਲੋਂ ਵੀ ਨਿਸ਼ਾਨ ਆਇਆ ਔਰ ਉਹਨਾਂ ਨੇ ਵੈਲਕਮ ਕੀਤਾ ਇਹਦਾ। ਆਪੇ ਜਿਹੜੀ ਇਸ ਵੇਲੇ ਵਰਕਿੰਗ ਕਮੇਟੀ ਬਣ ਗਈ ਆ ਔਰ ਚੰਨੀ ਸਾਹਿਬ ਨੂੰ ਲੈਣ ਨਾਲ ਦਾ ਇਹਨਾਂ ਦਾ ਹੋ ਗਿਆ ਕਿ ਪੰਜਾਬ ਫਿਰ ਇਸ ਪਾਸੇ ਨੂੰ ਜਿਹੜਾ ਹੈਗਾ ਮੂੰਹ ਰੁੱਖ ਕਰ ਲਿਆ ਕਿ ਮੈਨੂੰ ਜਿਹੜੀ ਸਿਆਸਤ ਆ ਉਹ ਚੰਗੀ ਲੱਗਦੀ ਔਰ ਇਹਨਾਂ ਨੇ ਕੰਮ ਵੀ ਕੀਤਾ। ਇਹ ਹਾਈ ਕਮਾਂਡ ਇਹ ਵੀ ਵੇਖਦੀ ਹੈ ਕਿ ਕਿਹਦਾ ਥੋੜ੍ਹਾ ਬਹੁਤ ਤੋਰਾ ਟਿੱਕਾ ਵਧੀਆ ਹੈਗਾ ਪੰਜਾਬ ਵਿੱਚ। ਚੰਨੀ ਦਾ ਉਹਦੇ 'ਚ ਹੈਗਾ। ਸਿੱਧੂ ਸਾਹਿਬ ਜਦੋਂ 2022 'ਚ ਰਹੇ, ਪਹਿਲੋਂ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਪ੍ਰੈਜ਼ੀਡੈਂਟ ਬਣੇ ਰਹੇ ਆ, ਉਹ ਇਲੈਕਸ਼ਨ ਤੋਂ ਬਾਅਦ ਇਲੈਕਸ਼ਨ 'ਚ ਗਏ, ਹਾਰੇ ਕਾਂਗਰਸ ਵਾਲੇ। ਉਹਨਾਂ ਕਹਾ ਹਰਾਉਣ ਵਾਲਾ ਸਿੱਧੂ ਹੀ ਹੈ, ਜ਼ਿਆਦਾ ਬੋਲਦਾ ਰਿਹਾ, ਬੋਲਣ ਨਾਲ ਉਲਟ ਛੁਲਟ ਬੋਲਦਾ ਰਿਹਾ, ਲੋਕ ਇਹਦੇ ਉਲਟ ਹੋ ਗਏ ਅਤੇ ਇਹ 'ਚ ਕਾਂਗਰਸ ਗਈ ਹਾਰ, ਕੋਈ ਸੀਟ ਨਹੀਂ ਮਿਲੀ 2022 ਤੋਂ ਬਾਅਦ। ਜਦੋਂ ਆ ਜਿਹੜਾ ਹੋਈ ਅਸੀਂ ਰਿੰਕੂ ਦੇ ਵਿੱਚ, ਇਹ 'ਚ ਵੀ ਹਾਰ ਗਏ, ਇਹਦੇ 'ਚ ਵੀ ਆਪ ਆ ਗਈ ਅੱਗੇ, ਕਾਂਗਰਸ ਗਈ ਉਦੋਂ। ਹਾਲਾਂਕਿ ਕਾਂਗਰਸ ਦਾ ਬੰਦਾ ਸੀਗਾ, ਕਾਂਗਰਸ ਦਾ ਹੀ ਨੇਤਾ ਸੀਗਾ ਸੁਸ਼ੀਲ ਰਿੰਕੂ ਜੀ। ਇਹ ਜਿੱਤ ਗਏ ਜਦੋਂ ਭਗਵੰਤ ਮਾਨ ਨੇ ਇਹਨਾਂ ਨੂੰ ਇੱਧਰ ਲੈਂਦਾ ਆਪ 'ਚ, ਅਤੇ ਆਪ ਤੋਂ ਜਿੱਤ ਗਏ। ਉਹਨਾਂ ਨੇ ਉਹਦੀ ਫੱਟੀ ਪੋਚਤੀ ਆਪਣੇ ਸਿੱਧੂ ਸਾਹਿਬ, ਨਵਜੋਤ ਸਿੱਧੂ ਜੀ ਨਹੀਂ ਰਹਿਣ ਦਿੱਤੇ। ਹੁਣ ਅਜੇ ਤੱਕ ਉਹ ਕਿਸੇ ਪਾਸੇ ਜੋਗੇ ਨਹੀਂ, ਨਾ ਤਾਂ ਉਹ ਕੋਈ ਮੈਂਬਰ ਪਾਰਲੀਮੈਂਟ ਰਹੇ ਅਤੇ ਨਾ ਉਹ ਕਿਸੇ ਪ੍ਰਧਾਨ ਰਹੇ। ਤਾਂ ਉਹ ਘਰ ਦੀ ਥੋੜ੍ਹੀ ਪ੍ਰੋਬਲਮ ਰਹੀ ਉਹਨਾਂ ਨੂੰ, ਉਹਨਾਂ ਦੀ ਵਾਈਫ ਠੀਕ ਨਹੀਂ ਹੋਣ ਕਰਕੇ ਉਹ ਗਏ। ਔਰ ਇਹ ਵਰਕਿੰਗ ਕਮੇਟੀ ਐਕਸ਼ਨ 'ਚ ਆਉਣ ਦਾ ਮਤਲਬ ਇਹ ਹੈ ਵੀ ਆ ਗਈ ਇਲੈਕਸ਼ਨ ਅਤੇ ਸਾਰੇ ਸੂਬਿਆਂ ਤੋਂ ਬੰਦੇ ਲੈ ਲਓ। ਉਹ ਖੇਤਰੀ ਪਾਰਟੀਆਂ ਜਿਹੜੀਆਂ ਹੈਗੀਆਂ ਉਹ ਆਪਣੇ ਆਪ ਨੂੰ ਜੋੜ ਲੈਣ ਅਤੇ ਲੋਕਾਂ ਲਈ ਉਹ ਆਪਣਾ ਜਿਹੜਾ ਹੈਗਾ ਵਿਚਾਰ ਦੱਸਣ ਵੀ ਅਸੀਂ ਇਸ ਬੰਦੇ ਨੂੰ ਕੈਂਡੀਡੇਟ ਬਣਾਉਣਾ। ਟਿਕਟਾਂ ਤਾਂ ਜੇ ਵੰਡ ਹੋਊਗੀ, ਉਮੀਦਵਾਰ ਦੱਸਣਗੇ ਕੌਣ ਕੌਣ ਹੈਗੇ ਆ। ਇਹ ਸੋ ਇਹ ਹੁਣ ਸਾਰੀਆਂ ਪਾਰਟੀਆਂ ਤਿਆਰੀ ਕਰਦੀਆਂ ਪਈਆਂ ਨੇ ਜੀ। ਤੇ ਇੱਧਰ ਜਾਖੜ ਸਾਹਿਬ ਕਿਉਂਕਿ ਕਾਂਗਰਸ ਤੋਂ ਹੀ ਬੀਜੇਪੀ 'ਚ ਗਏ ਨੇ, ਉਹ ਕਹਿੰਦੇ ਨੇ ਕਿ ਮੈਂ ਲੋਕ ਸਭਾ ਦੀਆਂ ਚੋਣਾਂ ਨਹੀਂ ਲੜੂੰਗਾ, ਮੈਂ ਪਾਰਟੀ ਨੂੰ ਮਜ਼ਬੂਤ ਕਰਨ ਦਾ ਕੰਮ ਕਰਨ ਵਾਸਤੇ ਆਇਆ। ਹੁਣ ਇਹ ਪਾਰਟੀ ਨੂੰ ਮਜ਼ਬੂਤ ਕਰ ਰਹੇ ਨੇ, ਲੋਕ ਸਭਾ ਦੀਆਂ ਚੋਣਾਂ ਨਹੀਂ ਲੜ ਰਹੇ। ਕੈਪਟਨ ਸਾਹਿਬ ਪਹਿਲਾਂ ਹੀ ਆਰਾਮ ਨਾਲ ਬੈਠੇ ਹੋਏ ਨੇ, ਉਹਨਾਂ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਆ ਰਹੀ, ਕੋਈ ਸਟੇਟਮੈਂਟ ਨਹੀਂ ਆ ਰਹੀ। ਤਾਂ ਫਿਰ ਇਹ ਹੁਣ ਜਾਖੜ ਸਾਹਿਬ ਵੀ ਇਸ ਵਕਤ ਨਿਊਜ਼ ਦੇ ਵਿੱਚ ਹੈਗੇ ਨੇ। ਹਾਂ, ਜਿਸ ਤਰ੍ਹਾਂ ਤੁਸੀਂ ਅਮਰਿੰਦਰ ਸਿੰਘ ਦੀ ਗੱਲ ਕੀਤੀ, ਕੈਪਟਨ ਸਾਹਿਬ ਦੀ, ਉਹ ਤਾਂ ਨਹੀਂ ਆਏ, ਇਸ ਕਰਕੇ ਨਹੀਂ ਆਏ ਕਿ ਉਹ ਵੀ ਚਾਹੁੰਦੇ ਸੀ ਕਿ ਜਾਖੜ ਸਾਹਿਬ ਨੂੰ ਤਾਂ ਬਣਾਉਣਾ ਪ੍ਰਧਾਨ ਬੀਜੇਪੀ ਦਾ ਪੰਜਾਬ ਦਾ। ਮੈਨੂੰ ਗਵਰਨਰ ਲਈ ਕਿਹਾ ਸੀ ਇਹਨਾਂ ਨੇ, ਪਹਿਲੋਂ ਗਏ ਵੀ ਆ, ਗ੍ਰਹਿ ਮੰਤਰੀ ਨੂੰ ਮਿਲੇ ਵੀ ਆ, ਉਹਨਾਂ ਨੇ ਉਦੋਂ ਕੋਈ ਲਾਰਾ ਲੱਪਾ ਲਾਇਆ ਸੀਗਾ, ਪਰ ਇਹਨਾਂ ਨੂੰ ਨਹੀਂ ਮਿਲਿਆ ਕੁਝ ਵੀ। ਇਹ ਉੱਥੇ ਦੇ ਉੱਥੇ ਬੈਠੇ ਆ, ਤਦੇ ਕਰਕੇ ਚੁੱਪ ਆ। ਇਸ ਵੇਲੇ ਕੋਈ ਬਿਆਨ ਨਹੀਂ ਹੁੰਦਾ NDA ਬਾਰੇ, ਭਾਜਪਾ ਲਈ ਨਹੀਂ ਬੋਲਦੇ। ਔਰ ਰਹੀ ਗੱਲ ਜਾਖੜ ਸਾਹਿਬ ਦੀ, ਜਾਖੜ ਸਾਹਿਬ ਰੋਜ਼ ਹੀ ਕੋਈ ਨਾ ਕੋਈ ਫਾਇਰ ਕਰਦੇ ਆ ਪੋਲੀਟੀਕਲ। ਹੁਣ ਫਿਰ ਇਹਨਾਂ ਨੇ ਦੂਜਾ ਜਿਹੜਾ ਗੋਲਾ ਬਰਸਾਇਆ ਕਿ ਮੈਂ ਆਪ ਇਲੈਕਸ਼ਨ ਹੀ ਲੜੂੰਗਾ, ਪਰ ਮੈਂ ਮਜ਼ਬੂਤੀ ਲਈ, ਮੈਂ ਭਾਜਪਾ ਦੀ ਮਜ਼ਬੂਤੀ ਲਈ ਅੱਗੇ ਆਊਂਗਾ। ਔਰ ਇਹਨਾਂ ਦੇ ਇੱਕ ਭਤੀਜੇ ਨੇ ਉਹਨਾਂ ਦਾ ਸੰਦੀਪ ਜਿਹੜੇ ਆ ਜਾਖੜ, ਉਹ ਵੀ ਉੱਥੋਂ ਅਬੋਹਰ ਤੋਂ MLA ਸੀਗੇ, ਕਾਂਗਰਸ ਦੇ ਵਿੱਚ ਸੀਗਾ। ਉਹਨਾਂ ਨੂੰ ਅਨੁਸ਼ਾਸਨ ਦੀ ਭੰਗ ਕਰਕੇ ਜਾਂ ਗਲਤ ਕਾਰਵਾਈ ਕਰਕੇ ਉਹਨਾਂ ਨੂੰ ਉੱਥੋਂ ਮੁਅੱਤਲ ਕਰ ਦਿੱਤਾ, ਬਾਹਰ ਕੱਢਤਾ। ਉਹ ਕਹਿੰਦੇ ਮੇਰਾ ਚਾਚਾ ਦਾ ਚਾਚਾ ਰਹੂਗਾ, ਮੈਂ ਇਸ ਪਾਸੇ ਆਊਂਗਾ ਹੀ। ਜਦੋਂ ਤੁਸੀਂ ਚਾਚੇ ਮਾਮੇ ਦੀ ਹੁਣ ਗੱਲ ਕੀਤੀ ਆ, ਉਹਨਾਂ ਕਿਹਾ ਸਿਆਸਤ ਇੱਕ ਪਾਸੇ ਆ, ਰਿਸ਼ਤੇਦਾਰੀ ਦੂਜੇ ਇਸ ਪਾਸੇ ਹੀ ਆ। ਮੇਰੇ ਚਾਚਾ ਜੀ ਜੇ ਇਹਦੇ 'ਚ ਭਾਜਪਾ ਦੇ ਨੇ ਤਾਂ ਮੈਂ ਵੀ ਉੱਧਰ ਆ ਸਕਦਾ। ਔਰ ਭਾਜਪਾ ਦੀ ਵਾਕਿਆ ਇਹਨਾਂ ਜਿਹੜਾ ਸੰਕੇਤ ਦਿੱਤਾ ਮਜ਼ਬੂਤੀ ਲਈ, ਸੰਦੀਪ ਜਿਹੜੇ ਜਾਖੜ ਉਹ ਵੀ ਇੱਧਰ ਆ ਸਕਦੇ ਆ। ਔਰ ਉਹ ਹੁਣੇ ਉਹਦੇ 'ਚ ਉਹਨਾਂ ਦਾ ਕਾਂਗਰਸ ਵੱਲੋਂ ਉਹਨਾਂ ਨੇ ਕਿਹਾ ਵੀ ਅਨੁਸ਼ਾਸਨ ਭੰਗ ਕੀਤਾ, ਅਨੁਸ਼ਾਸਨ ਨੇ ਜਿਹੜਾ ਉਹਨੂੰ ਅਨੁਸ਼ਾਸਨ ਭੰਗ ਕਰਕੇ ਕੱਢ ਦਿੱਤਾ ਉਹਨਾਂ ਨੇ। ਔਰ ਇਸੇ ਕਰਕੇ ਹੀ ਹੁਣ ਜਾਖੜ ਸਾਹਿਬ ਨੇ ਕਹਿਤਾ ਕਿ ਮੈਂ ਮਜ਼ਬੂਤੀ ਲਈ ਜਾਊਂਗਾ, ਟਿਕਟਾਂ ਦੀ ਵੰਡ ਜੇ ਹੋਣੀ ਆ, ਉਮੀਦਵਾਰ ਹੋਣੇ ਆ, ਉਹ ਮੇਰੀ ਹਾਈ ਕਮਾਂਡ ਨਾਲ ਕੰਸਲਟੇਸ਼ਨ ਹੋਊਗੀ। ਔਰ ਮੈਂ ਉਸ ਪੰਜਾਬ 'ਚ ਉਹ ਬੰਦੇ ਲਊਂਗਾ ਜਿਹੜੇ ਕੁਝ ਲੋਕਾਂ ਦਾ ਸਵਾਰ ਸਕਣ, ਲੋਕਾਂ ਲਈ ਜਿਹੜੀ ਰਾਜਨੀਤੀ ਆ ਉਹ ਉਹਨਾਂ ਤੱਕ ਪਹੁੰਚਾਉਣ ਔਰ ਲੋਕਾਂ ਨੂੰ ਸਹੂਲਤਾਂ ਦੇਣ। ਮੈਂ ਇਸ ਕਰਕੇ ਚਾਹੁੰਦਾ ਕਿ ਜੇ ਕੇਂਦਰ 'ਚ ਭਾਜਪਾ ਬੈਠੀ ਆ ਅਤੇ ਸਟੇਟ 'ਚ ਕਿਉਂ ਨਹੀਂ ਬੈਠ ਸਕਦੀ, ਸਟੇਟ ਦੇ ਵਿੱਚ ਵੀ ਅਸੀਂ ਕਹਾਂਗੇ। ਮੇਰਾ ਖਿਆਲ ਹੈ ਕਿ ਇਹਨਾਂ ਦਾ ਅਗਲਾ ਮੁੱਖ ਮੰਤਰੀ ਬਣਨ ਦਾ ਵੱਡਾ ਸੁਨੇਹਾ ਹੈ, ਕਿਉਂਕਿ ਇਹ ਚਾਹੁੰਦੇ ਨਹੀਂਗੇ ਕਿ ਮੈਂ ਇਲੈਕਸ਼ਨ ਲੜਾਂ ਜਾਂ ਕੁਛ। ਉਹ ਅਜੇ 5 ਸਾਲ ਲੱਗ ਜਾਣੇ ਔਰ 4 ਸਾਲ ਲੱਗ ਜਾਣੇ, ਕਿਉਂਕਿ ਅਜੇ ਜਿਹੜੀ ਆਪ ਇਹਨੂੰ 1.5 ਸਾਲ ਹੋਇਆ। ਅਤੇ ਜਿਹੜੀਆਂ ਇਲੈਕਸ਼ਨ ਆ ਰਹੀਆਂ ਬਾਕੀ ਉਹਦੇ ਵਿੱਚ ਆਉਂਦਾ ਮੈਂ ਮਜ਼ਬੂਤੀ ਲਾਊਂਗਾ। 13 ਜਿਹੜੀਆਂ ਆ ਰਹੀਆਂ, 13 ਦੇ 13 ਉਮੀਦਵਾਰ ਸਾਡੇ ਭਾਜਪਾ ਵੱਲੋਂ ਖੜ੍ਹੇ ਹੋਣ ਜੀ, ਕਿਉਂਕਿ ਆਪਣੀ ਜਿਹਨੂੰ ਆਪਾਂ ਕਹਿੰਦੇ ਆ ਨਾ ਅਸੈਸਮੈਂਟਸ ਹੁੰਦੀਆਂ ਨੇ, ਬਿਲਕੁਲ ਪਾਰਟੀ ਆਪਣੇ ਵੱਲੋਂ ਅੰਦਾਜ਼ੇ ਲਗਾਏ ਜਾਂਦੇ ਨੇ। ਔਰ ਅੰਦਾਜ਼ੇ ਕਈ ਵਾਰ ਸਹੀ ਵੀ ਬਹਿੰਦੇ ਨੇ,
ਟੈਟੇ ਵੀ ਹੋ ਜਾਂਦੇ ਨੇ ਹਾਂ ਹੈ ਨਾ। ਇਹ ਤਾਂ ਤਾਸ਼ ਦੇ ਪੱਤਿਆਂ ਦਾ ਇੱਕ ਘਰ ਬਣਾਉਣ ਵਾਲੀ ਗੱਲ ਹੈ। ਟਿਕਿਆ ਰਿਹਾ ਤੇ ਟਿਕਿਆ ਰਿਹਾ, ਨਹੀਂ ਟਿਕਿਆ ਤੇ ਫਿਰ ਉੱਡ ਗਿਆ। ਉੱਡ ਗਿਆ। ਸੋ ਇਹ ਜਾਖੜ ਸਾਹਿਬ ਦੀਆਂ ਆਪਣੀਆਂ ਸਟ੍ਰੈਟਜੀਜ਼ ਨੇ, ਆਪਣੀ ਸੋਚ ਹੈ। ਦੇਖੋ ਕਿੱਧਰ ਨੂੰ ਹਵਾ ਵਹਿੰਦੀ ਹੈ, ਇਹ ਤਾਂ ਹੁਣ ਦੇਖਣਾ ਪਏਗਾ, ਟਾਈਮ ਦੱਸੇਗਾ। ਸੋ ਇੱਧਰ ਪੰਜਾਬ ਦੀ ਇੱਕ ਹੋਰ ਗੱਲ ਕਰਦੇ ਹਾਂ ਆਪਾਂ ਕਿ ਸੁਖਬੀਰ ਬਾਦਲ ਸਾਹਿਬ ਕਹਿੰਦੇ ਨੇ ਕਿ ਜੋ ਪੰਥ ਵਿਰੋਧੀ ਤਾਕਤਾਂ ਨੇ ਉਹਨਾਂ ਨੂੰ ਹਰਾਉਣ ਵਾਸਤੇ ਪੰਥ ਨੂੰ ਇਕਜੁੱਟ ਹੋਣਾ ਪੈਣਾ। ਹੁਣ ਇਹ ਜ਼ਾਹਿਰ ਤੌਰ ਤੇ ਸਿੱਖ ਪੰਥ ਦੀ ਗੱਲ ਹੋ ਰਹੀ ਹੈ। ਜ਼ਾਹਿਰ ਤੌਰ ਤੇ ਪਾਰਟੀ ਜਿੱਥੋਂ ਚੱਲੀ ਸੀ, ਅਕਾਲੀ ਪਾਰਟੀ, ਸ਼੍ਰੋਮਣੀ ਅਕਾਲੀ ਦਲ ਚੱਲਿਆ ਸੀ, ਪੰਥਕ ਲੀਹਾਂ ਤੇ ਹੀ ਚੱਲਿਆ ਸੀ, ਕੁਰਬਾਨੀਆਂ ਵੀ ਦਿੱਤੀਆਂ। ਹੁਣ ਇਸ ਵਕਤ ਜੋ ਇਹ ਗੱਲ ਕਹੀ ਜਾ ਰਹੀ ਹੈ, ਇਲਜ਼ਾਮਾਤ ਵੀ ਲੱਗਦੇ ਨੇ ਵਿਰੋਧੀਆਂ ਵੱਲੋਂ ਕਿ ਪੰਥ ਦੀਆਂ ਲੀਹਾਂ ਤੋਂ ਹਟ ਗਈ ਹੈ ਸ਼੍ਰੋਮਣੀ ਅਕਾਲੀ ਦਲ, ਇਹ ਵੀ ਇਲਜ਼ਾਮਾਤ ਲੱਗਦੇ ਨੇ। ਹੁਣ ਸੁਖਬੀਰ ਬਾਦਲ ਇਹ ਕਿਉਂ ਕਹਿ ਰਹੇ ਨੇ, ਇਹ ਆਪਾਂ ਦਰਸ਼ਕਾਂ ਨੂੰ ਕਲੀਅਰ ਕਰੀਏ। ਹਾਂ, ਇਹਨਾਂ ਨੇ ਹੁਣ ਇੱਕ ਬਹੁਤ ਵੱਡਾ ਸਮਾਗਮ ਹੋਇਆ ਸੀਗਾ, ਸ਼ਹੀਦੀ ਦਿਵਸ ਸੀਗਾ, ਹਰਚੰਦ ਸਿੰਘ ਲੌਂਗੋਵਾਲ ਜਿਹਦਾ ਸ਼ਹੀਦੀ ਦਿਨ ਸੀ, ਦਿਹਾੜਾ ਮਨਾਇਆ ਸੀਗਾ। ਉੱਥੇ ਇਹਨਾਂ ਦੀ ਵੱਡੀ ਕਾਨਫਰੰਸ ਸੀਗੀ ਔਰ ਉੱਥੇ ਸਾਰੀਆਂ ਪਾਰਟੀਆਂ ਦੇ ਨੇਤਾ ਗਏ ਆ ਔਰ ਅਕਾਲੀ ਦਲ ਦੇ ਜਦੋਂ ਉੱਥੇ ਸਮਾਗਮ ਹੋਇਆ ਤੇ ਜਦੋਂ ਸਪੀਚ ਆਈ ਆ, ਜਦੋਂ ਇਹਨਾਂ ਸੰਬੋਧਨ ਕੀਤਾ, ਉਹਦੇ ਵਿੱਚ ਸਭ ਤੋਂ ਜ਼ਿਆਦਾ ਮਸਲਾ ਇਹ ਸੀਗਾ ਕਿ ਜਿਹੜਾ ਸਾਡਾ ਅਕਾਲੀ ਦਲ ਆ ਜਾਂ ਸਾਡਾ ਪੰਥ ਆ, ਉਹਦੇ ਵਿੱਚ ਤੋੜ ਭੰਨ ਹੋ ਗਈ ਆ ਔਰ ਲੋਕਾਂ ਨੇ ਉਹਨੂੰ ਜਾਣ ਬੁੱਝ ਕੇ ਤੋੜਨ ਦੀ ਕੋਸ਼ਿਸ਼ ਕੀਤੀ ਆ। ਔਰ ਉਹਨਾਂ ਨੇ ਜ਼ਿਕਰ ਕੀਤਾ ਕਿ ਪਹਿਲਾਂ ਵੈਟਰਨ ਜਿਹੜੇ ਪੁਰਾਣੇ ਲੀਡਰ ਸੀ ਉਹ ਵੀ ਅਕਾਲੀ ਦਲ ਛੱਡ ਕੇ ਚਲੇ ਗਏ ਸੀਗੇ, ਜਿਹਦੇ 'ਚ ਬ੍ਰਹਮਪੁਰਾ ਸਾਹਿਬ ਸੀਗੇ, ਜਿਹਦੇ ਵਿੱਚ ਢੀਂਡਸਾ ਸਾਹਿਬ ਸੀਗੇ, ਜਿਹਦੇ ਵਿੱਚ ਸੇਖਵਾਂ ਸਾਹਿਬ ਸੀਗੇ ਔਰ ਹੋਰ ਨੇਤਾ ਜਿਹੜੇ ਵੱਡੇ ਪ੍ਰਮੁੱਖ ਨੇਤਾ ਸੀ ਉਹ ਅਕਾਲੀ ਦਲ ਨੂੰ ਛੱਡ ਕੇ ਚਲੇ ਗਏ ਸੀਗੇ। ਔਰ ਉਦੋਂ ਬਾਅਦ ਇਹਨਾਂ ਨੇ ਆਪਣੇ ਨਾਲ ਯੂਥ ਅਕਾਲੀ ਦਲ ਦਾ ਜਿਹੜਾ ਵਿੰਗ ਸੀ ਉਹਨੂੰ ਮਜ਼ਬੂਤ ਕੀਤਾ, ਇਸਤਰੀ ਅਕਾਲੀ ਦਲ ਜਿਹੜਾ ਵਿੰਗ ਸੀ ਉਹਨੂੰ ਮਜ਼ਬੂਤ ਕੀਤਾ ਸੁਖਬੀਰ ਬਾਦਲ ਜੀ ਨੇ। ਔਰ ਬਾਦਲ ਸਾਹਿਬ ਜੀ ਦੇ, ਪ੍ਰਕਾਸ਼ ਸਿੰਘ ਬਾਦਲ ਜੀ ਦੇ ਸਾਹਿਬ ਜੀ ਦੇ ਚਲੇ ਜਾਣ ਦਾ ਵੀ ਜਿਹੜਾ ਬਗੋਚਾ ਸੀ ਪਾਰਟੀ ਨੂੰ ਬਹੁਤ ਵੱਡਾ ਭੁਗਤਣਾ ਪਿਆ, ਕਿਉਂਕਿ ਸੁਖਬੀਰ ਬਾਦਲ ਜੀ ਪਹਿਲੋਂ ਇੰਨਾ ਸੀਰੀਅਸਲੀ ਨਹੀਂ ਸੀ ਸਾਰੀ ਰਾਜਨੀਤੀ ਨੂੰ ਵੇਖਦੇ। ਇਹਨਾਂ ਦੇ ਮੋਢਿਆਂ 'ਤੇ ਜਦੋਂ ਇਹ ਏਡੀ ਵੱਡੀ ਜ਼ਿੰਮੇਵਾਰੀ ਆ ਗਈ, ਇਹਨਾਂ ਨੂੰ ਨਿਭਾਉਣ ਦੀ ਕੋਸ਼ਿਸ਼ ਤਾਂ ਕੀਤੀ ਆ। ਫਿਰ ਕੋਰ ਕਮੇਟੀ ਬਣਾਈ ਇਹਨਾਂ ਨੇ, ਕੋਰ ਕਮੇਟੀ ਵਿੱਚ ਵੀ ਇਹਨਾਂ ਨੇ ਕਿਹਾ ਕਿ ਕਿੱਥੇ ਕਿੱਥੇ ਕੀ ਗਲਤ ਹੋ ਰਿਹਾ ਔਰ ਕੀ ਹੋਣਾ ਚਾਹੀਦਾ। ਔਰ ਇਹਨਾਂ ਨੂੰ ਪਹਿਲਾਂ ਪ੍ਰਧਾਨਗੀ ਛੱਡਣ ਲਈ ਵੀ ਕਿਹਾ ਗਿਆ ਸੀਗਾ, ਪਰ ਇਹਨਾਂ ਨੇ ਕਿਹਾ ਮੈਂ ਛੱਡ ਦੇਣਾ, ਤੁਸੀਂ ਜਿਹੜਾ ਨਵਾਂ ਪ੍ਰੈਜ਼ੀਡੈਂਟ ਆਉਣ ਦਿਓ। ਪਰ ਫਿਰ ਉਹਨਾਂ ਦੇ ਜਥੇਦਾਰਾਂ ਸਾਰਿਆਂ ਨੇ ਰਲ ਕੇ ਕਿਹਾ ਨਹੀਂ, ਸੁਖਬੀਰ ਬਾਦਲ ਜੀ ਰਹਿਣਗੇ ਔਰ ਹੈੱਡ ਰਹਿਣਗੇ ਪਾਰਟੀ ਦੇ। ਔਰ ਉਹਦੇ ਨਾਲ ਇਹਨਾਂ ਨੇ ਇੱਕ ਪਹਿਲੋਂ ਇਸ਼ੂ ਲਿਆ ਸੀਗਾ ਕਿ ਅਸੀਂ ਚਾਹੁੰਦੇ ਹਾਂ ਕਿ ਬੀਜੇਪੀ ਨਾਲ ਸਾਡਾ ਗੱਠਜੋੜ ਹੋ ਜੇ। ਔਰ ਬੀਜੇਪੀ ਨਾਲ ਜਦੋਂ ਇਹਨਾਂ ਨੇ ਗੱਲ ਕੀਤੀ ਹਾਈ ਕਮਾਂਡ ਨਾਲ, ਉਹ ਨਹੀਂ ਮੰਨੇ। ਉਹ ਕਹਿੰਦੇ ਅਸੀਂ ਇਕੱਲੇ ਦੇ ਇਕੱਲੇ ਰਹਾਂਗੇ, ਅਸੀਂ 2/3 ਤਰੀਕਾ ਨਹੀਂ ਵਰਤਾਂਗੇ। ਪਹਿਲੀ ਵਾਰ ਅਸੀਂ ਪਛਤਾ ਰਹੇ ਹਾਂ ਕਿ ਪਹਿਲਾਂ ਸਾਨੂੰ ਮਿਨਿਸਟਰੀ ਨਹੀਂ ਦਿੱਤੀ, ਉਪ ਮੁੱਖ ਮੰਤਰੀ ਸ਼ਿਪ ਨਹੀਂ ਦਿੱਤੀ, ਉਹ ਵੀ ਇਹਨਾਂ ਨੇ ਆਪ ਹੀ ਲੈ ਲਿਆ ਔਰ ਸੁਖਬੀਰ ਬਾਦਲ ਜੀ ਰਹੇ ਉਹਦੇ 'ਚ। ਔਰ ਉਦੋਂ ਬਾਅਦ ਔਰ 3 ਟਾਈਮ ਜਿਹੜਾ ਹੈਗਾ ਪ੍ਰਕਾਸ਼ ਸਿੰਘ ਬਾਦਲ ਜੀ ਇਕੱਲੇ ਰਹੇ, ਮੰਤਰੀ ਮੰਡਲ ਵੀ ਇਹਨਾਂ ਦਾ ਰਿਹਾ। ਇਸ ਕਰਕੇ ਉਹਨਾਂ ਨੇ ਇਹਨਾਂ ਨੂੰ ਕੰਨੀ ਨਹੀਂ ਫੜਾਈ। ਤਦੇ ਸੁਨੀਲ ਜਾਖੜ ਜੀ ਤਦੇ ਇਸੇ ਤੇ ਬੋਲਦੇ ਆ ਕਿ ਇਹਨਾਂ ਦਾ ਜੋ ਮਲੀਆ ਮੇਟ ਹੋ ਰਿਹਾ ਹੁਣ ਡਿੱਗ ਰਹੀ ਆ ਇਹਨਾਂ ਦੀ ਪਾਰਟੀ, ਹੁਣ ਇਹਨਾਂ ਨੂੰ ਹੱਥਾਂ ਪੈਰਾਂ ਦੀ ਪਈ ਆ। ਪਰ ਸੁਖਬੀਰ ਬਾਦਲ ਨੇ ਕਿਹਾ ਕਿ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਹੈਗੀ, ਅਸੀਂ ਇਹਦਾ ਜਵਾਬ ਮੋੜਵਾਂ ਜਵਾਬ ਦੇਵਾਂਗੇ, ਅਸੀਂ ਦੁਬਾਰਾ ਰੀਆਰਗੇਨਾਈਜ਼ ਕਰ ਰਹੇ ਹਾਂ ਔਰ ਹੋ ਵੀ ਰਿਹਾ ਹੈਗਾ, ਅਸੀਂ ਜਿਹੜਾ ਗਠਬੰਧਨ ਪੂਰਾ ਕਰ ਲਿਆ ਹੈਗਾ। ਔਰ ਅੰਮ੍ਰਿਤਸਰ ਖਾਸ ਮੀਟਿੰਗਾਂ ਇਹਨਾਂ ਦੀਆਂ ਹੁੰਦੀਆਂ ਰਹਿੰਦੀਆਂ। ਹੁਣ ਅਗਲੀ ਮੀਟਿੰਗ ਵੀ ਇਹਨਾਂ ਨੇ ਐਲਾਨ ਕਰ ਦਿੱਤਾ ਕਿ ਉਹ ਮੀਟਿੰਗ ਬਹੁਤ ਜਲਦੀ ਹੋ ਰਹੀ ਆ ਔਰ ਇਲੈਕਸ਼ਨ ਤੋਂ ਪਹਿਲੋਂ ਇਹਨਾਂ ਨੇ ਕਈ ਵੱਡੀਆਂ ਮੀਟਿੰਗਾਂ ਕਰਨੀਆਂ, ਉਹਦੇ 'ਚ ਉਮੀਦਵਾਰ ਵੀ ਇਹਨਾਂ ਨੇ ਖੜੇ ਕਰਨੇ ਆ। ਔਰ ਯੂਥ ਅਕਾਲੀ ਦਲ ਜਿਹੜਾ ਉਹਨੂੰ ਤਾਂ ਬਹੁਤ ਅੱਗੇ ਲੈਂਦਾ ਇਹਨਾਂ ਨੇ ਔਰ ਨਵੀਂ ਜਿਹੜੀ ਮੁੰਡੇ ਨੇ ਉਹਨਾਂ ਨੂੰ ਲਿਆਉਣਗੇ, ਜਿਹੜੇ ਇੱਥੋਂ ਦੇ ਪੰਜਾਬ ਦੇ ਨੇ, ਕੁਝ ਬਾਹਰ ਵੀ ਵਸ ਰਹੇ ਆ, ਉਹ ਵੀ ਇੱਥੇ ਲਿਆਉਣਗੇ। ਔਰ ਇਹਦੇ ਵਿੱਚ ਹੁਣ ਦੇਖੋ ਕੀ ਬਣਦਾ ਪਾਰਟੀ ਨੂੰ ਰੀਆਰਗੇਨਾਈਜੇਸ਼ਨ ਦੇਣ ਲਈ। ਔਰ ਸੁਖਬੀਰ ਬਾਦਲ ਵੀ ਬੜੇ ਪੜ੍ਹੇ ਲਿਖੇ ਨੇ, ਇੰਟੈਲੀਜੈਂਟ ਨੇ ਔਰ ਇਸ ਕਰਕੇ ਉਹ ਟੁੱਟਣ ਨਹੀਂ ਦੇਣਗੇ ਪਾਰਟੀ ਨੂੰ। ਔਰ ਪਾਰਟੀ ਬੜੀ ਪੁਰਾਣੀ ਹੈ। ਜਦੋਂ SGPC ਦਾ ਜਿਹੜੇ ਇਲੈਕਸ਼ਨ ਹੋਏ ਉਹਦੇ 'ਚ ਵੀ ਰੌਲਾ ਪਿਆ ਹੈਗਾ, ਜਦੋਂ ਧਾਮੀ ਸਾਹਿਬ ਦੁਬਾਰਾ ਆ ਗਏ, ਉਹ ਬੀਬੀ ਜਗੀਰ ਕੌਰ ਉਹਦੇ ਤੋਂ ਅਕਾਲੀ ਦਲ ਛੱਡ ਕੇ ਸਾਈਡ 'ਤੇ ਹੋ ਗਏ ਸੀ, ਕਿਉਂਕਿ ਉਹਨਾਂ ਦਾ ਜਿਹੜਾ ਗੜ੍ਹ ਹੈਗਾ ਉਹਨਾਂ ਕੋਲ ਵੀ ਬਹੁਤ ਵੱਡੀ ਵੋਟ ਬੈਂਕ ਆ। ਬੀਬੀ ਜਗੀਰ ਕੌਰ ਕੋਲ ਵੀ ਭਲੱਥ ਦਾ ਏਰੀਆ ਸਾਰਾ ਉਹਨਾਂ ਕੋਲ ਉਹ ਏਰੀਆ, ਉਹਦਾ ਕਰਕੇ ਵੀ ਥੋੜ੍ਹੀ ਸੈਟਬੈਕ ਲੱਗੀ ਇਹਨਾਂ ਨੂੰ। ਆ ਜਿਹੜੀ ਗੱਲ ਕਰ ਰਹੇ ਨਾ ਕਿ ਜਿਹੜੀ ਉਹਦੇ ਵਿੱਚ ਰੀਆਰਗੇਨਾਈਜੇਸ਼ਨ ਹੋਣੀ ਆ, ਉਹ ਕਾਫੀ ਵੱਡੇ ਨੇਤਾ ਛੱਡ ਕੇ ਚਲੇ ਗਏ ਸੀ ਅਕਾਲੀ ਦਲ ਨੂੰ। ਬੀਬੀ ਜਗੀਰ ਕੌਰ ਵੀ ਇੱਥੋਂ ਚਲੇ ਗਈ ਔਰ ਬਾਦਲ ਸਾਹਿਬ ਦੇ ਹੁੰਦਿਆਂ ਨਹੀਂ ਸੀ ਇੱਦਾਂ ਦੀ ਕੋਈ ਜਿਹੜਾ ਪੱਤਾ ਹਿੱਲਦਾ ਉਦੋਂ। ਹੁਣ ਬੜਾ ਕੁਝ ਹੋ ਗਿਆ ਕਿਉਂਕਿ ਉਹ ਬੜੇ ਪੁਰਾਣੇ ਨੇਤਾ ਰਹੇ ਆ ਔਰ ਲੀਡਰ ਰਹੇ, ਉਹਨਾਂ ਨੂੰ ਸਤਿਕਾਰ ਵੀ ਦਿੰਦੇ ਸੀ ਲੋਕ, ਗੱਲ ਮੰਨਦੇ ਵੀ ਸੀਗੇ। ਇਹ ਨਵੇਂ ਲੀਡਰ ਆ, ਇਹਦੇ ਵਿੱਚ ਤੋੜ ਭੰਨ ਤਾਂ ਹੋਣੀ ਆ, ਕਈ ਕੁਝ ਹੋਣਾ। ਔਰ ਇਹਨੂੰ ਜੋੜਨ ਲਈ ਦੁਬਾਰਾ ਇਹਨੂੰ ਫਿਰ ਇਕੱਠਾ ਕਰਨ ਲਈ ਇਹਨੂੰ ਸਮਾਂ ਲੱਗੂਗਾ।
ਅਕਾਲੀ ਦਲ ਫਿਰ ਆਪਣੀ ਪੁਰਾਣੀਆਂ ਬੁਲੰਦੀਆਂ ਤੇ ਖੜਾ ਹੋ ਗਿਆ। ਬਿਲਕੁਲ ਅਕਾਲੀ ਦਲ ਜਦੋਂ ਤੱਕ ਲੋਕਾਂ ਦੀ ਸੋਚ ਦਾ ਹਿੱਸਾ ਨਹੀਂ ਬਣਦਾ, ਜਦੋਂ ਤੱਕ ਲੋਕਾਂ ਦਾ ਭਰੋਸਾ ਨਹੀਂ ਬਣਦਾ, ਸਹੀ ਗੱਲ। ਉਦੋਂ ਤੱਕ ਸੁਖਬੀਰ ਬਾਦਲ ਜੀ ਨੂੰ ਬਹੁਤ ਮਿਹਨਤ ਕਰਨੀ ਪੈਣੀ ਹੈ। ਆਪਾਂ ਇੱਕ ਕੱਲ ਨਿਊਜ਼ ਦੀ ਡਿਸਕਸ਼ਨ ਕੀਤੀ ਸੀ ਕਿ ਇੱਕ ਐਸਐਚਓ ਜੋ ਜਲੰਧਰ ਦੇ ਨੇ, ਉਹਨਾਂ ਨੇ ਜ਼ਲੀਲ ਕੀਤਾ ਦੋ ਭਰਾਵਾਂ ਨੂੰ ਜੀ ਜੀ। ਔਰ ਉਹਨਾਂ ਨੇ ਆਤਮ ਹੱਤਿਆ ਕਰ ਲਈ। ਉਹਦੇ ਵਿੱਚ ਉਹਨਾਂ ਨੇ ਆਪਾਂ ਜਦੋਂ ਡਿਸਕਸ ਕੀਤਾ ਕਿ ਉਹਨਾਂ ਦੀ ਬਾਡੀ ਨਹੀਂ ਮਿਲੀ ਹਜੇ ਤੱਕ ਜੀ। ਕੋਈ ਨਵੀਆਂ ਡਿਵੈਲਪਮੈਂਟਸ ਹੋਈਆਂ ਇਹਦੇ ਵਿੱਚ? ਨਹੀਂ, ਇਹਦੇ ਵਿੱਚ ਉਹ ਮੁੰਡੇ ਜਦੋਂ ਬਿਆਸ ਦਰਿਆ ਤੋਂ ਉਹਨਾਂ ਨੇ ਛਾਲ ਮਾਰੀ, ਪਹਿਲਾਂ ਛੋਟੇ ਬ੍ਰਦਰ ਨੇ ਮਾਰ ਦਿੱਤੀ ਔਰ ਉਸ ਤੋਂ ਜਸ਼ਨਵੀਰ ਉਹਦਾ ਨਾਮ, ਔਰ ਦੂਜੇ ਜਿਹੜਾ ਉਹਨਾਂ ਦਾ ਵੱਡਾ ਭਰਾ ਸੀ ਮਾਨਵਜੀਤ, ਉਹਨੂੰ ਵੇਖ ਕੇ ਫਿਰ ਮਾਰਤੀ ਛਾਲ ਉਹਨਾਂ ਨੇ, ਦੋਵਾਂ ਨੇ ਦਰਿਆ ਦੇ ਵਿੱਚ। ਔਰ ਉਹਨਾਂ ਦੇ ਮਾਸੀ ਦਾ ਮੁੰਡਾ ਉੱਥੇ ਖੜਾ ਸੀ, ਪਹਿਲਾਂ ਉਹਨਾਂ ਨੂੰ ਫੜਦਾ ਰਿਹਾ ਔਰ ਛੋਟੇ ਨੂੰ, ਪਰ ਉਹ ਛੋਟੇ ਨੇ ਬਾਂਹ ਚੜਾ ਕੇ ਛਾਲ ਮਾਰਤੀ। ਔਰ ਦੂਜਾ ਉਹਨਾਂ ਨੇ ਆ ਕੇ, ਜਿਹੜਾ ਇਕੱਲਾ ਰਹਿ ਗਿਆ ਸੀ ਉਹਨਾਂ ਦੀ ਮਾਸੀ ਦਾ ਮੁੰਡਾ, ਉਹਨੇ ਆ ਕੇ ਜਿਹੜਾ ਉੱਥੇ ਨਾਕਾ ਲੱਗਦਾ ਬਿਆਸ ਦਰਿਆ 'ਤੇ, ਉਹਨਾਂ ਨੂੰ ਦੱਸਿਆ। ਉਹਨਾਂ ਨੇ ਫਟਾਫਟ ਗੱਡੀ ਕੱਢੀ ਔਰ ਘਮਾਈ ਆਲੇ ਦੁਆਲੇ ਔਰ ਬੜੀ ਦੂਰ ਤੱਕ ਗਏ, ਉਹ ਉਦੋਂ ਤੱਕ ਨਹੀਂ ਮਿਲਿਆ। ਕੋਈ ਇਸ ਤਰ੍ਹਾਂ ਦੀ ਹੁਣ ਖਬਰ ਨਹੀਂ ਪਹੁੰਚੀ ਕਿ ਉਹ ਮੁੰਡੇ ਮਿਲੇ ਜਾਂ ਨਹੀਂ ਮਿਲੇ। ਉਹਨਾਂ ਦੇ ਘਰ ਵਿੱਚ ਰੋਣਾ ਪਿੱਟਣਾ ਹੈ ਔਰ ਬਹੁਤ ਔਰ ਰਿਸ਼ਤੇਦਾਰ ਆ ਰਹੇ ਆ ਔਰ ਮਾਂ ਪਿਓ ਹੋਣਾ ਹੀ ਨੇ, ਮਾਂ ਪਿਓ ਜਿਹੜੇ ਕਿਹੜੀ ਸਥਿਤੀ 'ਚੋਂ ਗੁਜ਼ਰੇ। ਬਿਲਕੁਲ ਸਹੀ। ਔਰ ਜਿਹੜੇ ਉਹ ਐਸਐਚਓ ਨੇ ਜਿਨ੍ਹਾਂ ਨੇ ਜ਼ਲੀਲ ਕੀਤਾ ਜੀ, ਉਹਨਾਂ ਦੇ ਖਿਲਾਫ ਕੋਈ ਕਾਰਵਾਈ ਕੀਤੀ ਪੁਲਿਸ ਡਿਪਾਰਟਮੈਂਟ ਨੇ? ਉਹਨਾਂ ਦੇ ਡੀਐਸਪੀ ਔਰ ਐਸਐਸਪੀ ਨੇ ਕਿਹਾ, ਇੱਥੇ ਡਿਵੀਜ਼ਨ ਨੰਬਰ 1 ਦੇ ਸੀਗੇ ਐਸਐਚਓ ਨਵਦੀਪ ਸਿੰਘ, ਔਰ ਉਹਨਾਂ ਤੇ ਜੋ ਕੇਸ ਹੋਇਆ, ਐਫਆਈਆਰ ਲੌਜ ਹੋਈ ਆ, ਕਿ ਸਾਰਾ ਚੱਲੇਗਾ। ਔਰ ਉਹ ਕੇਸ ਤਾਂ ਤੁਹਾਨੂੰ ਪਤਾ ਜੁਡੀਸ਼ਰੀ ਜਾਂ ਇਹਦੇ ਵਿੱਚ ਕਿੱਦਾਂ ਚੱਲਦਾ, ਉਹ ਤਾਂ ਆਪਾਂ ਗੱਲ ਕੀਤੀ ਹੋਣੀ ਕਿ ਜਿਹਦੇ ਵਿੱਚ ਕਈ ਪੈਂਡਿੰਗ ਪਏ ਆ। ਉਹ ਤੋਂ ਬਾਅਦ ਜਿਹੜੇ ਇਹਨੂੰ ਬਹੁਤਾ ਸੀਰੀਅਸ ਤਰੀਕੇ ਨਾਲ ਨਹੀਂ ਲੈਂਦੇ। ਸੀਰੀਅਸ ਉਹ ਹੁੰਦੇ ਆ ਜਿਨ੍ਹਾਂ ਨੇ ਇਹਨਾਂ ਦਾ ਵਗੋਚਾ, ਜਿਨ੍ਹਾਂ ਦਾ ਪੁੱਤਾਂ ਦਾ ਵਗੋਚਾ ਆ ਗਿਆ, ਜਿਨ੍ਹਾਂ ਦੇ ਪੁੱਤ ਤੁਰ ਗਏ ਆ, ਜਿਨ੍ਹਾਂ ਦੇ ਘਰ ਸੁੰਨੇ ਹੋ ਗਏ ਆ, ਜਿਨ੍ਹਾਂ ਦੇ ਪਰਿਵਾਰ ਬਿਲਕੁਲ ਤਬਾਹ ਹੋ ਗਏ, ਉਹਨਾਂ ਲਈ ਵਗੋਚਾ ਆਉਂਦਾ। ਇਹ ਜਿਹੜੀਆਂ ਜੁਡੀਸ਼ਰੀ ਜਾਂ ਜਿਹੜੇ ਲੋਕ ਨੇ, ਜਾਂ ਇਹ ਆਪਣੀ ਜਿਹੜੀ ਜੂੰ ਤੋਰ ਤੁਰਦੇ, ਇਹਨਾਂ ਦੀ ਤੋਰ ਜਿਹੜੀ ਹੈ ਜੂੰ ਵਾਲੀ, ਹੌਲੀ ਹੌਲੀ ਤੁਰੇ ਜਾਣਾ। ਚਲੋ ਜੀ ਕੇਸ ਚੱਲ ਪਿਆ, ਹੈ ਨਾ, ਕੇਸ ਚੱਲ ਪਿਆ, ਕਦੋਂ ਚੱਲਣਾ, ਕਿੱਧਰ ਨੂੰ ਜਾ ਰਿਹਾ, ਕੁਝ ਨਹੀਂ ਪਤਾ। ਸਿੱਧੂ ਮੂਸੇਵਾਲੇ ਦਾ ਕੇਸ ਦੇਖ ਲਓ, ਦਿਨ ਦਿਹਾੜੇ ਉਹਨੂੰ ਗੋਲੀਆਂ ਨਾਲ ਮਾਰ ਕੇ ਔਰ ਦਿਨ ਦਿਹਾੜੇ ਉਹਨੂੰ ਕਤਲ ਕਰ ਦਿੱਤਾ ਗਿਆ। ਔਰ ਮਾਂ ਦਾ ਇਕਲੌਤਾ ਪੁੱਤ ਸੀਗਾ, ਔਰ ਉਹਦੇ ਕੋਲ ਪ੍ਰਾਪਰਟੀ ਦਾ ਅੰਤ ਆਉਂਦੀ ਸੀ। ਔਰ ਇੰਨਾ ਟੈਲੈਂਟਡ ਮੁੰਡਾ ਸੀਗਾ, ਇੰਨਾ ਵਧੀਆ ਗਾਉਂਦਾ ਸੀ, ਆਪੇ ਲਿਖਦਾ ਸੀ, ਆਪੇ ਕੰਪੋਜੀਸ਼ਨ ਬਣਾਉਂਦਾ ਸੀ, ਔਰ ਪੜ੍ਹਿਆ ਲਿਖਿਆ ਸੀਗਾ। ਔਰ ਕੈਨੇਡਾ ਵਿੱਚ ਵੀ ਉਹਦੇ ਕੋਲ ਆਪਣਾ ਘਰ ਸੀਗਾ, ਕੈਨੇਡਾ 'ਚ ਉਹਦੇ ਕੋਲ ਪ੍ਰਾਪਰਟੀ ਸੀ, ਉਹਨੇ ਫਿਲਮ ਵੀ ਬਣਾਈ ਉੱਥੇ ਉਹਨੇ। ਔਰ ਇੰਨਾ ਮੁੰਡਾ ਜਿਹੜਾ ਸੀਗਾ ਗਿਆਨਵਾਨ ਸੀਗਾ। ਔਰ ਉਦੋਂ ਬਾਅਦ ਇਹੋ ਜਿਹੇ ਜਿਹੜੇ ਚੰਗੇ ਸਿੰਗਰ, ਇਹੋ ਜਿਹੇ ਪਿਆਰੇ ਬੱਚੇ ਜਿਹੜੇ ਪੰਜਾਬ 'ਚ ਨਹੀਂ ਪੈਦਾ ਹੁੰਦੇ। ਔਰ ਉਹ ਮੁੰਡਾ ਨਸ਼ੇ ਤੋਂ ਵੀ ਦੂਰ ਰਹਿਣ ਲਈ ਲੋਕਾਂ ਨੂੰ ਪ੍ਰੇਰਨਾ ਦਿੰਦਾ ਰਿਹਾ, ਔਰ ਮੋਸਟ ਇੰਟੈਲੀਜੈਂਟ ਮੁੰਡਾ ਸੀਗਾ। ਉਹਦਾ ਅਜੇ ਤੱਕ ਪਤਾ ਤਾਂ ਨਹੀਂ ਲੱਗ ਰਿਹਾ। ਉਹਦਾ ਮਾਂ ਫਿਰ ਰੋਂਦਾ ਰਹਿੰਦਾ ਵਿਚਾਰਾ, ਉਹਦਾ ਫਾਦਰ ਬਲਕੌਰ ਸਿੰਘ, ਉਹਦੀ ਮਦਰ ਚਰਨਜੀਤ ਕੌਰ, ਉਹ ਵੀ ਵਿਚਾਰੇ ਰੋਂਦੇ ਰਹਿੰਦੇ। ਉਹਨਾਂ ਦੇ ਪੱਲੇ ਤਾਂ ਰੋਣਾ ਰਹਿ ਗਿਆ। ਔਰ ਦੂਜਾ ਬੱਚਾ ਕੋਈ ਹੈ ਨਹੀਂ, ਘਰ ਦੀਆਂ ਕੰਧਾਂ ਵੇਖ ਕੇ ਰੋਂਦੇ ਆ, ਘਰ ਦੀਆਂ ਛੱਤਾਂ ਵੇਖ ਕੇ ਰੋਣਗੇ, ਟਰੈਕਟਰ ਉਹਦੇ ਖੜੇ ਉੱਥੇ ਉਹ ਰੋਂਦੇ ਆ, ਗੱਡੀਆਂ ਉਹਦੀਆਂ ਥਾਰ ਜਿਹ 'ਚ ਮਾਰਿਆ ਗਿਆ ਉਹ ਗੱਡੀ ਰੈਨੋਵੇਟ ਕਰਕੇ ਲੈਣ ਦੀ ਉਹਨਾਂ ਨੇ। ਇਹ ਚੀਜ਼ਾਂ ਉਮਰਾਂ ਦਾ ਰੋਣਾ ਹੈਗਾ, ਇੱਕ ਦਿਨ ਦਾ ਰੋਣਾ ਨਹੀਂ ਗਾ। ਹਾਂ, ਤੁਸੀਂ ਗੱਲ ਕੀਤੀ ਤਦ ਮੈਂ ਗੱਲ ਕਰ ਰਿਹਾ ਕਿ ਇਸ ਸਥਿਤੀ 'ਚੋਂ ਮਾਪੇ ਗੁਜ਼ਰ ਰਹੇ ਆ। ਫਿਰ ਅਸੀਂ ਆਨੇ ਪੰਜਾਬ 'ਚ ਬੜੀ ਸ਼ਾਂਤੀ, ਪੰਜਾਬ 'ਚ ਬੜਾ ਕੁਝ ਹੋ ਰਿਹਾ। ਦਿਨ ਦਿਹਾੜੇ ਕਤਲ ਹੋਇਆ ਦਾ ਜਵਾਰ ਕੇ ਪਿੰਡ ਦੇ ਵਿੱਚ ਹੀ, ਕੋਈ ਲੱਭਿਆ ਕੋਈ ਇਸ ਤਰ੍ਹਾਂ, ਹੈ ਨਾ, ਉਹਦੇ 'ਚ ਕੋਈ ਬੰਦਾ ਨਹੀਂ ਮਿਲਿਆ। ਗੋਲਡੀ ਬਰਾੜ ਦਾ ਨਾਂ ਲੱਗਦਾ ਸੀ, ਉਹ ਕੈਨੇਡਾ 'ਚ, ਉਹਨੂੰ ਫੜਿਆ ਹੀ ਨਹੀਂ ਗਿਆ, ਲਿਆਂਦਾ ਹੀ ਨਹੀਂ ਗਿਆ। ਕੌਣ ਮਾਰ ਗਿਆ, ਕਿੱਧਰ ਹਥਿਆਰ ਗਏ, ਹੈ ਨਾ, ਕੌਣ ਕਿੱਥੇ ਉਹਨਾਂ ਨੂੰ ਟੌਰਚਰ ਕਰਦਾ ਰਿਹਾ, ਇਹਦਾ ਅਜੇ ਤੱਕ ਨਹੀਂ ਪਤਾ ਲੱਗਾ। ਨਾ ਪੁਲਿਸ ਨੂੰ ਪਤਾ ਲੱਗਾ, ਨਾ CID ਨੂੰ ਪਤਾ ਲੱਗਾ, ਨਾ ਵਿਜੀਲੈਂਸ ਨੂੰ ਪਤਾ ਲੱਗਾ, ਕਿਸੇ ਨੂੰ ਇਸ ਚੀਜ਼ ਦਾ ਨਹੀਂ ਪਤਾ ਲੱਗਾ। ਦੁਖੀ ਕੌਣ ਨੇ? ਮਾਪੇ, ਰਿਸ਼ਤੇਦਾਰ, ਭੈਣ ਭਰਾ, ਉਹ ਦੁੱਖ ਦੀਆਂ ਘੜੀਆਂ 'ਚੋਂ ਗੁਜ਼ਰ ਰਹੇ। ਇਹ ਹੈ ਗੱਲ। ਬਿਲਕੁਲ ਜੀ। ਅਸੀਂ ਆਪਣੇ ਦਰਸ਼ਕਾਂ ਨੂੰ ਗੁਜ਼ਾਰਿਸ਼ ਕਰਦੇ ਹਾਂ ਕਿ ਆਪਣੇ ਵਿਚਾਰ ਜ਼ਰੂਰ ਇਨਬਾਕਸ ਕਰਿਆ ਕਰੋ ਕਿ ਸਾਡਾ ਪ੍ਰੋਗਰਾਮ ਤੁਹਾਨੂੰ ਕਿਹੋ ਜਿਹਾ ਲੱਗਦਾ। ਹੋਰ ਤੁਸੀਂ ਕੀ ਕੁਝ ਚਾਹੁੰਦੇ ਹੋ ਇਸ ਪ੍ਰੋਗਰਾਮ ਦੇ ਵਿੱਚ, ਸਾਨੂੰ ਜ਼ਰੂਰ ਇਨਬਾਕਸ ਕਰਿਆ ਕਰੋ। ਤੇ ਸਾਡਾ ਚੈਨਲ ਪੰਜਾਬ ਮੇਲ USA TV ਸਬਸਕ੍ਰਾਈਬ ਕਰੋ। ਬਲਕਾਰ ਜੀ ਹੁਣ ਚੱਲਦੇ ਹਾਂ। ਜ਼ਰੂਰ ਜੀ, ਚਲਿਏ ਜੀ। ਸਤਿ ਸ਼੍ਰੀ ਅਕਾਲ।